ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅਸੀਂ ਵੈਨਕੂਵਰ ਆਈਲੈਂਡ ਤੇ ਹਾਂ ਅਤੇ ਅੱਜ ਅਸੀਂ ਇਸ ਵਕਤ ਟਫੀਨੋ ਦੇ ਇੱਕ ਸਮੁੰਦਰੀ ਤੱਟ ਤੋਂ ਤੁਹਾਡੇ ਰੂਬਰੂ ਹਾਂ। ਅਸਲ ਦੇ ਵਿੱਚ ਇਹ ਲੌਂਗ ਬੀਚ ਟਫੀਨੋ ਹੈ, ਜਿੱਥੇ ਦੁਨੀਆ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਮਸ਼ਹੂਰ ਨੇ। ਉਹਦਾ ਅਸੀਂ ਜ਼ਿਕਰ ਕਰਾਂਗੇ ਕਿ ਇਹ ਸਥਾਨ ਕਿਉਂ ਮਹੱਤਵਪੂਰਨ ਹੈ। ਪਰ ਇਹਦੇ ਨਾਲ ਬੀਤੇ ਕੁਝ ਘੰਟਿਆਂ ਦੌਰਾਨ ਜਿਹੜੀਆਂ ਖਬਰਾਂ ਅਹਿਮ ਘਟਨਾਵਾਂ ਬਣਦੀਆਂ ਰਹੀਆਂ ਤੇ ਖਬਰਾਂ ਦਾ ਰੂਪ ਧਾਰਨ ਕਰ ਗਈਆਂ, ਉਹਦੇ ਮੁਤਲਕ ਅਸੀਂ ਅੱਜ ਗੱਲਬਾਤ ਕਰਨੀ ਹੈ। ਉਹਨਾਂ ਵਿੱਚ ਸਭ ਤੋਂ ਅਹਿਮ ਗੱਲਬਾਤ ਠੱਗ ਲਾੜਿਆਂ ਦੀ ਹੈ। ਬੀਤੇ ਬਹੁਤ ਸਾਰੇ ਸਾਲਾਂ ਤੋਂ ਅਕਸਰ ਲੋਕਾਂ ਦੇ ਕੋਲੋਂ ਇਹ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਕਿ ਕੋਈ ਵਿਅਕਤੀ ਆਇਆ, ਕਿਸੇ ਵਿਅਕਤੀ ਨੇ ਦੱਸਿਆ ਚੰਗਾ ਮੁੰਡਾ, ਚੰਗਾ ਪਰਿਵਾਰ ਹੈ, ਰਿਸ਼ਤਾ ਕਰ ਦਿੱਤਾ। ਰਿਸ਼ਤਾ ਕਰਵਾ ਕੇ 2-4 ਮਹੀਨੇ ਪੰਜਾਬ ਵਿੱਚ ਰਹਿਣ ਤੋਂ ਬਾਅਦ ਵਿਦੇਸ਼ ਪਰਤ ਕੇ ਉਹਨਾਂ ਨੇ ਨਾ ਤਾਂ ਕੋਈ ਪੇਪਰ ਵਗੈਰਾ ਭੇਜੇ, ਹੌਲੀ ਫੋਨ ਕਰਨੇ ਬੰਦ ਕਰ ਦਿੱਤੇ। ਸੋ ਉਹਨਾਂ ਦੇ ਮੁਤਲਕ ਗੱਲਬਾਤ ਇੱਕ ਖਬਰ ਦੇ ਰੂਪ ਵਿੱਚ ਸਾਂਝੀ ਕਰਾਂਗੇ ਕਿ ਉਹਨਾਂ ਦੇ ਉੱਤੇ ਕੀ ਹੋ ਰਿਹਾ ਹੈ। ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਖਿਆ ਕਿ ਕਿਸਾਨੀ ਦੇ ਮੁੱਦੇ ਤੇ ਭਾਵੇਂ ਮੈਨੂੰ ਭਾਵੇਂ ਕਿੱਡੀ ਵੱਡੀ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ, ਮੈਂ ਕਿਸਾਨਾਂ ਵਾਸਤੇ ਜਿੰਦ ਜਾਨ ਲਗਾ ਦਿਆਂਗਾ। ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਤੋਂ ਸਰਗਰਮ ਨੇ, ਪਰ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਨੂੰ ਨਵੀਆਂ ਕਾਰਾਂ ਮਿਲ ਗਈਆਂ ਨੇ। ਉਹ ਕਿਉਂ ਮਿਲੀਆਂ, ਇਹਦੇ ਬਾਬਤ ਵੀ ਗੱਲਬਾਤ ਕੀਤੀ ਜਾਏਗੀ। ਬੀਤੇ ਦਿਨਾਂ ਦੇ ਵਿੱਚ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਨੂੰ ਲੈ ਕੇ ਵਿਵਾਦ ਉੱਠਿਆ। ਹੁਣ 5 ਵਿਅਕਤੀ ਮੈਨੇਜਰ ਸਮੇਤ ਮੁਅੱਤਲ ਕਰ ਦਿੱਤੇ ਗਏ ਨੇ। ਉਹ ਮੁਅੱਤਲੀ ਦੀ ਵਜ੍ਹਾ ਕੀ ਬਣੀ ਹੈ, ਇਹ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਹਾਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੁੱਟ ਪੈਂਦੀ ਗਈ, ਉਹਦੇ ਵਿੱਚੋਂ ਲਗਾਤਾਰ ਬਹੁਤ ਸਾਰੇ ਉਹਨਾਂ ਦੇ ਅਹਿਮ ਅਹੁਦੇਦਾਰ ਕਿਰਦੇ ਤੇ ਖੁੱਸਦੇ ਚਲੇ ਗਏ। ਬੀਤੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਵੀ ਇਹਨਾਂ ਨਾਲੋਂ ਵੱਖਰੇ ਹੋ ਗਏ ਸਨ। ਪਰ ਬੀਤੇ ਵਰ੍ਹਿਆਂ ਦੌਰਾਨ ਬ੍ਰਹਮਪੁਰਾ ਸਾਹਿਬ ਹੋਰਾਂ ਨੇ ਇੱਕ ਟਕਸਾਲੀ ਅਕਾਲੀ ਦਲ ਬਣਾਇਆ ਸੀ। ਕੀ ਟਕਸਾਲੀ ਅਕਾਲੀ ਦਲ ਤੇ ਸੁਖਦੇਵ ਸਿੰਘ ਢੀਂਡਸਾ ਆਪਸ ਦੇ ਵਿੱਚ ਇੱਕਮਿਕ ਹੋਣਗੇ? ਕਿਉਂਕਿ ਬ੍ਰਹਮਪੁਰਾ ਸਾਹਿਬ ਨੇ ਸੁਖਦੇਵ ਸਿੰਘ ਢੀਂਡਸਾ ਦੇ ਲਈ ਇੱਕ ਅਹਿਮ ਪੇਸ਼ਕਸ਼ ਕੀਤੀ ਆ, ਪਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜੋ ਉਹਨਾਂ ਨੂੰ ਆਖਿਆ ਉਹਦੇ ਬਾਬਤ ਵੀ ਗੱਲਬਾਤ ਕੀਤੀ ਜਾਏਗੀ। ਇਹਦੇ ਨਾਲ ਕਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਦੀ ਸਥਿਤੀ ਕੀ ਹੈ, ਇਹਦੇ ਬਾਬਤ ਵੀ ਗੱਲਬਾਤ ਕੀਤੀ ਜਾਏਗੀ ਤੇ ਕਈ ਹੋਰ ਅਹਿਮ ਖਬਰਾਂ ਵੀ ਨੇ। ਅੱਜ ਟਫੀਨੋ ਦੇ ਇਹ ਸਮੁੰਦਰੀ ਤੱਟ ਤੋਂ ਇਹਨਾਂ ਖਬਰਾਂ ਦੇ ਵਿੱਚ ਆਓ ਸ਼ਾਮਲ ਕਰਦੇ ਹਾਂ ਪਰਮਵੀਰ ਬਾਠ ਸਾਹਿਬ ਨੂੰ। ਬਾਠ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ, ਧੰਨਵਾਦ। ਸਭ ਤੋਂ ਪਹਿਲਾਂ ਤਾਂ ਆਪਾਂ ਖਬਰਾਂ ਦੀਆਂ ਗੱਲਾਂ ਬਾਤਾਂ ਨਹੀਂ ਕਰਾਂਗੇ, ਗੱਲਾਂ ਬਾਤਾਂ ਕਰਨੀਆਂ ਇਸ ਥਾਂ ਦੀਆਂ, ਇਸ ਖੂਬਸੂਰਤੀ ਦੀਆਂ। ਜੀ ਦੇਖੋ, ਕੁਦਰਤ ਵੈਸੇ ਤਾਂ ਹਰ ਥਾਂ ਹੀ ਮਿਹਰਬਾਨ ਹੁੰਦੀ ਹੈ, ਭਾਵੇਂ ਪੰਜਾਬ ਹੈ, ਹਰਿਆਣਾ ਹੈ, ਦੁਨੀਆ ਦਾ ਕੋਈ ਵੀ ਮੁਲਕ ਹੈ। ਮਸਲਾ ਸਿਰਫ ਇੰਨਾ ਕੁ ਹੈ ਕਿ ਅਸੀਂ ਉਹਨੂੰ ਸਾਂਭ ਕੇ ਕਿੰਨਾ ਕੁ ਰੱਖਿਆ, ਅਸੀਂ ਉਹਦੀ ਖੂਬਸੂਰਤੀ ਨੂੰ ਜਿਹੜਾ ਉਹ ਕਿੰਨਾ ਕੁ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਸਭ ਤੋਂ ਪਹਿਲਾਂ ਤਾਂ ਪ੍ਰਾਈਮ ਏਸ਼ੀਆ ਟੀਵੀ ਦੇ ਜਿਹੜੇ ਦਰਸ਼ਕ ਨੇ, ਉਹਨਾਂ ਦੇ ਲਈ ਇਹ ਜਾਣਕਾਰੀ ਦੇਣੀ ਬੇਹੱਦ ਜ਼ਰੂਰੀ ਹੈ ਕਿ ਜਿਸ ਧਰਤੀ ਦੇ ਉੱਤੇ ਅਸੀਂ ਬੈਠੇ ਹਾਂ, ਇਹ ਕੈਨੇਡਾ ਦਾ ਮੁੱਖ ਹਿੱਸਾ ਨਹੀਂ, ਇਹ ਵੈਨਕੂਵਰ ਆਈਲੈਂਡ ਹੈ। ਕੈਨੇਡਾ ਦੇ ਮੁੱਖ ਹਿੱਸੇ ਤੋਂ ਇਸ ਥਾਂ ਦੇ ਉੱਤੇ ਆਉਣਾ ਹੋਵੇ ਤਾਂ ਇੱਕ ਸਮੁੰਦਰੀ ਜਹਾਜ਼ ਦੇ ਰਾਹੀਂ ਆਉਣਾ ਪੈਂਦਾ। ਦੂਸਰੀ ਗੱਲ, ਜਿਹੜੀ ਥਾਂ ਤੇ ਅਸੀਂ ਬੈਠੇ ਹਾਂ ਜੀ, ਉਹਦੇ ਪਿੱਛੇ ਤੁਸੀਂ ਵੇਖੋਗੇ ਤਾਂ ਸਮੁੰਦਰ ਹੈ, ਪਾਣੀ ਹੈ। ਹੁਣ ਇਸ ਧਰਤੀ ਤੋਂ ਅੱਗੇ ਤੁਸੀਂ 7,500 ਕਿਲੋਮੀਟਰ ਲਗਾਤਾਰ ਅੱਗੇ ਨੂੰ ਜਾਓਗੇ ਸਮੁੰਦਰੀ ਜਹਾਜ਼ ਦੇ ਵਿੱਚ, ਤਾਂ ਫਿਰ ਜਾਪਾਨ ਦੇਸ਼ ਆਊਗਾ। ਜਾਣੀ ਕਿ ਵਿਚਾਲੇ ਕੋਈ ਧਰਤੀ ਨਹੀਂ, ਜਾਣੀ ਕਿ 7,500 ਕਿਲੋਮੀਟਰ ਲੰਬਾ ਇਹ ਕੰਮ ਚੱਲੂਗਾ। ਦੂਸਰੀ ਗੱਲ, ਇਹ ਉਹੀ ਪਾਣੀ ਆ ਜਿਨ੍ਹਾਂ ਪਾਣੀਆਂ ਦੇ ਵਿੱਚ ਦੀ ਕਦੇ ਕਾਮਾਗਾਟਾ ਮਾਰੂ ਜਹਾਜ਼ ਆਇਆ ਸੀ। ਭਾਵੇਂ ਇਸ ਤੱਟ ਤੇ ਨਹੀਂ ਸੀ ਲੱਗਾ, ਥੋੜਾ ਜਿਹਾ ਫਰਕ ਦੇ ਨਾਲ ਤੱਟ ਹੈ ਉੱਥੇ ਲੱਗਾ ਸੀ, ਪਰ ਫਿਰ ਵੀ ਪਿੱਛੇ ਦਿਸਦੇ ਪਾਣੀ ਉਹੀ ਪਾਣੀ ਨੇ ਜਿਨ੍ਹਾਂ ਦੇ ਵਿੱਚ ਦੀ ਕਦੇ ਕਾਮਾਗਾਟਾ ਮਾਰੂ ਜਹਾਜ਼ ਚੱਲਿਆ ਸੀ ਤੇ ਬਹੁਤ ਸਾਰੇ ਪੰਜਾਬੀ ਤੇ ਸਿੱਖ ਜਿਹੜੇ ਉਸ ਜਹਾਜ਼ ਦੇ ਵਿੱਚ ਸਵਾਰ ਸਨ ਤੇ ਇੱਕ ਇਤਿਹਾਸ ਸਿਰਜਿਆ ਗਿਆ ਸੀ। ਦੂਸਰੀ ਗੱਲ ਬੈਨੀਪਾਲ ਸਾਹਿਬ ਕਿ ਇਹ ਧਰਤੀ ਬੜੀ ਵਿਸ਼ੇਸ਼ ਹੈ ਜੀ। ਸੁਨਾਮੀ ਦਾ ਖਤਰਾ ਇੱਥੇ ਰਹਿੰਦਾ, ਭੂਚਾਲ ਦਾ ਖਤਰਾ ਇੱਥੇ ਰਹਿੰਦਾ, ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਥਾਂ ਦੇ ਉੱਤੇ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਥਾਂ ਤੇ ਬੋਰਡ ਲਿਖੇ ਨਜ਼ਰ ਆਉਂਦੇ ਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਜੇ ਸੁਨਾਮੀ ਆ ਜਾਵੇ, ਜਾਣੀ ਕਿ ਸਮੁੰਦਰ ਦੀਆਂ ਛੱਲਾਂ 10-10, 15-15, 20-20, 25-25 ਫੁੱਟ ਆ ਜਾਣ, ਤਾਂ ਤੁਸੀਂ ਐਸ ਸੜ ਕੇ ਆਪਣੀ ਗੱਡੀ ਪਾ ਲਓ ਜਿਹੜੀ ਕਿ ਉਚਾਈ ਤੇ ਜਾਂਦੀ ਹੈ। ਇਹ ਵੀ ਲਿਖਿਆ ਹੋਇਆ ਕਿ ਕੱਲੇ ਦੁਕੱਲੇ ਦੇਰ ਸਵੇਰ, ਭਾਵੇਂ ਦਿਨ ਹੈ ਭਾਵੇਂ ਰਾਤ ਹੈ, ਤੁਸੀਂ ਬਾਹਰ ਨਹੀਂ ਜਾਣਾ, ਗਰੁੱਪ ਦੇ ਵਿੱਚ ਜਾਓ, ਕਿਉਂਕਿ ਭਾਲੂ ਤੇ ਹੋਰ ਬਹੁਤ ਸਾਰੇ ਜੰਗਲੀ ਜਾਨਵਰ ਜਿਹੜੇ ਅਕਸਰ ਮਿਲ ਜਾਂਦੇ ਆ। ਪਰ ਕੁਦਰਤ ਦੀ ਖੂਬਸੂਰਤੀ ਬਹੁਤ ਹੈ। ਜਿਸ ਥਾਂ ਤੇ ਅਸੀਂ ਬੈਠੇ ਹਾਂ,
ਉਹ ਬਹੁਤ ਛੋਟਾ ਜਿਹਾ ਇੱਕ ਪਿੰਡ ਹੈ, ਇੱਕ ਕਸਬਾ, ਬਹੁਤ ਥੋੜ੍ਹੇ ਲੋਕ ਜਿਹੜੇ ਇੱਥੇ ਰਹਿੰਦੇ ਆ। ਪਰ ਕੋਸ਼ਿਸ਼ ਕੀਤੀ ਸੀ ਪ੍ਰਾਈਮ ਏਸ਼ੀਆ ਟੀਵੀ ਦੀ ਟੀਮ ਨੇ ਕਿ ਅਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜਾ ਕੇ ਤੁਹਾਡੇ ਨਾਲ ਗੱਲਾਂ ਕਰਨੀਆਂ। ਰਾਜਨੀਤਿਕ ਗੱਲਾਂ ਅੱਜ ਕਰਾਂਗੇ, ਠੋਕ ਵਜਾ ਕੇ ਕਰਾਂਗੇ ਬੈਨੀਪਾਲ ਸਾਹਿਬ, ਜਿਵੇਂ ਪਹਿਲਾਂ ਕਰਦੇ ਆ। ਪਰ ਨਾਲ ਦੀ ਨਾਲ ਇਸ ਥਾਂ ਦੇ ਬਾਰੇ ਦੱਸਣਾ ਬਹੁਤ ਜ਼ਰੂਰੀ ਸੀ। ਵੈਨਕੂਵਰ ਆਈਲੈਂਡ ਦਾ ਇਹ ਹਿੱਸਾ ਹੈ, ਟਫੀਨੋ ਦੇ ਵਿੱਚ ਬੈਠੇ ਆ ਤੇ ਅਕਸਰ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਜਾਂਦਾ ਹੈ। ਬਾਟ ਸਾਹਿਬ ਬਿਲਕੁਲ ਇਹ ਦੱਸਣੀ ਬਣਦੀ ਹੈ ਗੱਲ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ, ਜਿਸ ਸ਼ਹਿਰ ਦੇ ਵਿੱਚ ਬੈਠੇ ਆ, ਲੌਂਗ ਬੀਚ ਇਸ ਬੀਚ ਨੂੰ ਕਹਿੰਦੇ ਨੇ। ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਜਿਹੜਾ ਰੇਤਾ ਆਪਾਂ ਇੱਥੇ ਦੇਖ ਰਹੇ ਹਾਂ, ਬਹੁਤ ਘੱਟ ਬੀਚਸ ਨੇ, ਬੀਚਸ ਬਥੇਰੀਆਂ ਨੇ ਜੀ। ਪਰ ਇਹਦੇ ਨਾਲ ਇਹ ਦੱਸੀਏ, ਟਫੀਨੋ ਸ਼ਹਿਰ ਦੀ ਆਬਾਦੀ ਲਗਭਗ 2000 ਵਿਅਕਤੀ ਰਹਿੰਦੇ ਆ। ਆਮ ਤੌਰ ਤੇ ਛੋਟੇ-ਛੋਟੇ ਪਿੰਡਾਂ ਦੀ ਆਬਾਦੀ ਵੀ ਇੰਨੀ ਕੁ ਹੁੰਦੀ ਹੈ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ, ਜੇ ਆਪਾਂ ਇਹ ਕਹਿ ਦਈਏ ਕਿ ਜਿਹੜਾ ਬ੍ਰਿਟਿਸ਼ ਕੋਲੰਬੀਆ ਆਪਣਾ ਸੂਬਾ ਹੈ, ਉਹਦਾ ਇਹ ਆਖਰੀ ਸ਼ਹਿਰ ਹੈ। ਜੇ ਆਪਾਂ ਇਹ ਵੀ ਕਹਿ ਦਈਏ ਕਿ ਕੈਨੇਡਾ ਦਾ ਵੀ ਇਹ ਆਖਰੀ ਸ਼ਹਿਰ ਹੈ, ਕਿਉਂਕਿ ਇਹਦੇ ਤੋਂ ਬਾਅਦ ਧਰਤੀ ਸਮਾਪਤ ਹੈ ਜੀ। ਕੈਨੇਡੀਅਨ ਪਾਣੀਆਂ ਦੇ ਕੋਲ ਆਪਾਂ ਬੈਠੇ ਹਾਂ, ਪਰ ਇਹਦੇ ਤੋਂ ਅੱਗੇ ਲਗਭਗ 7400 ਤੇ 25 ਕਿਲੋਮੀਟਰ ਦੀ ਦੂਰੀ ਤੇ ਜਾਪਾਨ ਦੀ ਧਰਤੀ ਆਉਣੀ ਹੈ। ਕਹਿਣ ਦਾ ਭਾਵ ਆਹ ਧਰਤੀ ਦਾ ਆਖਰੀ ਟੁਕੜਾ ਹੈ। ਇਹਦੇ ਤੋਂ ਅੱਗੇ ਜੇਕਰ ਧਰਤੀ ਆਉਂਦੀ ਹੈ ਤਾਂ ਉਹ ਵੀ ਇੱਕ ਟਾਪੂ ਹੈ, ਉਹ ਵੀ ਜਾਪਾਨ ਆਉਣਾ ਲਗਭਗ ਕਾਫੀ ਘੰਟਿਆਂ ਦੇ ਸਮੁੰਦਰੀ ਸਫ਼ਰ ਤੋਂ ਬਾਅਦ। ਇੱਥੇ ਸਾਨੂੰ ਪਹੁੰਚਣ ਦੇ ਵਿੱਚ ਵੀ ਲਗਭਗ 2-ਸਵਾ 2 ਘੰਟੇ ਸਮੁੰਦਰੀ ਜਹਾਜ਼ ਲੈਣਾ ਪਿਆ। ਉਹਦੇ ਤੋਂ ਬਾਅਦ ਲਗਭਗ 4 ਘੰਟਿਆਂ ਦਾ ਸਾਨੂੰ ਗੱਡੀ ਦੇ ਵਿੱਚ ਸਫ਼ਰ ਕਰਕੇ ਇੱਥੇ ਆਉਣਾ ਪਿਆ। ਇਹਦੇ ਨਾਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜਿਹੜੀਆਂ ਪਿੱਛੇ ਸਮੁੰਦਰੀ ਲਹਿਰਾਂ ਨਜ਼ਰ ਆ ਰਹੀਆਂ ਨੇ, ਪੂਰੀ ਜੇਕਰ ਅਸੀਂ ਕੈਨੇਡਾ ਦੇ ਵਿੱਚੋਂ ਗੱਲ ਕਰੀਏ ਤਾਂ ਕੋਈ ਅਤਕਥ ਨਹੀਂ ਕਿ ਇਹ ਸਮੁੰਦਰੀ ਲਹਿਰਾਂ, ਜਿਵੇਂ ਸਮੁੰਦਰ ਖੋਲ ਰਿਹਾ ਜੀ, ਇਸ ਤਰ੍ਹਾਂ ਦੀ ਖੂਬਸੂਰਤੀ ਦੀਆਂ ਲਹਿਰਾਂ, ਜਿਸ ਤਰ੍ਹਾਂ ਲੋਕ ਪਿੱਛੇ ਸਰਫਿੰਗ ਕਰਦੇ ਨਜ਼ਰ ਆ ਰਹੇ ਨੇ। ਸਰਫਿੰਗ ਵੀ ਦੁਨੀਆ ਦੇ ਵਿੱਚ ਸਭ ਤੋਂ ਬੈਸਟ ਇੱਥੋਂ ਦੀ ਮੰਨੀ ਜਾ ਰਹੀ ਹੈ। ਖਾਸ ਕੱਪੜੇ ਪਾਉਣੇ ਪੈਂਦੇ ਨੇ ਤੇ ਖਾਸ ਟ੍ਰੇਨਿੰਗ। ਪਰ ਇਹਦੇ ਵਿੱਚ ਤੁਸੀਂ ਗੱਲ ਜ਼ਰੂਰ ਦੇਖੀ ਹੋਣੀ ਹੈ, ਛੋਟੇ ਬੱਚਿਆਂ ਨੂੰ ਵੀ ਇਹ ਨਾਲ ਲੈ ਕੇ ਆ ਰਹੇ ਨੇ। ਪਾਣੀ ਦੀਆਂ ਛੱਲਾਂ, ਹੁਣ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਦੀ ਗੱਲ ਤਾਂ ਆਪਾਂ ਸੁਣੀ ਸੀ, ਪਰ ਇਹ ਪਰਿਵਾਰਾਂ ਦੇ ਸਮੇਤ ਆ ਰਹੇ ਨੇ। ਕਿਸੇ ਪਾਸੇ ਵਾਲੀਬਾਲ ਦਾ ਨੈੱਟ ਲੱਗਿਆ ਹੈ, ਬੀਚ ਵਾਲੀਬਾਲ ਖੇਡੀ ਜਾ ਰਹੀ ਹੈ। ਕਿਸੇ ਪਾਸੇ ਲੋਕ ਆਪਣਾ ਫਨ ਕਰਦੇ ਨਜ਼ਰ ਆ ਰਹੇ ਨੇ। ਪਰ ਨਾਲ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨੀ ਬਹੁਤ ਲਾਜ਼ਮੀ ਆ। ਅਸੀਂ ਵੀ ਜਿੱਥੇ ਤੱਕ ਲਹਿਰਾਂ ਆ ਰਹੀਆਂ ਨੇ ਉਹਦੇ ਤੋਂ ਕਾਫੀ ਦੂਰ ਬੈਠ ਕੇ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਪਰ ਉਹਨੇ ਲਿਖਿਆ ਅਨਐਕਸਪੈਕਟਡ ਜਿਹੜੀਆਂ ਵੇਵਜ਼ ਨੇ ਉਹ ਆ ਸਕਦੀਆਂ ਨੇ ਤੇ ਤੁਹਾਨੂੰ ਸਵੀਪ ਕਰਕੇ ਤੁਹਾਨੂੰ ਪਾਣੀ ਦੇ ਵਿੱਚ ਹੜਾ ਕੇ ਲਿਜਾ ਸਕਦੀਆਂ ਨੇ। ਇਸ ਗੱਲ ਵਾਸਤੇ ਹੀ ਅਸੀਂ ਪ੍ਰਾਈਮ ਏਸ਼ੀਆ ਵਾਲੇ ਕਾਫੀ ਦੂਰ ਬੈਠ ਕੇ ਪ੍ਰੋਗਰਾਮ ਕਰ ਰਹੇ ਹਾਂ, ਨਹੀਂ ਤੇ ਜਾ ਅਸੀਂ ਵੀ ਸਕਦੇ ਸੀ, ਪਰ ਹੁਣ ਅਸੀਂ ਖਬਰਾਂ ਵੱਲ ਨੂੰ ਵਧਣਾ ਚਾਹੁੰਦੇ ਹਾਂ। ਬਿਲਕੁਲ ਸਾਹਿਬ, ਸਭ ਤੋਂ ਪਹਿਲੀ ਆਪਾਂ ਤੰਦ ਕਿੱਥੋਂ ਛੇੜੀਏ? ਮੈਨੂੰ ਇਹ ਲੱਗਦਾ ਕਿ ਪੰਜਾਬ ਤੋਂ ਚਲੀਏ ਜੀ, ਮੁੱਖ ਮੰਤਰੀ ਸਾਹਿਬ ਤੋਂ ਤੁਰੀਏ ਜੀ। ਪੰਜਾਬ ਦੇ ਵਿੱਚ ਖੇਤੀਬਾੜੀ ਦੇ ਲਈ ਜਿਹੜਾ ਸੰਕਟ ਹੈ ਉਧਰਲੇ ਪਾਸੇ ਨੂੰ ਤੁਰੀਏ। ਬੈਨੀਪਾਲ ਸਾਹਿਬ, ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਜਿਹੜੀ ਉਹ ਚੱਲੀ ਆਉਂਦੀ ਹੈ ਕਿ ਪੰਜਾਬ ਦੀ ਖੇਤੀਬਾੜੀ ਨੂੰ ਖਤਰਾ ਹੈ, ਕਿਉਂਕਿ ਕੇਂਦਰ ਦੀ ਸਰਕਾਰ ਨੇ 3 ਆਰਡੀਨੈਂਸ ਜਾਰੀ ਕਰਤੇ। ਬਿਲਕੁਲ। ਉਹਦੇ ਤੋਂ ਬਾਅਦ ਜਿੱਦਾਂ ਆਪਾਂ ਪਤੰਗ ਚੜਾਈ ਦਾ ਤੇ ਡੋਰ ਪਹਿਲਾਂ ਵਧੀਆ ਤਰੀਕੇ ਨਾਲ ਲਪੇਟੀ ਹੁੰਦੀ ਹੈ ਤੇ ਪਤੰਗ ਚੜ ਜਾਂਦਾ ਜੀ, ਬਾਅਦ ਵਿੱਚ ਪਤੰਗ ਕੱਟਿਆ ਵੀ ਜਾ ਸਕਦਾ, ਡੋਰ ਇਕੱਠੀ ਕਰਨੀ ਵੀ ਔਖੀ ਹੋ ਜਾਂਦੀ ਹੈ। ਜੇ ਡੋਰ ਆਪਾਂ ਇਕੱਠੀ ਕਰ ਵੀ ਲਈਏ, ਕੈਰੀ ਉਲਝਣ ਪੈਦਾ ਹੋ ਜਾਂਦੀ ਹੈ। ਉਦੋਂ ਵੀ ਡੋਰ ਕਈ ਵਾਰੀ ਤੋੜ ਕੇ ਸੁੱਟਣੀ ਪੈਂਦੀ ਹੈ ਕਿ ਭਾਈ ਇਕੱਠੀ ਕਰਨੀ ਬਹੁਤ ਔਖੀ ਹੈ, ਗੁੰਝਲਾਂ ਪੈ ਜਾਂਦੀਆਂ। ਪੰਜਾਬ ਦੀ ਖੇਤੀਬਾੜੀ ਨੂੰ ਵੀ ਬੈਨੀਪਾਲ ਸਾਹਿਬ ਗੁੰਝਲਾਂ ਪੈ ਗਈਆਂ। ਹੁਣ ਹੋਇਆ ਕੀ ਕਿ ਪੰਜਾਬ ਦੀਆਂ ਅਕਾਲੀ ਦਲ ਤੇ ਭਾਜਪਾ 2 ਧਿਰਾਂ ਨੂੰ ਛੱਡ ਕੇ ਬਾਕੀਆਂ ਨੇ ਕਹਿਤਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਬਹੁਤ ਮਾਰੂ ਹੈ ਜੀ। ਪੰਜਾਬ ਦੇ ਕਿਸਾਨਾਂ ਦੇ ਪੱਲੇ ਬਚਣਾ ਫੱਕਾ ਨਹੀਂ ਜੀ। ਇਹਨਾਂ ਨੇ ਇੱਥੇ ਆਪਣੇ ਖੇਤਾਂ ਦੇ ਵਿੱਚ ਦਿਹਾੜੀਆਂ ਕਰਨ ਜੋਗੇ ਰਹਿ ਜਾਣਾ। ਜਿਹੜਾ ਖੇਤ ਦਾ ਮਜ਼ਦੂਰ ਅੱਜ ਕਿਸਾਨ ਦੇ ਨਾਲ ਮੋਢਾ ਲਾ ਕੇ ਕੰਮ ਕਰਦਾ, ਪੱਲੇ ਉਹਦੇ ਵੀ ਕੱਖ ਨਹੀਂ ਰਹਿਣਾ ਜੀ। ਆੜਤੀਆ, ਪੱਲੇਦਾਰ, ਮੁਨੀਮ ਜਾਂ ਮੰਡੀਕਰਨ ਦੇ ਨਾਲ ਜੁੜਿਆ ਹਰ ਉਹ ਬੰਦਾ ਉਹ ਸੜਕ ਦੇ ਉੱਤੇ ਆਜੂ। ਇਹ ਪੰਜਾਬ ਦੀ ਸੱਤਾਧਾਰੀ ਕਾਂਗਰਸ ਨੇ ਵੀ ਆਖਿਆ, ਆਪ ਨੇ ਵੀ ਆਖਿਆ, ਕਾਮਰੇਡਾਂ ਵੀ ਆਖਿਆ, ਬਸਪਾ ਨੇ ਵੀ ਆਖਿਆ ਤੇ ਕਿਸਾਨ ਜਥੇਬੰਦੀਆਂ ਵੀ ਆਖਿਆ ਜੀ। ਪਰ ਜਦੋਂ 2 ਧਿਰਾਂ ਜਿਹੜੀਆਂ ਕੇਂਦਰ ਸਰਕਾਰ 'ਚ ਭਾਈਵਾਲ ਨੇ, ਉਹ ਕਹਿੰਦੀਆਂ ਕਿ ਨਾ, ਇਦਾਂ ਹੈ ਹੀ ਨਹੀਂ, ਇਦਾਂ ਕਿਤੇ ਲਿਖਿਆ ਹੀ ਨਹੀਂ ਕਿ ਘੱਟੋ ਘੱਟ ਮੁੱਲ ਨਹੀਂ ਮਿਲਣਾ, ਇਦਾਂ ਕਿਤੇ ਆਰਡੀਨੈਂਸ ਲਿਖਿਆ ਹੀ ਨਹੀਂ ਕਿ ਅਸੀਂ ਮੰਡੀ ਕਰਨ ਵਾਲਾ ਕੰਮ ਤਬਾਹ ਕਰ ਦੇਣਾ। ਹੁਣ ਜਦੋਂ ਸਾਰੀਆਂ ਚੀਜ਼ਾਂ ਹੋ ਗਈਆਂ ਜੀ, ਸਰਬ ਪਾਰਟੀ ਮੀਟਿੰਗ ਹੋਈ ਸੀ, ਆਪਾਂ ਖੁੱਲ੍ਹ ਕੇ ਕੀਤੀ ਸੀ ਚਰਚਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਰਬ ਪਾਰਟੀ ਮੀਟਿੰਗ ਸੱਦੀ। ਉਹਦੇ ਵਿੱਚ ਇੱਕ ਫੈਸਲਾ ਸਰਬਸੰਮਤੀ ਨਾਲ ਤਾਂ ਨਹੀਂ ਹੋਇਆ। ਅਕਾਲੀ ਦਲ ਕਹਿੰਦਾ ਕਿ ਅਸੀਂ ਸਹਿਮਤ ਨਹੀਂ ਜੀ, ਕਿ ਕੇਂਦਰ ਦੀ ਸਰਕਾਰ ਦੇ ਕੋਲੇ ਜਾਵਾਂਗੇ, ਵਫਦ ਲੈ ਕੇ ਜਾਵਾਂਗੇ, ਉਹਨਾਂ ਨੂੰ ਕਹਾਂਗੇ ਕਿ ਆਰਡੀਨੈਂਸ ਰੱਦ ਕਰ ਦਿਓ ਜੀ, ਸਾਡੇ ਸੂਬੇ ਦੀ ਖੇਤੀ ਲਈ, ਸਾਡੇ ਸੂਬੇ ਦੇ ਕਿਸਾਨਾਂ ਲਈ ਖਤਰਾ ਹੈ। ਪਰ ਉਹਦੇ ਤੋਂ ਬਾਅਦ ਇਹ ਸੀਗਾ ਕਿ ਮੰਗ ਪੱਤਰ ਦੇਣਗੇ ਜੀ, ਅਗਲੇ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਬਹੁਤ ਕੁਝ ਹੈ ਤਾਂ ਕੰਮ ਖਰਾਬ ਹੋ ਜਾਊ ਜੀ। ਪਰ ਹੁਣ ਇਸ ਮੁੱਦੇ ਤੇ ਲੱਗਦਾ ਕਿ ਪੰਜਾਬ ਦੀ ਸਿਆਸਤ ਨੇ ਸਿਖਰਲਾ ਵਾਲਾ ਖਾਣਾ ਹੈ ਜੀ। ਹੁਣ ਤੌੜੀ ਨੇ ਉਬਲਣਾ ਤੇ ਆਪਣੇ ਕੰਢੇ ਸੜਨੇ ਆ, ਉਹ ਪੰਜਾਬ ਦੇ ਸੜਨੇ ਆ। ਹੋਇਆ ਕੀ
ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇੱਕ ਸਵਾਲ ਖੜਾ ਕੀਤਾ ਗਿਆ ਕਿ ਕਿਸਾਨਾਂ ਦੀ ਗੱਲ ਹੈ, ਸਿਆਸੀ ਧਿਰਾਂ ਸੱਦ ਲਈਆਂ, ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ, ਉਹ ਵਿੱਚ ਬਹਿੰਦੇ, ਉਹ ਅਕਾਲੀਆਂ ਨੂੰ ਵੀ ਦੱਸਦੇ, ਉਹ ਕਾਂਗਰਸੀਆਂ ਨੂੰ ਵੀ ਦੱਸਦੇ ਕਿ 3 ਆਰਡੀਨੈਂਸ ਖੇਤੀਬਾੜੀ ਲਈ ਖਤਰਨਾਕ ਕਿਵੇਂ, ਪੰਜਾਬ ਦੇ ਮੰਡੀਕਰਨ ਢਾਂਚੇ ਲਈ ਖਤਰਨਾਕ ਕਿਵੇਂ, ਪੰਜਾਬ ਦੇ ਪਿੰਡਾਂ ਦੇ ਸੜਕਾਂ ਦਾ ਵਿਕਾਸ ਰੁਕੂ ਕਿਵੇਂ। ਤੇ ਜਦੋਂ ਉਹਨਾਂ ਨੂੰ ਨਹੀਂ ਸੱਦਿਆ, ਅਗਲਿਆਂ ਆਲੋਚਨਾ ਕੀਤੀ। ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੀਆਂ 1 ਦਰਜਨ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸੱਦੇ ਜੀ, ਮੀਟਿੰਗ ਕੀਤੀ ਤੇ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਦੇਖੋ ਜੀ, ਫੈਸਲਾ ਤਾਂ ਹੈਗਾ ਕੇਂਦਰ ਦਾ ਗਲਤ ਜੀ। ਤੇ ਮੋਹਰੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਦੇਖੋ, ਜਦੋਂ ਪੰਜਾਬ ਦੇ ਪਾਣੀ ਦਾ ਸੀ ਮਸਲਾ 2003, 4, 5 ਦੀਆਂ ਗੱਲਾਂ, ਮੈਂ ਉਦੋਂ ਆਪਣੀ ਪਾਰਟੀ ਦੀ ਪਰਵਾਹ ਨਹੀਂ ਕੀਤੀ, ਆਪਣੀ ਸਰਕਾਰ ਦੀ ਪਰਵਾਹ ਨਹੀਂ ਕੀਤੀ, ਆਪਣੀ ਮੁੱਖ ਮੰਤਰੀ ਦੀ ਕੁਰਸੀ ਦੀ ਪਰਵਾਹ ਨਹੀਂ ਕੀਤੀ, ਤੇ ਮੈਂ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਪੱਖ ਦਾ ਸਟੈਂਡ ਲਿਆ, ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਸੀ, ਪਾਸ ਕੀਤਾ ਸੀ, ਕੁਰਬਾਨੀ ਦਿੱਤੀ। ਮੈਂ ਪੰਜਾਬ ਦੇ ਕਿਸਾਨਾਂ ਲਈ ਕੁਰਬਾਨੀ ਦੇਣ ਨੂੰ ਤਿਆਰ ਹਾਂ ਜੀ। ਇਹ ਕਿਸਾਨਾਂ ਦੀ ਜਥੇਬੰਦੀਆਂ ਨਾਲ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ। ਉਹ ਕਹਿੰਦੇ ਤੁਸੀਂ ਦੱਸੋ ਕੀ ਕਰਨਾ, ਜੋ ਵੀ ਕਰਨਾ ਪਊਗਾ ਸਰਕਾਰ ਨਹੀਂ ਦੇਖੂਗਾ, ਮੁੱਖ ਮੰਤਰੀ ਦੀ ਕੁਰਸੀ ਨਹੀਂ ਦੇਖੂਗਾ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਵਿਧਾਨ ਸਭਾ ਦਾ ਇਜਲਾਸ ਸੱਦੋ ਜੀ। ਮੁੱਖ ਮੰਤਰੀ ਨੇ ਨਾਲ ਹੀ ਦਸਤਖਤ ਕਰਤੇ ਕਿ ਜਿੱਦਾਂ ਹੀ ਕੋਵਿਡ-19 ਦਾ ਪ੍ਰਕੋਪ ਥੋੜਾ ਜਿਹਾ ਠੰਡਾ ਪਊਗਾ, ਜਿੱਦਾਂ ਹੀ ਲੱਗੂਗਾ ਕਿ ਕੰਮ ਜਿਹੜਾ ਥੋੜਾ ਜਿਹਾ ਹੌਲਾ ਹੋ ਗਿਆ, ਆਪਾਂ ਵਿਧਾਨ ਸਭਾ ਦੀ ਮੀਟਿੰਗ ਵੀ ਸੱਦਾਂਗੇ, ਠੋਕ ਵਜਾ ਕੇ ਮਤਾ ਪਾਸ ਕਰਾਂਗੇ ਕਿ ਕੇਂਦਰ ਸਰਕਾਰ ਨੇ ਆਰਡੀਨੈਂਸ ਗਲਤ ਪਾਸ ਕੀਤੇ ਆ। ਹੁਣ ਬੈਨੀਪਾਲ ਸਾਹਿਬ, ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਕੇਂਦਰ ਦੀ ਸਰਕਾਰ ਨੇ ਕੀਤਾ ਫੈਸਲਾ, ਲੋਕ ਸਭਾ ਦੇ ਵਿੱਚ ਅਗਲਿਆਂ ਦਾ ਹੈਗਾ ਬਹੁਮਤ, ਚੈਲੰਜ ਉਹਨਾਂ ਨੂੰ ਕੋਈ ਨਹੀਂ। ਜੇ ਪੰਜਾਬ ਦੀ ਜਾਂ ਇੱਕ ਸੂਬੇ ਦੀ ਵਿਧਾਨ ਸਭਾ ਇਹ ਮਤਾ ਪਾਸ ਕਰਦਾ ਹੈ ਕਿ ਸਾਨੂੰ ਤੁਹਾਡੇ ਆਰਡੀਨੈਂਸ ਮਨਜ਼ੂਰ ਨਹੀਂ, ਅਕਾਲੀਆਂ ਨੇ ਹੱਕ 'ਚ ਵੋਟ ਨਹੀਂ ਪਾਉਣੀ, ਭਾਜਪਾ ਨੇ ਹੱਕ 'ਚ ਵੋਟ ਨਹੀਂ ਪਾਉਣੀ, ਉਹਨਾਂ ਦੇ 15-20 ਬੰਦੇ ਜਿਹੜੇ ਬਾਹਰ ਰਹਿਣਗੇ, ਪਰ ਇਹਦੇ ਬਾਵਜੂਦ ਵੀ ਜੇ ਬਾਕੀ 95 ਤੋਂ ਵੀ ਵੱਧ ਵਿਧਾਇਕਾਂ ਨੇ ਇਸ ਮਤੇ ਦੇ ਹੱਕ 'ਚ ਵੋਟ ਪਾਤੀ, ਜੇ ਇੱਕ ਸੂਬੇ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਦਿੱਤਾ, ਤਾਂ ਕੀ ਉਹਦੇ ਤੋਂ ਬਾਅਦ ਕੇਂਦਰ ਤੇ ਸੂਬੇ ਦਾ ਟਕਰਾਅ ਹੋਏਗਾ? ਕੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਉਹ ਬਰਕਰਾਰ ਰਹੇਗੀ, ਜਾਂ ਇਦਾਂ ਦੇ ਸੰਵਿਧਾਨਕ ਸੰਕਟ ਦਾ ਹਵਾਲਾ ਦੇ ਕੇ ਸਰਕਾਰ ਦੇ ਬਾਰੇ ਕੋਈ ਫੈਸਲਾ ਲੈਤਾ ਜਾਊਗਾ? ਹਾਲਾਂਕਿ 1-2 ਵਾਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਮੰਤਰੀ ਸਾਥੀ ਛਿੱਥੇ ਵੀ ਪਏ, ਕਿਉਂਕਿ 2 ਜਥੇਬੰਦੀਆਂ ਨੇ ਕਹਿਤਾ ਸੀ ਕਿ ਬਹੁਤੇ ਮਾਣ ਕਰਨ ਵਾਲੀ ਗੱਲ ਨਹੀਂ ਕੈਪਟਨ ਸਾਹਿਬ, ਜਦੋਂ ਤੁਹਾਡੀ ਪਾਰਟੀ ਦੀ ਕੇਂਦਰ ਸਰਕਾਰ ਤੇ ਰਹਿੰਦੀ ਹੈ ਉਦੋਂ ਵੀ ਇਹ ਕੁਝ ਹੁੰਦਾ ਰਿਹਾ, ਉਦੋਂ ਵੀ ਕਿਸਾਨਾਂ ਦੇ ਖਿਲਾਫ ਗੱਲ ਚੱਲਦੀ ਰਹੀ। ਪਰ ਜਿਹੜਾ ਸਟੈਂਡ ਬੈਨੀਪਾਲ ਸਾਹਿਬ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਲੈ ਲਿਆ ਕਿ ਮੈਂ ਵਫਦ ਵੀ ਲੈ ਕੇ ਜਾਊਂ, ਮੈਂ ਵਿਧਾਨ ਸਭਾ 'ਚ ਮਤਾ ਵੀ ਕੇਂਦਰ ਸਰਕਾਰ ਦੇ ਖਿਲਾਫ ਪਾਸ ਕਰਾਊਂ, ਉਹਦੇ ਨਾਲ ਅਕਾਲੀ ਦਲ ਦੀ ਸਥਿਤੀ ਕਸੂਤੀ ਹੈ। ਕਿਉਂਕਿ ਅੱਜ ਤੱਕ ਮੰਨਿਆ ਇਹ ਜਾਂਦਾ ਰਿਹਾ ਕਿ ਕਿਸਾਨਾਂ ਦਾ ਵੋਟ ਅਕਾਲੀਆਂ ਦਾ ਵੋਟ ਸੀ, ਪਰ ਕੈਪਟਨ ਅਮਰਿੰਦਰ ਸਿੰਘ ਖੋਲ੍ਹ ਨੂੰ ਫਿਰਦੇ ਆ। ਦੇਖੋ ਬਾਠ ਸਾਹਿਬ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਦੋਂ ਇਹ ਗੱਲ ਪਤਾ ਲੱਗੀ ਜੀ ਕਿ ਕਿਸਾਨ ਜਥੇਬੰਦੀਆਂ ਨਹੀਂ ਸੱਦੀਆਂ ਗਈਆਂ, ਉਹਨਾਂ ਦਾ ਇਤਰਾਜ਼ ਜਾਇਜ਼ ਵੀ ਸੀ, ਕਿਉਂਕਿ ਗੱਲ ਕਿਸਾਨਾਂ ਦੀ ਹੈ, ਕਿਸਾਨਾਂ ਦੀ ਨੁਮਾਇੰਦਗੀ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਜੀ, ਪਰ ਸਮੁੱਚੇ ਪੰਜਾਬ ਦੀ ਨੁਮਾਇੰਦਗੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ। ਜੇ ਪੰਜਾਬ ਦੀ ਕਿਸਾਨੀ ਨੂੰ ਇਸ ਵਕਤ ਕੋਈ ਦਰਪੇਸ਼ ਸਮੱਸਿਆ ਆਈ ਆ, ਜਾਂ ਜਿਹੜੇ ਆਰਡੀਨੈਂਸ ਪੇਸ਼ ਕੀਤੇ ਗਏ ਨੇ, ਜੇ ਜਥੇਬੰਦੀਆਂ ਨੂੰ ਲੱਗਦਾ, ਪੰਜਾਬ ਦੇ ਕਿਸਾਨਾਂ ਨੂੰ ਲੱਗਦਾ, ਉਹਨਾਂ ਦੀ ਗੱਲ ਸੁਣਨੀ ਬਹੁਤ ਜਾਇਜ਼ ਤੇ ਜ਼ਰੂਰੀ ਹੈ ਜੀ। ਪਰ ਜਿਸ ਮੀਟਿੰਗ ਦੀ ਆਪਾਂ ਗੱਲਬਾਤ ਕਰ ਰਹੇ ਹਾਂ, ਉਹਨਾਂ ਨੇ ਮੀਟਿੰਗ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੀਤੀ ਹੈ। ਉਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕੀਤਾ, ਇਹ ਤਾਂ ਬਹੁਤ ਅਹਿਮ ਨੇ। SYL ਦੇ ਪਾਣੀਆਂ ਦੀ ਜਾਂ ਮੁੱਦੇ ਦੀ ਉਸ ਵਕਤ ਦੀ ਗੱਲ ਕੀਤੀ ਹੈ। ਅੱਗੇ ਆਪਾਂ ਨੂੰ ਪਤਾ ਹੈ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਖਿਲਾਫ ਸਖਤ ਸਟੈਂਡ ਲਿਆ ਕਿ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਜਾਣ ਦੇਣਾ ਜੀ, ਪਰ ਗੱਲਾਂ ਕਿਤੇ ਨਾ ਕਿਤੇ ਸਿਰਫ ਸਿੰਬੋਲਿਕ ਨੇ। ਉਹਦੇ ਤੋਂ ਬਾਅਦ ਬਹੁਤ ਵਾਰੀ ਇਹ ਮੁੱਦਾ ਫੇਰ ਉੱਠ ਕੇ ਖੜਾ ਹੋਇਆ। ਕਈਆਂ ਥਾਵਾਂ ਦੇ ਉੱਤੋਂ SYL ਨਹਿਰ ਲੋਕਾਂ ਨੇ ਕਰਾਹ ਮਾਰ ਕੇ ਭਰ ਵੀ ਦਿੱਤੀ ਜੀ, ਕਈਆਂ ਦੇ ਉੱਤੇ ਕੇਸ ਵੀ ਫਿਰ ਮਾਮਲਾ ਫੇਰ ਠੰਡਾ ਹੋ ਗਿਆ। ਹੁਣ ਜਿਹੜਾ ਮਾਮਲਾ ਖੜਾ ਹੋਇਆ, ਸਰਬ ਪਾਰਟੀ ਮੀਟਿੰਗ ਦੇ ਵਿੱਚ 2 ਪਾਰਟੀਆਂ ਦਾ ਆਪਾਂ ਜ਼ਿਕਰ ਪਹਿਲਾਂ ਵੀ ਕਈ ਵਾਰੀ ਕੀਤਾ ਕਿ BJP ਤੇ ਭਾਜਪਾ, ਜਿਨ੍ਹਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੈ, ਉਹਨਾਂ ਦੀ ਪਾਰਟੀਆਂ ਦਾ ਜਿਹੜਾ ਵਿਰੋਧ ਸੀ ਆਪਣੀ ਪਾਰਟੀ ਕਰਕੇ ਉਹਨਾਂ ਨੂੰ ਲੱਗਦਾ ਕਿ ਸਾਡਾ ਇਹ ਵਿਰੋਧ ਜਾਇਜ਼ ਹੈ। ਪਰ ਹੋ ਸਕਦਾ ਪੰਜਾਬ ਦੇ ਵਿੱਚ ਭਾਜਪਾ ਨੂੰ ਤੇ ਅਕਾਲੀ ਦਲ ਨੂੰ ਇਹਦਾ ਖਮਿਆਜ਼ਾ ਆਉਣ ਵਾਲੀ 2022 ਦੀ ਵਿਧਾਨ ਸਭਾ ਚੋਣ ਦੇ ਵਿੱਚ ਭੁਗਤਣਾ ਪੈ ਜਾਏ ਜੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਹੈ। ਉਹ ਕਹਿੰਦੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮੈਂ ਉਸ ਵੇਲੇ ਪਾਣੀਆਂ ਦੇ ਮੁੱਦੇ ਤੇ ਸਟੈਂਡ ਲਿਆ ਸੀ ਨਾ, ਇਸ ਵਕਤ ਸਾਨੂੰ ਸਾਰੀਆਂ ਸਿਆਸੀ ਧਿਰਾਂ ਨੂੰ ਆਪਣੇ ਸਿਆਸੀ ਮਫਾਦ ਇੱਕ ਪਾਸੇ ਰੱਖ ਦੇਣੇ ਚਾਹੀਦੇ ਨੇ। ਸਾਨੂੰ ਇਕਜੁੱਟ ਤੇ ਇੱਕ ਮੁੱਠਤਾ ਦਾ ਸਬੂਤ ਦੇ ਕੇ ਕੇਂਦਰ ਸਰਕਾਰ ਨੂੰ ਸਪਸ਼ਟ ਸੁਨੇਹਾ ਦੇਣਾ ਪਊਗਾ ਕਿ ਅਸੀਂ ਪੰਜਾਬ ਦੇ ਕਿਸਾਨੀ ਨੂੰ ਲੈ ਕੇ, ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਸਾਰੇ ਇੱਕਮਿਕਾਂ। ਪਰ ਹੁਣ ਇੱਕਮਿਕ ਉਹਨਾਂ ਦੇ ਕਿਹਾਂ ਤੋਂ ਇਹ ਹੋਣਾ ਨਹੀਂ ਕੰਮ।
ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਚੈਲੰਜ ਸੁਖਬੀਰ ਬਾਦਲ ਕਰੀ ਜਾ ਰਹੇ ਨੇ ਕਿ ਜਿਹੜਾ ਇਸ ਵਕਤ ਆਰਡੀਨੈਂਸ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਕਹਿੰਦੀ ਹੈ ਇਹ ਤੁਹਾਡੀ ਪਾਰਟੀ ਤੇ ਤੁਸੀਂ ਵੀ ਕਰਦੇ ਰਹੇ ਹੋ, ਤੁਸੀਂ ਵੀ ਕਹਿੰਦੇ ਰਹੇ ਹੋ, ਉਹਦਾ ਹਾਲੇ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਨਹੀਂ ਦਿੱਤਾ ਜੀ। ਇੱਕ ਗੱਲ ਇਹ ਵੀ ਮੰਨਣੀ ਪਊ ਕਿ ਸੁਖਬੀਰ ਬਾਦਲ ਨੂੰ ਲੈ ਕੇ ਹੁਣ ਬੈਂਸ ਭਰਾਵਾਂ ਨੇ ਵੀ ਘੇਰਿਆ ਕਿ ਐਮਐਸਪੀ ਦੇ ਮੁੱਦੇ ਦੇ ਉੱਤੇ ਗੋਲ ਗੱਲਾਂ ਕਰਕੇ ਨਹੀਂ ਸਰਨਾ, ਜਾਂ ਆਰ ਹੋਵੋ ਜਾਂ ਪਾਰ ਹੋਵਾ, ਵਿਚਕਾਰ ਕੁਝ ਨਹੀਂ ਹੋਣਾ ਜੀ। ਇੱਕ ਗੱਲ ਇਹ ਵੀ ਮੰਨਣੀ ਪਊ, ਤੁਸੀਂ ਸੜਕਾਂ ਦਾ ਜ਼ਿਕਰ ਕੀਤਾ, ਮੰਡੀਕਰਨ ਬੋਰਡ ਦਾ ਲਗਭਗ 3900 ਕਰੋੜ ਰੁਪਏ ਦਾ ਨੁਕਸਾਨ ਹੋਣਾ। ਸੋ ਇਹ ਗੱਲ ਮੰਨ ਕੇ ਚੱਲਣੀ ਪਊ ਕਿ ਜਿਹੜੀਆਂ ਸਾਨੂੰ ਸੜਕਾਂ ਵੇਖਣ ਨੂੰ ਮਿਲਦੀਆਂ ਨੇ ਉਹਨਾਂ ਵਿੱਚੋਂ ਕੁਛ ਇੱਕ ਸੜਕਾਂ ਉਹ ਨੇ ਜਿਨ੍ਹਾਂ ਦੇ ਵਿਚਕਾਰ ਚਿੱਟੀ ਪੱਟੀ ਵਾਲੀਆਂ ਲੋਕ ਸੜਕਾਂ ਕਹਿ ਦਿੰਦੇ ਨੇ, ਜਿਹੜੀ ਪ੍ਰਧਾਨ ਮੰਤਰੀ ਯੋਜਨਾ ਅਧੀਨ ਹੈ ਜੀ। ਪਰ ਬਾਕੀ ਪੰਜਾਬ ਦੀਆਂ ਬਹੁਤੀਆਂ ਸੜਕਾਂ ਪੰਜਾਬ ਮੰਡੀਕਰਨ ਬੋਰਡ ਦੇ ਪੈਸੇ ਨਾਲ ਬਣਦੀਆਂ ਨੇ। ਜੇਕਰ ਇਹ ਆਰਡੀਨੈਂਸ ਇਸੇ ਤਰ੍ਹਾਂ ਲਾਗੂ ਕਰ ਦਿੱਤੇ ਗਏ ਤੇ ਬਾਅਦ ਦੇ ਵਿੱਚ ਕਾਨੂੰਨ ਦੇ ਵਿੱਚ ਤਬਦੀਲ ਕਰ ਦਿੱਤੇ ਗਏ 6 ਮਹੀਨਿਆਂ ਦੇ ਅੰਦਰ ਅੰਦਰ, ਤਾਂ ਪੰਜਾਬ ਦੀ ਕਿਸਾਨੀ ਨੂੰ ਵੀ ਖੋਰਾ ਲੱਗਣਾ, ਪੰਜਾਬ ਦੀ ਹੋ ਰਹੀ ਡਿਵੈਲਪਮੈਂਟ ਨੂੰ ਵੀ ਖੋਰਾ ਲੱਗਣਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨ ਕਿਸਾਨੀ ਤਾਂ ਕਰਦੇ ਰਹਿਣਗੇ ਪਰ ਹੋ ਸਕਦਾ ਮਲਕੀਅਤ ਗਵਾਉਣੀ ਪੈ ਜੇ। ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਗੱਲ ਇਹ ਆ ਨਾ ਕਿ ਸਮੱਸਿਆ ਪੈਦਾ ਹੋ ਜਾਂਦੀ ਹੈ, ਘਰ 'ਚ ਵੀ ਹੋ ਜਾਂਦੀ, ਵਿਅਕਤੀਗਤ ਵੀ ਹੋ ਜਾਂਦੀ, ਦੇਸ਼ 'ਚ ਵੀ ਹੋ ਜਾਂਦੀ, ਸੂਬੇ 'ਚ ਵੀ ਹੋ ਜਾਂਦੀ ਜੀ। ਰੌਲਾ ਨੂੰ ਹੱਲ ਕਰਨ ਦਾ ਹੁਣ ਦੇਖੋ ਇੱਥੇ ਕਿੰਨੇ ਲੋਕ ਆਲੇ ਦੁਆਲੇ ਨੇ ਜੀ, ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਜਾਂਦੇ ਆ ਜੀ, ਤੇ ਜਾ ਕੇ ਉਹਨਾਂ ਦੇ ਨਾਲ ਅਟਖੇਲੀਆਂ ਕਰਦੇ ਆ, ਖੇਡਦੇ ਆ ਜੀ, ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ, ਪਰ ਪ੍ਰੋਪਰ ਪਲੈਨਿੰਗ ਨਾ ਆਉਂਦੇ ਆ, ਪੂਰੀ ਯੋਜਨਾਬੰਦੀ ਨਾ ਆਉਂਦੇ ਆ, ਕੱਪੜੇ ਪ੍ਰੋਪਰ ਨੇ, ਹਾਂ ਸਾਰਾ ਕੁਝ ਪ੍ਰੋਪਰ ਹੈ। ਉਹਦਾ ਮਤਲਬ ਬੈਨੀਪਾਲ ਸਾਹਿਬ ਮੇਰੇ ਕਹਿਣ ਦਾ ਇਹ ਸੀ ਕਿ ਪਲੈਨਿੰਗ ਹਰ ਕੰਮ 'ਚ ਜ਼ਰੂਰੀ ਹੈ। ਹੁਣੇ ਜਦੋਂ ਘਰੋਂ ਚੱਲਦੇ ਆ, ਇਹ ਨਹੀਂ ਹੈ ਕਿ ਮੁੜ ਕੇ ਕਿਤੇ ਰੈਸਟੋਰੈਂਟ ਤੇ ਬਹਿ ਕੇ ਰੋਟੀ ਖਾਂਦੇ ਨਾ, ਘਰੋਂ ਲੈ ਕੇ ਆਉਂਦੇ ਆ ਸਾਰਾ ਕੁਝ, ਕੱਪੜੇ ਵੀ ਲੈ ਕੇ ਆਉਂਦੇ ਆ, ਜਿਹੜੇ ਬੂਟ ਪਾ ਕੇ ਇਹਨਾਂ ਨੇ ਪਾਣੀ ਦੇ ਅੰਦਰ ਜਾਣਾ ਜਾਂ ਨੰਗੇ ਪੈਰੀਂ ਜਾਣਾ, ਬਾਅਦ 'ਚ ਤੌਲੀਆ ਚਾਹੀਦਾ ਹੈ ਜਾਂ ਬਾਅਦ ਵਿੱਚ ਬੱਚੇ ਵੀ ਨਾਲ ਆ ਉਹਨਾਂ ਨੂੰ। ਮੈਂ ਕਹਿਣਾ ਆਪਣੇ ਕੈਮਰਾਮੈਨ ਨੂੰ ਉਧਰਲੇ ਪਾਸੇ ਆਪਣੇ ਬਿਲਕੁਲ ਦੇਖੋ, ਛੋਟੇ ਛੋਟੇ ਬੱਚਿਆਂ ਨੂੰ ਉਹ ਦਿਖਾਇਆ ਜਾਵੇ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਕਿ ਨਿੱਕੇ ਬੱਚਿਆਂ ਨੂੰ ਵੀ ਪ੍ਰੋਪਰ ਗੀਅਰ, ਇਹ ਨਹੀਂ ਕਿ ਆਪਦੇ ਕੋਲ ਕੱਪੜੇ ਹੈਗੇ ਬੱਚਿਆਂ ਕੋਲ ਹੈ ਨਹੀਂ। ਹਾਂ ਨਹੀਂ, ਬਿਲਕੁਲ ਸਾਰਾ ਕੁਝ ਪ੍ਰੋਪਰ ਹੈ। ਹੁਣ ਜਦੋਂ ਇਹ ਘਰੋਂ ਪਲੈਨਿੰਗ ਨਾ ਆਉਂਦੀ, ਇਹਨਾਂ ਨੂੰ ਪਤਾ ਹੁੰਦਾ ਕਿੰਨੇ ਵਜੇ ਅਸੀਂ ਸਮੁੰਦਰ ਕੋਲੇ ਪਹੁੰਚਣਾ, ਕਿੰਨੇ ਵਜੇ ਵੱਡੀਆਂ ਛੱਲਾਂ, ਕਿੰਨੇ ਵਜੇ ਛੋਟੀਆਂ ਛੱਲਾਂ। ਉਹਦੇ ਤੋਂ ਬਾਅਦ ਕੱਪੜਿਆਂ ਨੂੰ ਸੁਕਾ, ਜਿਹੜੇ ਗਿੱਲੇ ਕੱਪੜੇ ਆ ਕਿਹੜੇ ਲਿਫਾਫੇ 'ਚ ਪਾ ਕੇ ਗੱਡੀ 'ਚ ਰੱਖਣੇ ਆ, ਕਿਹੜੇ 'ਚ ਨਹੀਂ। ਕੋਈ ਬੰਦਾ ਜੇ ਸਾਈਕਲ ਤੇ ਆਉਂਦਾ ਤਾਂ ਸਾਈਕਲ ਲੱਗਣਾ ਕਿੱਥੇ ਹੈ, ਬਾਅਦ ਵਿੱਚ ਪ੍ਰੋਪਰ ਖਾਣਾ ਬੈਠ ਕੇ ਕਿੱਥੇ ਆ, ਕਿਉਂਕਿ ਘਰੋਂ ਬਣਾ ਕੇ ਲਿਆਉਂਦੇ ਆ। ਇਹ ਅਮੀਰ ਲੋਕ ਨਹੀਂ ਹੈਗੇ, ਸਧਾਰਨ ਲੋਕ ਨੇ ਭਾਈ, ਆਪਣੇ ਵਰਗੇ ਆ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਮ ਕਰਦੇ ਆ, ਸ਼ਨੀਵਾਰ ਐਤਵਾਰ ਇਦਾਂ ਦੇ ਰੰਗ ਤਮਾਸ਼ਿਆਂ ਦੇ ਵਿੱਚ ਰਹਿੰਦੇ ਆ। ਹੁਣ ਬੈਨੀਪਾਲ ਸਾਹਿਬ, ਜੇ ਇੰਨੀ ਛੋਟੇ ਕੰਮ ਦੇ ਲਈ ਯੋਜਨਾ ਬਣਾਉਣੀ ਪੈਂਦੀ ਹੈ ਤਾਂ ਕੀ ਇਦਾਂ ਸੰਭਵ ਨਹੀਂ ਹੈ ਕਿ ਅਸੀਂ ਜਦੋਂ ਪੰਜਾਬ ਵਰਗੇ ਸੂਬੇ ਨੂੰ ਦੇਖਣਾ, ਉੱਥੋਂ ਦੀ ਖੇਤੀਬਾੜੀ ਨੂੰ ਦੇਖਣਾ, ਤਾਂ ਅਸੀਂ ਯੋਜਨਾ ਬਣਾਈਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੰਗਾ ਕੀਤਾ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਮਤਾ ਪਾਸ ਕੀਤਾ ਸੀ, ਪਰ ਉਸ ਮਤੇ ਤੋਂ ਬਾਅਦ ਕੀ ਪੰਜਾਬ ਦੇ ਪਾਣੀ ਪੰਜਾਬ ਨੂੰ ਮਿਲ ਗਿਆ? ਮਸਲਾ ਹੱਲ ਹੋ ਗਿਆ? ਕੇਸ ਤਾਂ ਅਜੇ ਵੀ ਚੱਲੀ ਜਾਂਦਾ ਹੈ, ਪਾਣੀ ਤਾਂ ਅਜੇ ਵੀ ਜਾਈ ਜਾਂਦਾ ਹੈ, ਦਾਵਾ ਹਰਿਆਣੇ ਵਾਲਿਆਂ ਦਾ ਅਜੇ ਵੀ ਹੈਗਾ। ਸੁਪਰੀਮ ਕੋਰਟ ਦੇ ਵਿੱਚ ਉਹ ਮਸਲਾ ਉੱਥੇ ਹੀ ਖੜਾ ਜਿੱਥੇ ਉਦੋਂ ਖੜਾ ਸੀ। ਹੁਣ ਕੀ ਇੱਕ ਵਫਦ ਕੇਂਦਰ ਦੇ ਕੋਲ ਲਿਜਾਣ ਦੇ ਨਾਲ ਮਸਲਾ ਹੱਲ ਹੋ ਜੂ, ਜਾਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਨ ਦੇ ਨਾਲ ਮਸਲਾ ਹੱਲ ਹੋ ਜੂ? ਜੇ ਇਹ ਕੇਵਲ ਤੇ ਕੇਵਲ ਇੱਕ ਕਦਮ ਹੈ ਜਿਹੜਾ ਚੁੱਕਿਆ ਜਾ ਸਕਦਾ ਹੈ, ਇਹਦੇ ਤੋਂ ਇਲਾਵਾ ਸਾਨੂੰ ਕੀ ਕਰਨ ਦੀ ਲੋੜ ਹੈ? ਜੇ ਅਕਾਲੀ ਦਲ ਜਾਂ ਭਾਜਪਾ ਵਾਲੇ ਕਹਿੰਦੇ ਆ ਕਿ ਘੱਟੋ ਘੱਟ ਕੀਮਤ ਖਤਮ ਨਹੀਂ ਹੋਣੀ, ਜੇ ਇਸ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਨਾ ਮੰਡੀਆਂ ਦੇ ਵਿੱਚੋਂ ਖਰੀਦ ਖਤਮ ਹੋਣੀ ਆ ਤੇ ਨਾ ਬਾਕੀ ਕੁਝ, ਘੱਟੋ ਘੱਟ ਆਥੈਂਟਿਕ ਤਰੀਕੇ ਦੇ ਨਾਲ ਅਕਾਲੀ ਦਲ ਵੀ ਆਪਣੇ ਦਸਤਾਵੇਜ਼ੀ ਸਬੂਤ ਲਿਆਵੇ ਤੇ ਇਧਰਲੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀਆਂ ਹਾਮੀ ਪਾਰਟੀਆਂ ਵੀ ਸਬੂਤ ਲਿਆਉਣ। ਪਰ ਇੱਕ ਗੱਲ ਪੱਕੀ ਹੈ ਬੈਨੀਪਾਲ ਸਾਹਿਬ, ਸਾਡੇ ਕੋਲੇ ਉਦਯੋਗ ਹੈ ਨਹੀਂਗੇ, ਸਾਡੇ ਕੋਲੇ ਸਮੁੰਦਰੀ ਬੰਦਰਗਾਹ ਹੈ ਨਹੀਂ, ਸਾਡੇ ਕੋਲੇ ਟੂਰਿਜ਼ਮ ਉਹਨਾਂ ਹੈ ਨਹੀਂ। ਜਦੋਂ ਸਾਡੇ ਕੋਲੇ ਖਣਿਜ ਪਦਾਰਥ ਵੀ ਨਹੀਂ, ਟੂਰਿਜ਼ਮ ਵੀ ਨਹੀਂ, ਉਦਯੋਗ ਵੀ ਨਹੀਂ, ਅਸੀਂ ਤਾਂ ਨਿਰਭਰ ਹੀ ਖੇਤੀ ਤੇ ਕਰਦੇ ਹਾਂ। ਇਸ ਮੌਕੇ ਜੇ ਕਿਸੇ ਵੀ ਪਾਰਟੀ ਨੇ, ਭਾਵੇਂ ਉਹ ਕਪਤਾਨ ਸਾਹਿਬ ਦੀ ਪਾਰਟੀ ਹੈ, ਭਾਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਾਰਟੀ ਹੈ, ਜੇ ਕਿਸੇ ਵੀ ਧਿਰ ਨੇ ਆਪਣੇ ਸਿਆਸੀ ਮਫਾਦ ਸਾਹਮਣੇ ਰੱਖੇ, ਤਾਂ ਅਸੀਂ ਅੱਜ ਸਮੁੰਦਰੀ ਕੰਢੇ ਤੇ ਬੈਠ ਕੇ, ਟਫੀਨੋ ਸ਼ਹਿਰ ਦੇ ਵਿੱਚ ਬੈਠ ਕੇ, ਜਿਹਦੇ ਤੋਂ ਅੱਗੇ ਸਿੱਧਾ ਜਾਪਾਨ ਆਉਂਦਾ ਹੈ, ਇਸ ਗੱਲ ਦਾ ਦਾਅਵਾ ਕਰਨ ਜੋਗੇ ਹਾਂ ਕਿ ਜੇ ਖੇਤੀਬਾੜੀ ਦੇ ਪੱਲੇ ਵੀ ਕੱਖ ਨਹੀਂ ਰਿਹਾ, ਨਾ ਕਿਸਾਨ ਬਚਣਾ ਹੈ, ਨਾ ਮਜ਼ਦੂਰ ਬਚਣਾ ਹੈ, ਇਹਨਾਂ ਦੋਨਾਂ ਕੋਲ ਪੈਸੇ ਨਾ ਬਚੇ ਤਾਂ ਵਪਾਰੀ ਦੇ ਕੋਲ, ਦੁਕਾਨਦਾਰ ਦੇ ਕੋਲ, ਸ਼ੋਰੂਮ ਦੇ ਮਾਲਕ ਦੇ ਕੋਲ ਸਮਾਨ ਲੈਣ ਕਿਹਨੇ ਜਾਣਾ ਹੈ? ਬਹੁਤ ਗੰਭੀਰਤਾ ਦੀ ਲੋੜ ਹੈ, ਸਿਆਸੀ ਚਪਲਾ ਇੱਕ ਦੂਜੇ ਨਾਲ ਸਿੱਟਣ ਦੀ ਲੋੜ ਨਹੀਂ। ਬਾਠ ਸਾਹਿਬ, ਪੰਜਾਬ ਦਾ ਜਿਹੜਾ ਨਾ ਮੁੱਖ ਕਿੱਤਾ ਜਾਂ ਮੁੱਖ ਧੰਦਾ ਉਹ ਖੇਤੀਬਾੜੀ ਹੈ ਜੀ। ਜੇ ਹੁਣ ਆਪਾਂ ਕਹਿੰਦੇ ਆ ਕਿ ਸਰੀਰ ਦੇ ਅੰਗ ਲਗਭਗ ਸਾਰੇ ਬਹੁਤ ਜ਼ਰੂਰੀ ਨੇ, ਕਿਸੇ ਵੀ ਅੰਗ ਦੇ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ, ਪਰ ਜੇਕਰ ਅਸੀਂ ਕਹਿੰਦੇ ਆ ਕਿ ਜੇ ਬੈਕਬੋਨ ਹੈ, ਆਪਾਂ ਕਹਿ ਰਹੇ ਨੇ ਜੇ ਹੁਣ ਸਾਡੀ ਬੈਕਬੋਨ ਹੀ ਤੋੜ ਦਿੱਤੀ ਜਾਵੇ, ਸਾਡੀ ਰੀੜ੍ਹ ਦੀ ਹੱਡੀ ਹੀ ਡੈਮੇਜ ਕਰ ਦਿੱਤੀ ਜਾਵੇ, ਸਾਡੀ ਸਪਾਈਨ ਹੀ ਡੈਮੇਜ ਕਰ ਦਿੱਤੀ ਜਾਵੇ, ਨਾ ਬੰਦਾ ਤੁਰ ਸਕਦਾ, ਨਾ ਬੰਦਾ ਬੈਠ ਸਕਦਾ, ਮੇਰੇ ਖਿਆਲ ਦੇ ਵਿੱਚ ਬੰਦਾ ਉਮਰ ਭਰ ਵਾਸਤੇ ਨਕਾਰਾ ਹੈ। ਹੁਣ ਪੰਜਾਬ ਦੀ ਬੈਕਬੋਨ ਹੈ, ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਕਿਸਾਨੀ ਜੀ। ਕਿਸਾਨੀ ਦੇ ਨਾਲ ਮਜ਼ਦੂਰ ਵੀ ਜੁੜੇ ਹੋਏ, ਵਪਾਰੀ ਵੀ ਜੁੜੇ ਹੋਏ ਆ।
ਲਗਭਗ ਹਰ ਵਰਗ, ਹਰ ਕਿੱਤਾ ਤੇ ਹਰ ਖਿੱਤਾ ਜੇਕਰ ਖੁਸ਼ਹਾਲ ਹੋਣਾ ਚਾਹੁੰਦਾ ਹੈ, ਤਰੱਕੀ ਕਰਨਾ ਚਾਹੁੰਦਾ ਹੈ ਜਾਂ ਪੰਜਾਬ ਆਪਣੇ ਪੈਰਾਂ ਤੇ ਖੜਾ ਰਹਿਣਾ ਚਾਹੁੰਦਾ ਹੈ ਜੀ, ਤਾਂ ਕਿਸਾਨੀ ਨੂੰ ਬਚਾਉਣਾ ਬਹੁਤ ਲਾਜ਼ਮੀ ਹੈ। ਇਸ ਵਕਤ ਪੰਜਾਬ ਦੀਆਂ ਦੋਵੇਂ ਚੀਜ਼ਾਂ ਖਤਰੇ ਵਿੱਚ ਨੇ। ਪੰਜਾਬ ਦੀ ਜਵਾਨੀ ਵੀ ਖਤਰੇ 'ਚ ਹੈ ਤੇ ਪੰਜਾਬ ਦੀ ਕਿਸਾਨੀ ਵੀ ਖਤਰੇ ਵਿੱਚ ਹੈ। ਜੇ ਤਾਂ ਅਸੀਂ ਬਣਾਉਣਾ ਗੱਲਾਂ ਦਾ ਕੜਾ, ਮਤਾ ਅਸੀਂ ਪਹਿਲਾਂ ਪਾਣੀਆਂ ਵਾਲਾ ਵੀ ਪੇਸ਼ ਕਰ ਦਿੱਤਾ ਸੀ, ਮਤਾ ਅਸੀਂ ਹੁਣ ਵੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਪਾਸ ਕਰ ਦੇਣਾ। ਅਸੀਂ ਦਿੱਲੀ ਵਫਦ ਵੀ ਲੈ ਕੇ ਚਲੇ ਜਾਵਾਂਗੇ, ਪਰ ਉਹ ਵਫਦ ਤੋਂ ਬਾਅਦ ਲੋਕ ਰਿਜ਼ਲਟ ਭਾਲਦੇ ਨੇ, ਲੋਕ ਨਤੀਜੇ ਭਾਲਦੇ ਨੇ। ਹੁਣ ਜਦੋਂ ਭਾਵੇਂ ਚੋਣ ਪਹਿਲੀ ਆਈ ਸੀ 2017 ਦੀ, ਭਾਵੇਂ ਆਵੇ 2022 ਵਾਲੀ, ਵਾਅਦੇ ਉਦੋਂ ਵੀ ਕੀਤੇ ਸੀ, ਵਾਅਦੇ ਉਹਨਾਂ ਤੋਂ ਪਹਿਲਾਂ ਵੀ ਕੀਤੇ ਸੀ ਤੇ ਵਾਅਦੇ ਆਉਣ ਵਾਲੇ ਸਮੇਂ ਵਿੱਚ ਵੀ ਕਰਨੇ ਆ। ਜੇ ਹੁਣ ਅਸੀਂ ਵਾਅਦੇ ਹੀ ਕਰਨੇ ਆ, ਇਕੱਲੇ ਵਾਅਦੇ ਤੋੜ ਨਿਭਾਉਣੇ ਨਹੀਂ, ਤਾਂ ਲੋਕਾਂ ਨੇ ਵੀ ਸਵਾਲ ਪੁੱਛਣੇ ਨੇ ਤੇ ਭਵਿੱਖ ਨੇ ਵੀ ਸਵਾਲ ਪੁੱਛਣੇ ਨੇ। ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਕਿਸਾਨੀ ਦੀ। ਕਿਸਾਨੀ ਨੂੰ ਬਚਾਉਣ ਵਾਸਤੇ ਪੰਜਾਬ ਸਰਕਾਰ ਦਾ ਯਤਨ ਚੰਗਾ ਹੈ, ਪਰ ਇਹ ਯਤਨ ਸਿਰਫ ਇਹ ਨਹੀਂ ਕਿ ਇੱਕ ਵਾਰੀ ਅਸੀਂ ਅੱਖਾਂ ਪੂੰਝ ਦਿੱਤੀਆਂ, ਮਾਮਲਾ ਗਰਮ ਸੀ, ਉਹਦੇ ਉੱਤੇ ਥੋੜਾ ਜਿਹਾ ਥੌੜਾ ਮਾਰ ਦਿੱਤਾ, ਆਪਣੀ ਮਨਪਸੰਦ ਦਾ ਕੋਈ ਹਥਿਆਰ ਬਣ ਗਿਆ ਤੇ ਹਥਿਆਰ 5 ਸਾਲ ਵਰਤੀ ਗਏ। ਉਹਦੇ ਨਾਲ ਗੱਲ ਨਹੀਂ ਬਣਨੀ। ਇੱਕ ਮੁੱਦੇ ਨੂੰ ਜਿੰਨੀ ਦੇਰ ਤੱਕ ਸੁਲਝਦਾ ਨਹੀਂ, ਜਿੰਨੀ ਦੇਰ ਤੱਕ ਨਤੀਜੇ ਨਹੀਂ ਆਉਂਦੇ, ਮੈਨੂੰ ਲੱਗਦਾ ਉਹਦੇ ਪਿੱਛੇ ਹੱਥ ਧੋ ਕੇ ਨਹੀਂ, ਨਹਾ ਕੇ ਪੈ ਰਹਿਣਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਅਸੀਂ ਜਵਾਬ ਦੇਣ ਜੋਗੇ ਹੋਈਏ। ਹੁਣ ਪਾਣੀਆਂ ਦੇ ਮੁੱਦੇ ਤੇ ਆਪਾਂ ਸ਼ਲਾਘਾ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਸਟੈਂਡ ਲੈ ਲਿਆ ਸੀ। ਰਿਜ਼ਲਟ ਕੀ ਹੈ, ਨਤੀਜਾ ਕੀ ਹੈ? ਇਹਦੇ ਨਾਲ ਹੋਰ ਬਹੁਤ ਸਾਰੇ ਮੁੱਦੇ ਨੇ। ਆਪਾਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਾ, ਬਹੁਤ ਵੱਡੀਆਂ ਵੱਡੀਆਂ ਤਕਰੀਰਾਂ ਹੋਈਆਂ। ਸਾਡੇ ਦਰਸ਼ਕਾਂ ਨੂੰ ਅਸੀਂ ਟਿੱਪਣੀਆਂ ਲੈ ਲੈਂਦੇ ਹਾਂ ਕਿ ਤੁਸੀਂ ਦੱਸ ਦਿਓ ਪੰਜਾਬ ਦੇ ਵਿੱਚ ਤਕਰੀਰਾਂ ਕੀਤੀਆਂ ਕਿ ਅਸੀਂ ਨਸ਼ਾ ਖਤਮ ਕਰਦੇ, ਖਤਮ ਕਰ ਦਿੱਤਾ। ਮਾਈਨਿੰਗ ਦੀ ਗੱਲ ਸੀ ਕਿ ਨਜਾਇਜ਼ ਮਾਈਨਿੰਗ ਰੇਤੇ ਦੀ ਹੋ ਰਹੀ ਹੈ ਜੀ, ਦੱਸ ਦਿਓ ਕਿ ਜਿਹੜੀ 2017 ਦੇ ਵਿੱਚ ਕੈਪਟਨ ਸਾਹਿਬ ਕਹਿੰਦੇ ਸੀ ਕਿ ਅਸੀਂ ਆਹ ਕੰਮ ਖਤਮ ਕਰ ਦਾਂਗੇ, ਖਤਮ ਹੋ ਗਿਆ। ਉਹ ਕਹਿੰਦੇ ਸੀ ਕਿ ਅਸੀਂ ਅਫਸਰਸ਼ਾਹੀ ਨੂੰ ਨੱਥ ਪਾ ਲਿਆਂਗੇ। ਕੀ ਨੱਥ ਪਾ ਲਈ ਹੈ? ਦੇਖੋ, ਕਹਿਣਾ ਗੱਲ ਹੋਰ ਹੁੰਦੀ ਹੈ, ਕਰਨੀ ਗੱਲ ਹੋਰ ਹੁੰਦੀ ਹੈ। ਮੈਨੂੰ ਲੱਗਦਾ ਕਹਿਣੀ ਤੇ ਕਰਨੀ ਦੇ ਵਿੱਚ ਜੇਕਰ ਸਰਕਾਰਾਂ ਦਾ ਫਰਕ ਰਹੂ, ਫਿਰ ਕਿਸਾਨ ਨੇ ਵੀ, ਜਵਾਨ ਨੇ ਵੀ ਚੱਕੀ ਦੇ ਵਿੱਚ ਪਿਸਦੇ ਰਹਿਣਾ। ਬਿਲਕੁਲ ਬੈਨੀਪਾਲ ਸਾਹਿਬ, ਟਿੱਪਣੀਆਂ ਦਰਸ਼ਕਾਂ ਨੇ ਕਰ ਦੇਣੀਆਂ। ਆਪਾਂ ਬੜੀ ਛੇਤੀ ਕਰੋਨਾ ਵਾਇਰਸ ਵੱਲ ਵਧਣਾ ਜੀ, ਰਾਮਦੇਵ ਦੀ ਦਵਾਈ ਵੱਲ ਵਧਣਾ ਜੀ, ਭਾਰਤ ਦੇ ਵਿੱਚ ਕੇਸ ਕਿੰਨੇ ਹੋਏ ਆ ਉਹਦੇ ਵੱਲ ਵਧਣਾ। ਖਤਰਾ ਤਾਂ ਨਹੀਂ ਕਿਤੇ ਬਹੁਤਾ ਜ਼ਿਆਦਾ, ਗੱਲ ਉਹਦੀ ਕਰਨੀ ਹੈ। ਪਰ ਨਾਲ ਦੀ ਨਾਲ ਦਰਸ਼ਕਾਂ ਦੇ ਨਾਲ ਇਸ ਗੱਲ ਦੀ ਸਾਂਝ ਆਪਾਂ ਦੋਨਾਂ ਭਰਾਵਾਂ ਨੇ ਪਾਉਣੀ ਜ਼ਰੂਰ ਹੈ ਕਿ ਤੁਹਾਨੂੰ ਅੱਜ ਦੇ ਪ੍ਰਾਈਮ ਫੋਕਸ ਦੇ ਵਿੱਚ ਦ੍ਰਿਸ਼ ਕਿਹੋ ਜਿਹਾ ਲੱਗ ਰਿਹਾ। ਆਲੇ ਦੁਆਲੇ ਲੋਕ ਜਿਸ ਤਰੀਕੇ ਸਮੁੰਦਰ ਦੇ ਵਿੱਚ ਖੇਡਾਂ ਖੇਡ ਰਹੇ ਨੇ, ਪਰਿਵਾਰਾਂ ਸਮੇਤ ਆ ਕੇ ਖੇਡ ਰਹੇ ਆ, ਉਹ ਦ੍ਰਿਸ਼ ਕਿਵੇਂ ਦੇ ਲੱਗ ਰਹੇ ਆ ਤੁਹਾਨੂੰ? ਆਲੇ ਦੁਆਲੇ ਦਾ ਹਿਸਾਬ ਕਿਤਾਬ ਕਿਵੇਂ ਦਾ ਲੱਗਦਾ ਹੈ? ਇਹ ਟਿੱਪਣੀਆਂ ਅਸੀਂ ਤੁਹਾਡੇ ਕੋਲੋਂ ਇਸ ਕਰਕੇ ਭਾਲਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਟੂਡੀਓ ਤੋਂ ਬਾਹਰ ਜਾ ਕੇ ਪ੍ਰੋਗਰਾਮ ਤਾਂ ਕਰਾਂਗੇ ਜੇ ਤੁਹਾਨੂੰ ਇਹ ਸਾਰਾ ਕੁਝ ਠੀਕ ਲੱਗਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਦਾਂ ਨਹੀਂ ਸਟੂਡੀਓ ਦੇ ਵਿੱਚੋਂ ਪ੍ਰੋਗਰਾਮ ਹੋਣੇ ਚਾਹੀਦੇ ਆ, ਤਾਂ ਅਸੀਂ ਤੁਹਾਡੇ ਨਾਲ ਸਹਿਮਤ ਹੋਵਾਂਗੇ। ਪਰ ਇੱਕ ਗੱਲ ਬੇਹੱਦ ਇੰਪੋਰਟੈਂਟ ਹੈ, ਬਹੁਤ ਮਹੱਤਵਪੂਰਨ ਹੈ ਕਿ ਸਾਨੂੰ ਦੁਨੀਆ ਦਾ ਆਲਾ ਦੁਆਲਾ ਦੇਖਣਾ ਪਊਗਾ। ਸਾਰੀ ਦੁਨੀਆ ਨਾ ਅਸੀਂ ਦੇਖ ਸਕਦੇ ਹਾਂ, ਨਾ ਤੁਸੀਂ ਦੇਖ ਸਕਦੇ ਹਾਂ, ਪਰ ਜਿਹੜਾ ਵੀ ਕੋਈ ਮਾਧਿਅਮ ਜਿਹੜੇ ਵੀ ਤਰੀਕੇ ਨਾਲ ਮਿਲਦਾ ਹੈ, ਉਧਰਲੇ ਪਾਸੇ ਨੂੰ ਵਧੋ ਜ਼ਰੂਰ। ਪੰਜਾਬ ਵਾਲੇ ਖਾਸ ਤੌਰ ਦੇ ਉੱਤੇ ਦੱਸਣ, ਤੁਸੀਂ ਸਮੁੰਦਰੀ ਕੰਢੇ ਦੇਖੇ ਹੋਣੇ ਆ, ਮੁੰਬਈ ਕੋਈ ਗਿਆ ਹੋਏਗਾ, ਕੋਈ ਅਰਬ ਦੇਸ਼ਾਂ ਦੇ ਵਿੱਚ ਗਿਆ ਹੋਣਾ, ਪਰ ਇਦਾਂ ਦੇ ਖੌਲਦੇ ਪਾਣੀ ਵਾਲੇ ਸਮੁੰਦਰੀ ਕੰਢੇ ਘੱਟ ਹੁੰਦੇ ਆ, ਵੱਡੀਆਂ ਲਹਿਰਾਂ ਵਾਲੇ ਕੰਢੇ ਘੱਟ ਹੁੰਦੇ ਆ। ਇਸੇ ਕਰਕੇ ਵਿਸ਼ੇਸ਼ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਇੱਥੇ ਖੇਡੀਆਂ ਜਾਂਦੀਆਂ। ਹੋ ਸਕਦਾ ਤੁਹਾਨੂੰ ਆਵਾਜ਼ ਦੀ ਡਿਸਟਰਬੈਂਸ ਹੋਵੇ, ਹੋ ਸਕਦਾ ਕਿ ਸਮੁੰਦਰੀ ਲਹਿਰਾਂ ਦੀ ਆਵਾਜ਼ ਆਵੇ, ਕਦੇ ਕਦੇ ਹੈਲੀਕਾਪਟਰ ਆਉਂਦੇ ਨੇ ਉਹਦੀ ਆਵਾਜ਼ ਆਵੇ, ਕਦੇ ਕਦੇ ਆਲੇ ਦੁਆਲੇ ਲੋਕ ਨੇ ਉਹਦੀ ਆਵਾਜ਼ ਆਵੇ, ਪਰ ਕੋਈ ਗੱਲ ਨਹੀਂ। ਹੁਣ ਆਪਾਂ ਚੱਲਦੇ ਹਾਂ ਕਰੋਨਾ ਵਾਇਰਸ ਵੱਲ। ਬੈਨੀਪਾਲ ਸਾਹਿਬ, ਗੱਲ ਇਹ ਹੈ, ਭਾਰਤ ਦੇ ਵਿੱਚ 21,000 ਤੋਂ ਵੱਧ ਮਾਮਲੇ 24 ਘੰਟਿਆਂ 'ਚ ਆਏ ਜੀ। ਇਹ ਪਹਿਲੀ ਵਾਰ ਹੈ। ਅਸੀਂ 10, 11, 12, 13,000 ਤੱਕ ਰੁਕੇ ਹੋ ਸੀ, ਫਿਰ ਰੋਜ਼ 15,000, 16, 18, 19, ਪਰ 21,000 ਮਾਮਲਿਆਂ ਦਾ ਹਰ ਰੋਜ਼ ਸਾਹਮਣੇ ਆਉਣਾ, ਇਹਦਾ ਮਤਲਬ ਹੈ ਕਿ ਬੜੀ ਜਲਦੀ ਅਸੀਂ 24,000 ਤੱਕ ਪਹੁੰਚ ਜਾਾਂਗੇ। ਜੇ 24,000 ਤੱਕ ਪਹੁੰਚਦੇ ਆ ਤਾਂ 1 ਘੰਟੇ ਦੇ ਵਿੱਚ 1,000 ਮਾਮਲਾ ਔਸਤਨ ਹੋ ਜਾਣਾ। 900 ਮਾਮਲੇ ਤਾਂ ਹੁਣ ਵੀ ਆਉਂਦੇ ਆ। ਕੁੱਲ ਮਿਲਾ ਕੇ 92-93 ਲੱਖ ਤੋਂ ਵੱਧ ਕੁੱਲ ਟੈਸਟ ਹੋ ਚੁੱਕੇ ਆ ਜੀ। ਜੇ ਸਾਡੇ ਕੋਲੇ 6.25 ਲੱਖ ਤੋਂ ਵੱਧ ਕੇਸ ਹੈ, ਇਹਦਾ ਮਤਲਬ ਹੈ ਕਿ 6% ਤੋਂ ਵੀ ਵੱਧ ਲੋਕ ਕਰੋਨਾ ਵਾਇਰਸ ਦੇ ਪੋਜ਼ਿਟਿਵ ਨੇ ਜੀ, ਜਿੰਨਿਆਂ ਦੇ ਅਸੀਂ ਟੈਸਟ ਕੀਤੇ ਆ। ਇਹ ਕੋਈ ਛੋਟੀ ਗੱਲ ਨਹੀਂ, ਇਹ ਵੱਡੀ ਗੱਲ ਹੈ। ਪੰਜਾਬ 'ਚੋਂ ਵੀ ਕੇਸ ਆ ਰਹੇ ਆ, ਮਹਾਰਾਸ਼ਟਰ ਤੋਂ ਬਹੁਤ ਕੇਸ ਨੇ, 18,000 ਦੇ ਕਰੀਬ ਸਾਡੇ ਕੋਲੇ ਮੌਤਾਂ ਨੇ ਕੁੱਲ ਮਿਲਾ ਕੇ ਸਾਰੇ ਇੰਡੀਆ 'ਚ। ਉਹਦੇ ਵਿੱਚੋਂ 8,000 ਤੋਂ ਵੱਧ ਮੌਤਾਂ ਮਹਾਰਾਸ਼ਟਰ 'ਚ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਲਗਾਤਾਰ ਬਹੁਤ ਸਾਰੀਆਂ ਚੀਜ਼ਾਂ ਖੋਲ੍ਹ ਰਹੇ ਹਾਂ, ਪਾਬੰਦੀਆਂ ਹਟਾ ਰਹੇ ਹਾਂ, ਟੈਸਟ ਵੱਧ ਰਹੇ ਨੇ, ਕਰੋਨਾ ਵਾਇਰਸ ਦੇ ਪੋਜ਼ਿਟਿਵ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਪਰ ਆਮ ਲੋਕਾਂ ਨੂੰ ਸਾਵਧਾਨੀ ਰੱਖਣ ਦੀ ਲੋੜ ਹੈ। ਹੁਣ ਇੱਕ ਅਹਿਮ ਗੱਲ ਜਿਹੜੀ ਕਿ ਭਾਰਤ ਦੇ ਬੱਚੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਰਾਮਦੇਵ ਨੇ ਦਾਅਵਾ ਕੀਤਾ ਸੀ ਬਕਾਇਦਾ
ਮੇਜ਼ਾਂ ਦੇ ਉੱਤੇ ਖੜੇ ਹੋ ਕੇ, ਮੈਂ ਸਟੇਜ ਸ਼ਬਦ ਨਹੀਂ ਵਰਤਣਾ, ਆ ਤੁਸੀਂ ਚੰਗਾ ਕੀਤਾ। ਮੇਜ਼ਾਂ ਦੇ ਉੱਤੇ ਖੜ ਕੇ ਮੀਡੀਆ ਉੱਥੇ ਮੌਜੂਦ ਸੀ, ਲੋਕ ਉੱਥੇ ਮੌਜੂਦ ਸੀ ਕਿ ਭਾਈ ਅਸੀਂ ਕਰੋਨਾ ਵਾਇਰਸ ਦੀ ਦਵਾਈ ਬਣਾਈ ਜੀ। ਜਦੋਂ ਲੋਕਾਂ ਨੇ ਪਾਇਆ ਰੌਲਾ, ਮੀਡੀਆ ਹਾਊਸਸ ਨੇ ਚੱਕ ਲਿਆ ਪਾ ਕੇ ਕਿ ਭਾਈ ਤੂੰ ਕਿਵੇਂ ਬਣਾਤੀ ਦਵਾਈ। ਰਾਜਸਥਾਨ ਦੀ ਸਰਕਾਰ ਨੇ ਵੀ ਕਿਹਾ ਕਿ ਸਾਡੇ ਤੋਂ ਬਿਨਾਂ ਪੁੱਛੇ ਤੂੰ ਸਾਡੇ ਸੂਬੇ ਦੇ ਵਿੱਚ ਟਰਾਇਲ ਕਿਵੇਂ ਕਰ ਲੈ, ਜੇ ਕਿਸੇ ਦੀ ਮੌਤ ਹੋ ਜਾਂਦੀ ਜ਼ਿੰਮੇਵਾਰ ਕੌਣ ਸੀ। ਚਲੋ ਜੀ, ਪਤੰਜਲੀ ਵਾਲੇ ਨੇ ਕਹਿਤਾ ਨਾ ਅਸੀਂ ਕਦੇ ਆਖਿਆ ਹੀ ਨਾ ਕਿ ਅਸੀਂ ਕਰੋਨਾ ਵਾਇਰਸ ਦੀ ਦਵਾਈ ਬਣਾਈ ਹੈ। ਹੁਣ ਬੈਨੀਪਾਲ ਸਾਹਿਬ ਜਿਹੜੀ ਦਵਾਈ ਹੈ ਕੋਰੋਨਿਲ, ਜਿਹਦਾ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ 545 ਦੀ ਹਫ਼ਤੇ ਦੀ ਇੱਕ ਕਿੱਟ ਹੈ ਜੀ, ਕਰੋਨਾ ਵਾਇਰਸ ਦੇ ਮਰੀਜ਼ ਜਿਹੜੇ ਹੋ ਜਾਣੇ ਠੀਕ ਹੈ ਜੀ, ਉਹ ਦਵਾਈ ਹੁਣ ਭਾਰਤ ਭਰ ਦੇ ਵਿੱਚ ਵਿਕਣ ਲੱਗੀ ਹੈ ਕਿਉਂਕਿ ਰਾਮਦੇਵ ਹੁਣਾਂ ਨੇ ਮੰਨ ਲਿਆ ਕਿ ਇਮਿਊਨ ਸਿਸਟਮ ਨੂੰ ਠੀਕ ਕਰਦੀ ਹੈ ਦਵਾਈ। ਹੁਣ ਦਵਾਈ ਲੱਗ ਜਾਣੀ ਹੈ ਵਿਕਣ। ਕੀ ਭਾਰਤ ਦੇ ਸਾਰੇ ਲੋਕ ਜਿਨ੍ਹਾਂ ਨੂੰ ਪਹਿਲਾਂ ਪਤਾ ਲੱਗਾ ਸੀ ਕਿ ਪਤੰਜਲੀ ਨੇ ਕਰੋਨਾ ਵਾਇਰਸ ਦੀ ਦਵਾਈ ਬਣਾਈ ਹੈ, ਕੀ ਉਹਨਾਂ ਸਾਰਿਆਂ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਰਾਮਦੇਵ ਤੇ ਉਹਦੀ ਪਤੰਜਲੀ ਨੇ ਖੁਦ ਮੰਨਿਆ ਕਿ ਇਹ ਦਵਾਈ ਕਰੋਨਾ ਵਾਇਰਸ ਦੀ ਨਹੀਂ ਹੈ, ਸਿਰਫ ਇਮਿਊਨ ਸਿਸਟਮ ਨੂੰ ਬੂਸਟ ਕਰਨ ਵਾਲੀ ਦਵਾਈ ਹੈ। ਹੁਣ ਬੈਨੀਪਾਲ ਸਾਹਿਬ ਇੱਥੇ ਇੱਕ ਗੱਲ ਮੰਨ ਕੇ ਚੱਲਣੀ ਪਊਗੀ, ਅਜੇ ਤੱਕ ਵੀ ਪਤੰਜਲੀ ਵਾਲੇ ਕਹੀ ਜਾਂਦੇ ਆ, ਖੁਦ ਰਾਮਦੇਵ ਨੇ ਵੀ 7ਵੇਂ ਦਿਨ ਆ ਕੇ ਕਹਿ ਦਿੱਤਾ ਇਹ ਜੀ ਕਰੋਨਾ ਮੈਨੇਜਮੈਂਟ ਦੀ ਦਵਾਈ ਹੈ। ਭਾਰਤ ਦੇ ਕਿੰਨੇ ਕੁ ਲੋਕ ਨੇ ਜਿਹੜੇ ਕਰੋਨਾ ਦੀ ਮੈਡੀਸਨ, ਕਰੋਨਾ ਦੇ ਕਿਉਰ ਨੂੰ ਤੇ ਕਰੋਨਾ ਦੀ ਮੈਨੇਜਮੈਂਟ ਨੂੰ ਅੱਡ-ਅੱਡ ਕਰਕੇ ਦੇਖ ਸਕਦੇ ਆ। ਭਾਰਤ ਦੇ ਵਿੱਚ ਇਦਾਂ ਦੇ ਲੋਕ ਵੀ ਹੈਗੇ ਆ ਜਿਨ੍ਹਾਂ ਦੇ ਬਾਰੇ ਅਫਵਾਹ ਫੈਲ ਜਾਂਦੀ ਹੈ, ਫਲਾਣੇ ਦਰਖਤ ਤੇ ਠਾ ਖੜੇ ਹੋ ਜਾਓ, ਉੱਥੋਂ ਵਿਸ਼ੇਸ਼ ਕਿਸਮ ਦੇ ਛਿੱਟੇ ਪੈਂਦੇ ਆ, ਤੁਹਾਡਾ ਕਰੋਨਾ ਠੀਕ ਹੋ ਜੂ। ਫਲਾਣੇ ਛੱਪੜ ਦੇ ਵਿੱਚ ਨਹਾ ਲਓ, ਤੁਹਾਨੂੰ ਕਰੋਨਾ ਨਹੀਂ ਹੋਊਗਾ। ਫਲਾਣੇ ਖੜੇ ਪਾਣੀ ਦੇ ਕੋਲੇ ਜਾ ਕੇ ਫਲਾਣੇ ਦੇਵਤਾ ਦੀ ਪੂਜਾ ਕਰੋ, ਤੁਹਾਨੂੰ ਕਰੋਨਾ ਨਹੀਂ ਹੋਊਗਾ। ਇੱਥੇ ਤਾਂ ਨੀਟੂ ਸ਼ਟਰਾਂ ਵਾਲਾ ਵੀ ਕਹੀ ਜਾਂਦਾ ਕਿ ਭਾਈ ਅਸੀਂ ਕਰੋਨਾ ਦੀ ਦਵਾਈ ਬਣਾਈ ਹੈ। ਹੁਣ ਜਦੋਂ ਕੋਰੋਨਿਲ ਦਵਾਈ ਸਾਰੇ ਭਾਰਤ ਦੇ ਪਤੰਜਲੀ ਦੇ ਸਟੋਰਾਂ ਦੇ ਉੱਤੇ ਪਹੁੰਚ ਜਾਣੀ ਹੈ, ਕਿਤੇ ਚੁੱਪ ਚਪੀਤੇ ਕੰਨ ਦੇ ਵਿੱਚ ਫੂਕਾ ਮਾਰ ਕੇ ਕੋਈ ਇਹ ਨਾ ਕਹਿੰਦਾ ਰਵੇ ਕਿ ਖਾ ਲਓ, ਸਰਕਾਰ ਹੀ ਨਹੀਂ ਸੀ ਮੰਨਦੀ, ਕਰੋਨਾ ਠੀਕ ਹੋ ਜਾਂਦਾ। ਇਹ ਸਿਰੇ ਦੀ ਗਲਤ ਗੱਲ ਹੈ, ਲੋਕਾਂ ਦੇ ਵਿੱਚ ਇਹਦੀ ਜਾਣਕਾਰੀ ਜਾਣੀ ਚਾਹੀਦੀ ਹੈ। ਬਾਠ ਸਾਹਿਬ, ਗੱਲਾਂ ਦੋ ਨੇ ਕਿ ਇੱਕ ਤੀਰ ਨਾਲ ਬਾਬਾ ਦੋ ਨਿਸ਼ਾਨੇ ਕਰ ਗਿਆ। ਆਹ ਵਪਾਰੀ ਤਕੜਾ ਹੈ ਜੀ। ਦੇਖੋ, ਪਹਿਲਾਂ ਕੋਰੋਨਲ ਦਵਾਈ ਬਣਾਈ ਜੀ, ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਕਰੋਨਾ ਵਾਇਰਸ ਦੀ ਦਵਾਈ ਹੈ ਤੇ ਇਹਦੇ ਵਿੱਚ 3 ਤਰ੍ਹਾਂ ਦੀਆਂ ਦਵਾਈਆਂ ਨੇ। ਪੂਰੀ ਕਿੱਟ 500 ਤੇ 45 ਰੁਪਈਆਂ ਦੀ ਹੈ। ਉਹਦੇ ਤੋਂ ਬਾਅਦ ਜਦ ਸਵਾਲ ਖੜੇ ਹੋਏ, ਅਦਾਲਤਾਂ ਦੇ ਵਿੱਚ ਕੇਸ ਚਲੇ ਗਏ, ਇਹ ਪਤਾ ਲੱਗਿਆ ਕਿ ਉਹਨਾਂ ਨੇ ਪਲਟੀ ਮਾਰ ਦਿੱਤੀ, ਬਾਜ਼ੀ ਪਲਟ ਗਈ। ਉਹ ਕਹਿੰਦੇ ਨਹੀਂ, ਇਹ ਕਰੋਨਾ ਵਾਇਰਸ ਦੀ ਦਵਾਈ ਨਹੀਂ, ਪਰ ਇਮਿਊਨ ਸਿਸਟਮ ਨੂੰ ਇਹ ਠੀਕ ਕਰਦੀ ਹੈ, ਦਰੁਸਤ ਕਰਦੀ ਹੈ। ਬਾਠ ਸਾਹਿਬ, ਆਪਾਂ ਬਹੁਤ ਸਾਰੇ ਜਿਹੜੇ ਸਿਹਤ ਮਾਹਿਰ ਨੇ, ਡਾਕਟਰ ਨੇ, ਉਹਨਾਂ ਦੇ ਨਾਲ ਕਈ ਵਾਰ ਗੱਲਬਾਤ ਕੀਤੀ ਹੈ। ਉਹ ਕਹਿੰਦੇ ਇਮਿਊਨ ਸਿਸਟਮ ਕੋਈ ਔਨ ਆਫ ਵਾਲੀ ਸਵਿੱਚ ਨਹੀਂ। ਅੱਜ ਤੁਸੀਂ ਦਵਾਈ ਲੈ ਲਈ ਤੇ ਪਰਸੋਂ ਨੂੰ ਕਹੋ ਮੇਰਾ ਇਮਿਊਨ ਸਿਸਟਮ ਠੀਕ ਹੋ ਗਿਆ। ਪਰ ਇਹ ਰਾਮਦੇਵ ਇੱਕ ਵਾਰੀ ਮੈਨੂੰ ਲੱਗਦਾ ਫੇਰ ਸਫਲ ਹੋ ਗਿਆ, ਦੋਵੇਂ ਹੱਥੀ ਲੱਡੂ ਹੋ ਗਏ। ਜਿੰਨੀ ਉਹਨੂੰ ਐਡ ਇਸ ਦਵਾਈ ਦੀ ਕਰਨੀ ਪੈਣੀ ਸੀ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਇਸ ਦਵਾਈ ਨੂੰ ਹਰ ਇੱਕ ਟੀਵੀ ਚੈਨਲ ਨੇ, ਹਰ ਇੱਕ ਅਖਬਾਰ ਨੇ ਕੋਰੋਨਿਲ ਕਰ ਦਿੱਤਾ। ਇਹ ਵੀ ਦੱਸ ਦਿੱਤਾ ਕਿ ਦਵਾਈ ਆ ਗਈ ਹੈ ਪਰ ਕਰੋਨਾ ਵਾਇਰਸ ਦੀ ਨਹੀਂ ਸੀ। ਪਰ ਇਸ ਗੱਲ ਤੋਂ ਇੱਕ ਵਾਰੀ ਪਲਟੀ ਉਹਨੇ ਇਹ ਮਾਰੀ ਕਿ ਕਰੋਨਾ ਵਾਇਰਸ ਦੀ ਨਹੀਂ, ਪਰ ਖੰਘ ਦੀ ਹੈ, ਜ਼ੁਕਾਮ ਦੀ ਹੈ, ਬੁਖਾਰ ਦੀ ਹੈ। ਇਹਦਾ ਮਤਲਬ ਇਹ ਵੀ ਗੱਲ ਜੱਗ ਜ਼ਾਹਰ ਹੈ ਕਿ ਕਰੋਨਾ ਵਾਇਰਸ ਦੇ ਲੱਛਣ ਇਹੀ ਨੇ ਜੀ। ਹੁਣ ਉਹਨੇ ਇਹ ਵੀ ਕਹਿ ਦਿੱਤਾ ਟੇਢੇ ਜਿਹੇ ਵਿੰਗੇ ਢੰਗ ਦੇ ਨਾਲ ਕਿ ਕਰੋਨਾ ਵਾਇਰਸ ਮੈਨੇਜਮੈਂਟ ਦੀ ਦਵਾਈ ਹੈ। ਆਮ ਲੋਕਾਂ ਤੱਕ ਇਹ ਚੰਗੀ ਤਰ੍ਹਾਂ ਗੱਲ ਪਹੁੰਚ ਗਈ ਕਿ ਜੇਕਰ ਤੁਹਾਨੂੰ ਖੰਘ ਹੈ, ਬੁਖਾਰ ਹੈ, ਜ਼ੁਕਾਮ ਹੈ ਤਾਂ ਕੋਰੋਨਲ ਤੁਹਾਡੇ ਵਾਸਤੇ ਕਾਰਗਰ ਸਿੱਧ ਹੋ ਰਹੀ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਇਹ ਬਾਬਾ, ਇਹ ਰਾਮਦੇਵ, ਇਹ ਵਪਾਰੀ, ਇਹ ਲਾਲਾ ਆਪਣੀ ਦਵਾਈ ਵੇਚਣ ਦੇ ਵਿੱਚ ਕਾਮਯਾਬ ਹੋ ਗਿਆ ਜੀ। ਕਿਉਂਕਿ ਬਹੁਤ ਸਾਰੇ ਲੋਕ ਨੇ, ਉਹਨਾਂ ਨੂੰ ਇਹ ਲੱਗਣਾ ਹੈ ਕਿ ਜੇਕਰ ਕਰੋਨਾ ਵਾਇਰਸ ਤੋਂ ਅਸੀਂ ਬਚਾਅ ਕਰਨਾ, ਸਾਨੂੰ ਹੋਵੇ ਹੀ ਨਾ, ਅਸੀਂ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰੀਏ ਤੇ ਆ ਦਵਾਈ ਬਾਬੇ ਵਾਲੀ ਖਾ ਲਈਏ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਤਾਂ ਉੱਥੇ ਇੱਕ ਦਰਖਤ ਹੇਠ ਖੜ੍ਹ ਦਿੰਦੇ ਹਾਂ, ਤੁਹਾਨੂੰ ਪਤਾ ਕਿ ਬੀਤੇ ਦਿਨਾਂ ਦੇ ਵਿੱਚ ਅਸਮਾਨੀ ਬਿਜਲੀ ਡਿੱਗੀ ਜੀ। ਯੂਪੀ ਦੇ ਵਿੱਚ 11 ਬੰਦੇ, ਬਿਹਾਰ ਦੇ ਵਿੱਚ 83 ਬੰਦਿਆਂ ਦੀ ਮੌਤ ਹੋਈ ਸੀ। ਉਹਦੇ ਤੋਂ ਪਹਿਲਾਂ ਮਹੀਨਾ ਕੁ ਪਹਿਲਾਂ ਵੀ ਇੱਕ ਬੰਦੇ ਤੇ ਬਿਜਲੀ ਡਿੱਗੀ ਸੀ ਤੇ ਉਸ ਵਿਅਕਤੀ ਨੂੰ ਪਿੰਡ ਦੇ ਲੋਕਾਂ ਨੇ ਆ ਕੇ ਗੋਹੇ ਦੇ ਵਿੱਚ, ਗੋਬਰ ਦੇ ਵਿੱਚ ਦੱਬ ਦਿੱਤਾ ਜੀ। ਜਦੋਂ ਸਰਕਾਰੀ ਦਰਬਾਰੇ ਪਤਾ ਲੱਗਿਆ ਸੀ ਕਿ ਭਾਈ ਵਿਅਕਤੀ ਦੀ ਇਸ ਤਰੀਕੇ ਨਾਲ ਬਿਜਲੀ ਡਿੱਗੀ ਹੈ, ਉਹ ਝੁਲਸਿਆ ਗਿਆ। ਜਦੋਂ ਆ ਕੇ ਕੱਢ ਕੇ ਉਹਨਾਂ ਨੇ ਦੇਖਿਆ ਉਸ ਦੀ ਮੌਤ ਹੋ ਚੁੱਕੀ ਸੀ। ਉਹਦੇ ਤੋਂ ਬਾਅਦ ਆ ਫੇਰ ਬਿਹਾਰ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ, ਛੱਤੀਸਗੜ੍ਹ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਜਿਹੜੇ ਵਿਅਕਤੀਆਂ ਦੇ ਉੱਤੇ ਬਿਜਲੀ ਪਈ ਜੀ, ਲੋਕਾਂ ਨੇ ਉਸੇ ਅੰਧ ਵਿਸ਼ਵਾਸ ਦੇ ਅਧੀਨ, ਉੱਥੇ ਅੰਧ ਵਿਸ਼ਵਾਸ ਇਹ ਚੱਲ ਰਿਹਾ ਕਿ ਜੇਕਰ ਕਿਸੇ ਵਿਅਕਤੀ ਤੇ ਬਿਜਲੀ ਡਿੱਗ ਜਾਂਦੀ ਹੈ, ਉਹਨੂੰ ਗੋਹੇ ਦੇ ਨਾਲ ਦੱਬ ਦਿਓ, ਉਹਦੇ ਉੱਤੋਂ ਬਿਜਲੀ ਦਾ ਬਿਲਕੁਲ ਅਸਰ ਬਾਹਰ ਨਿਕਲ ਜਾਂਦਾ ਤੇ ਬੰਦਾ ਤੰਦਰੁਸਤ ਹੋ ਜਾਂਦਾ। ਹਾਲਾਂਕਿ ਅੱਜ ਤੱਕ ਇੰਝ ਹੋਇਆ ਕਦੀ ਨਹੀਂ ਜੀ, ਪਰ ਇਹਦੇ ਬਾਵਜੂਦ ਵੀ ਲੋਕ ਗੋਹੇ ਦੇ ਵਿੱਚ ਵਿਅਕਤੀ ਨੂੰ ਬਿਜਲੀ ਪੈਣ ਤੋਂ ਬਾਅਦ ਦੱਬਦੇ ਆ ਰਹੇ ਨੇ। ਹੁਣ ਅੰਧ ਵਿਸ਼ਵਾਸ ਦਾ ਇੱਕ ਸਿਖਰ ਹੋ ਜਾਣਾ
ਕਿ ਆਹ ਤਿੰਨੇ ਚੀਜ਼ਾਂ ਕਾਰਨ ਕਰੋਨਾ ਹੋ ਰਿਹਾ। ਕਰੋਨਾ ਮੈਨੇਜਮੈਂਟ ਦੀ ਦਵਾਈ ਮਿਲ ਗਈ ਹੈ, ਭਾਵੇਂ ਉਹ ਕਰੋਨਾ ਵਾਇਰਸ ਨੂੰ ਸਿੱਧਿਆਂ ਠੀਕ ਨਹੀਂ ਕਰਦੀ, ਪਰ ਕਰੋਨਾ ਵਾਇਰਸ ਹੋਣ ਤੋਂ ਬਚਾਉਂਦੀ ਹੈ ਜੀ। ਮੈਨੂੰ ਇਹ ਲੱਗਦਾ ਹੈ ਕਿ ਇੱਕ ਵਾਰੀ ਫੇਰ ਉਹ ਜਿਸ ਤਰ੍ਹਾਂ ਛਾਲ ਮਾਰਨ ਵਾਲੀ ਗੱਲ ਸੀ, ਉਹ ਤਾਂ ਉਹ ਚੀਜ਼ ਤੋਂ ਮਾਰੀ ਸੀ ਜਿਹਦਾ ਤੁਸੀਂ ਨਾਂ ਨਹੀਂ ਲੈਂਦੇ ਅੱਜ ਕੱਲ੍ਹ ਜੀ ਪਰ ਇਹ ਉਹਨਾਂ ਨੂੰ ਛਾਲ ਮਾਰਨੀ ਨਹੀਂ ਪਈ, ਆਪਣੇ ਆਪ ਵੱਡੀ ਸਾਰੀ ਟਪੂਸੀ ਵੱਜ ਗਈ ਹੈ ਜੀ। ਨਾਲੇ ਪੁੰਨ ਤੇ ਨਾਲੇ ਫਲੀਆਂ, ਦੋਵੇਂ ਹੱਥੀ ਲੱਡੂ ਆ ਗਏ। ਦਵਾਈ ਵਿਕੂਗੀ ਵੀ, ਨਾਲ ਇਹ ਵੀ ਸਾਫ਼ ਕਰ ਦਿੱਤਾ ਕਿ ਭਾਈ ਕਰੋਨਾ ਦੀ ਨਹੀਂ, ਭਾਵ ਵੇਚਣ ਵਾਸਤੇ ਰਾਹ ਪੱਧਰਾ ਕਰ ਲਿਆ। ਮੈਨੂੰ ਲੱਗਦਾ ਕਿ ਦਵਾਈ 545 ਦੀ ਨਾਲ ਹੁਣ ਦੇਖਿਓ ਕਿ ਉਹਨੇ ਕਿੱਡਾ ਵੱਡਾ ਫੇਰ ਵਪਾਰੀ ਬਣ ਕੇ ਨਿਕਲਣਾ। ਬਿਲਕੁਲ ਬੈਨੀਪਾਲ ਸਾਹਿਬ, ਕਿਸੇ ਨੂੰ ਵੀ ਕੋਈ ਡਾਊਟ ਨਾ ਰਹੇ, ਕਿਸੇ ਤਰ੍ਹਾਂ ਦੀ ਕੋਈ ਗੱਲ ਨਾ ਰਹੇ। ਕਰੋਨਾ ਦੀ ਦਵਾਈ ਨਹੀਂ ਹੈ, ਨਾ WHO ਨੇ ਕਿਹਾ ਕੋਈ ਦਵਾਈ ਬਣੀ ਹੈ, ਨਾ ਭਾਰਤ ਦੀ ਸਰਕਾਰ ਨੇ, ਨਾ ਉਸ ਉੱਤਰਾਖੰਡ ਦੀ ਸਰਕਾਰ ਨੇ ਜਿਸ ਉੱਤਰਾਖੰਡ ਦੇ ਵਿੱਚ ਪਤੰਜਲੀ ਹੈਗਾ। ਇਸ ਕਰਕੇ ਕੋਈ ਦਵਾਈ ਨਹੀਂ ਬਣੀ। ਇਮਿਊਨ ਸਿਸਟਮ ਨੂੰ ਹੋ ਸਕਦਾ ਉਹ ਮਜ਼ਬੂਤ ਕਰਦੀ ਹੋਵੇ। ਦਵਾਈ ਖਾਣੀ ਹੈ ਨਹੀਂ ਖਾਣੀ ਤੁਹਾਡੇ ਤੇ ਨਿਰਭਰ ਕਰਦਾ, ਪਰ ਅਜੇ ਤੱਕ ਇਹਨੂੰ ਕਰੋਨਾ ਦੀ ਦਵਾਈ ਦੇ ਰੂਪ ਦੇ ਵਿੱਚ ਮਾਨਤਾ ਨਹੀਂ ਮਿਲੀ। ਇਮਿਊਨ ਸਿਸਟਮ ਵੀ ਅਸੀਂ ਇੱਕ ਵਾਰੀ ਫੇਰ ਦੱਸ ਦਈਏ ਕਿ 5-7 ਦਿਨਾਂ ਦੇ ਵਿੱਚ ਇਹ ਨਹੀਂ ਹੁੰਦਾ ਕਿ ਪਹਿਲਾਂ ਬਹੁਤ ਕਮਜ਼ੋਰ ਸੀ, ਹੁਣ ਬਹੁਤ ਤੁਹਾਡਾ ਤਕੜਾ ਹੋ ਗਿਆ। ਇਹਨੂੰ ਮਹੀਨਿਆਂ ਦੇ ਮਹੀਨੇ, ਸਾਲਾਂ ਦੇ ਸਾਲ ਲੱਗਦੇ ਆ। ਜਿੱਦਾਂ ਪੇਪਰਾਂ ਵਾਲੀ ਰਾਤ ਤੋਂ ਪਹਿਲਾਂ ਪੜਨ ਦੇ ਨਾਲ ਬੰਦਾ ਫਸਟ ਨਹੀਂ ਨਾ ਆ ਸਕਦਾ, ਇਦਾਂ ਹੀ 4 ਗੋਲੀਆਂ 1 ਹਫ਼ਤਾ ਜਾਂ 2 ਹਫ਼ਤੇ ਦਵਾਈ ਖਾਣ ਦੇ ਨਾਲ ਬੰਦੇ ਦਾ ਇਮਿਊਨ ਸਿਸਟਮ ਠੀਕ ਨਹੀਂ ਹੋ ਸਕਦਾ। ਹੁਣ ਬੈਨੀਪਾਲ ਸਾਹਿਬ, ਆਪਾਂ ਜਿਸ ਮੁਲਕ ਦੇ ਵਿੱਚ ਬੈਠੇ ਆ ਇਸ ਵੇਲੇ, ਉਸ ਮੁਲਕ ਦੇ ਵਿੱਚ ਜਾਂ ਉਹਨਾਂ ਇਸ ਵਰਗੇ ਹੋਰਾਂ ਮੁਲਕਾਂ ਜਿੱਥੇ ਭਾਰਤ ਦੇ ਬਹੁਤ ਸਾਰੇ ਲੋਕ ਆਏ ਹੋਏ ਆ, ਪੰਜਾਬ ਦੇ ਨਾਲ ਗੂੜਾ ਸੰਬੰਧ ਹੈ। ਬਿਲਕੁਲ 99% ਤੋਂ ਵੀ ਵੱਧ ਲੋਕ ਇਦਾਂ ਦੇ ਨੇ ਜਿਹੜੇ ਪੰਜਾਬ ਜਾਂਦੇ ਆ, ਪਰਿਵਾਰਾਂ 'ਚ ਰਹਿੰਦੇ ਆ, ਪਿੰਡ ਨੂੰ ਪੈਸਾ ਢੇਲਾ ਵੀ ਦਿੰਦੇ ਆ, ਕਿਸੇ ਦਾ ਨਿੱਕਾ ਨਿਆਣਾ ਵੀ ਪੜ੍ਹਾਉਂਦੇ ਆ, ਐਨ ਪੂਰੇ ਤਰ੍ਹਾਂ ਨਾਲ ਸਮਰਪਿਤ ਹੁੰਦੇ ਆ ਮਨੁੱਖਤਾ ਨੂੰ ਤੇ ਬਾਕੀ ਪਾਸੇ ਨੂੰ ਜੀ। ਪਰ ਹੁਣ ਹਾਲਾਤ ਕੀ ਨੇ? ਹਾਲਾਤ ਬੈਨੀਪਾਲ ਸਾਹਿਬ ਇਹ ਹੈ ਕਿ ਉਹਨਾਂ ਦੇ ਵਿੱਚ ਕੁਝ ਨਾ ਕੁਝ ਇਦਾਂ ਦੇ ਹਾਲਾਤ ਜਿਹੜੇ ਉਹ ਪੈਦਾ ਹੋ ਜਾਂਦੇ ਕਦੇ-ਕਦੇ ਕਿ ਸਿੱਧੇ ਤੌਰ ਦੇ ਉੱਤੇ ਜੇ 1-2 ਬੰਦੇ ਇਹਨਾਂ ਦੇ ਵਿੱਚੋਂ ਗਲਤੀ ਕਰਨ, ਕਈ ਵਾਰੀ ਹੁੰਦਾ ਕੀ ਹੈ ਕਿ ਉੱਥੇ ਗਏ, ਜਾ ਕੇ ਵਿਆਹ ਕਰਾਇਆ। ਤੁਸੀਂ ਜਿਵੇਂ ਸ਼ੁਰੂਆਤੀ ਦੌਰ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਵਿਆਹ ਕਰਾਉਣ ਤੋਂ ਬਾਅਦ ਆਪ ਇੱਥੇ ਮੁੜ ਆਉਣਾ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ, ਯੂਰਪ ਦੇ ਵਿੱਚ, ਪਿੱਛੋਂ ਕੁੜੀ ਨੂੰ ਪੁੱਛਣਾ ਹੀ ਨਹੀਂ, ਨਾ ਪੈਸਾ ਟਕਾ ਭੇਜਣਾ ਹੈ, ਨਾ ਉਹਦੇ ਕਾਗਜ਼ਾਂ ਪੱਤਰਾਂ ਦੀ ਤਿਆਰੀ ਕਰਾਉਣੀ ਹੈ, ਨਾ ਕੋਈ ਗੱਲ ਹੋਰ ਕਰਨੀ ਹੈ। ਅੰਕੜਾ ਤੁਸੀਂ ਦੱਸਣਾ ਹੈ ਕਿ ਸਖਤੀ ਕਿੰਨੀ ਕੁ ਹੋਈ ਹੈ, ਕਿਹੋ ਜਿਹੀ ਹੋਈ ਹੈ। ਪਰ ਇੰਨੀ ਗੱਲ ਜ਼ਰੂਰ ਹੈ ਕਿ ਪਿਛਲੇ ਸਮੇਂ ਦੇ ਵਿੱਚ ਉਦੋਂ ਬੀਬੀ ਸੁਸ਼ਮਾ ਸਵਰਾਜ ਹੋਰੀ ਜਿਉਂਦੇ ਸੀ, ਉਹਨਾਂ ਦੇ ਸਮਿਆਂ ਦੀ ਗੱਲ ਸ਼ੁਰੂ ਹੋਈ ਹੈ ਜਦੋਂ ਉੱਤਰੀ ਭਾਰਤ ਦੇ ਵਿੱਚੋਂ ਬਹੁਤ ਸਾਰੀਆਂ ਸ਼ਿਕਾਇਤਾਂ ਗਈਆਂ ਕਿ ਕਈ, ਬਹੁਤ ਘੱਟ ਗਿਣਤੀ 'ਚ ਨੇ ਪਰ ਕਈ NRI ਆਉਂਦੇ ਆ ਉੱਤਰੀ ਭਾਰਤ ਦੇ ਵਿੱਚ ਲੜਕੀਆਂ ਨਾਲ ਵਿਆਹ ਕਰਾ ਕੇ, ਖਾਸ ਤੌਰ ਤੇ ਪੰਜਾਬ ਤੇ ਹਰਿਆਣੇ 'ਚ ਮੁੜ ਕੇ ਬਾਤ ਨਹੀਂ ਪੁੱਛਦੇ ਤੇ ਟੈਲੀਫੋਨ ਵੀ ਨਹੀਂ ਕਰਦੇ। ਉਹ ਕੁੜੀਆਂ ਕਰਨ ਕੀ, ਨਾ ਤਲਾਕ ਹੁੰਦੇ ਆ, ਨਾ ਕੁਝ ਹੋਰ ਹੁੰਦਾ, ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਬੈਨੀਪਾਲ ਸਾਹਿਬ, ਉਹਨਾਂ ਨੇ ਕਾਨੂੰਨ ਦੇ ਵਿੱਚ ਵੀ ਸੋਧ ਕਰਨ ਦੀ ਕੋਸ਼ਿਸ਼ ਕੀਤੀ ਸੀ। ਖਾਸ ਤੌਰ ਤੇ ਚੰਡੀਗੜ੍ਹ ਦਾ ਜਿਹੜਾ ਪਾਸਪੋਰਟ ਆਫਿਸ ਹੈ, ਉੱਥੇ ਹਜ਼ਾਰਾਂ ਸ਼ਿਕਾਇਤਾਂ ਗਈਆਂ। ਪਿਛਲੇ ਸਮੇਂ 'ਚ ਵੀ ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਅਸੀਂ ਜਿਹੜਾ ਵੀ ਐਡਰੈਸ ਵਿਦੇਸ਼ ਦਾ ਲੱਭਦਾ ਹੈ ਉੱਥੇ ਨੂੰ ਨੋਟਿਸ ਭੇਜ ਰਹੇ ਹਾਂ ਜਾਂ ਆਪਣੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਰਹੇ ਹਾਂ। ਕੱਲ੍ਹ ਨੂੰ ਕੋਈ ਵਿਦੇਸ਼ੀ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਨੋਟਿਸ ਮਿਲਿਆ ਨਹੀਂ। ਤੁਹਾਡੇ ਲਈ ਜ਼ਰੂਰੀ ਹੈ ਕਿ ਜੇ ਤੁਹਾਡਾ ਝਗੜਾ ਚੱਲਦਾ ਹੈ ਤਾਂ ਤੁਸੀਂ ਉਸ ਪਾਸਪੋਰਟ ਦਫ਼ਤਰ ਦੀ ਸੰਬੰਧਿਤ ਵੈਬਸਾਈਟ ਨੂੰ ਚੈੱਕ ਕਰੋ। ਜੇ ਉੱਥੇ ਨੋਟਿਸ ਪਬਲਿਸ਼ ਹੋ ਗਿਆ, ਮੰਨ ਲਓ ਤੁਹਾਨੂੰ ਮਿਲ ਗਿਆ, ਤੇ ਜੇ ਤੁਸੀਂ ਜਵਾਬ ਨਹੀਂ ਦਿੰਦੇ, ਤੁਹਾਡੇ ਤੇ ਕਾਨੂੰਨੀ ਕਾਰਵਾਈ ਵੀ ਹੋਊ, ਤੁਹਾਡਾ ਪਾਸਪੋਰਟ ਵੀ ਰੱਦ ਹੋ ਸਕਦਾ, ਤੁਹਾਡੀ ਭਾਰਤ ਵਿਚਲੀ ਪ੍ਰਾਪਰਟੀ ਦੇ ਉੱਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਤੇ ਉਹਦੇ ਤੋਂ ਬਾਅਦ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਬੈਠੇ ਲਾੜਿਆਂ ਨੇ ਸੰਪਰਕ ਵੀ ਕੀਤਾ ਸੀ, ਕਈਆਂ ਨੇ ਨੋਟਿਸ ਰਿਸੀਵ ਵੀ ਕਰ ਲਿਆ ਸੀ। ਪਰ ਹੁਣ ਇਸ ਪੱਖ ਤੋਂ ਵੱਡੀ ਖਬਰ ਹੈ, ਅੰਕੜਾ ਕੀ ਕਹਿੰਦਾ ਹੈ, ਪਾਸਪੋਰਟ ਕਿੰਨਿਆਂ ਦੇ ਰੱਦ ਹੋਇਆ, ਤੁਸੀਂ ਦੱਸੋ। ਬਾਠ ਸਾਹਿਬ, ਇਹਦੇ ਤੋਂ ਪਹਿਲਾਂ ਕਿ ਆਪਾਂ ਅੰਕੜੇ ਵੱਲ ਵਧੀਏ ਜੀ, ਇਹ ਜਿਹੜੀ ਕਵਾਇਦ ਹੈ ਨਾ, ਪਹਿਲਾਂ ਪਹਿਲ ਲੋਕ ਕਹਿੰਦੇ ਠੱਗ ਲਾੜੇ ਜੀ, ਪਰ ਹੁਣ ਤਸਵੀਰ ਦੇ ਜੇ ਅਸੀਂ ਦੋਵੇਂ ਪਾਸੇ ਦੇਖੀਏ, ਹੁਣ ਇਕੱਲੇ ਠੱਗ ਲਾੜੇ ਨਹੀਂ ਰਹੇ, ਠੱਗ ਲਾੜੀਆਂ ਵੀ ਨੇ ਜੀ। ਬਹੁਤ ਸਾਰੇ ਲੋਕ ਨੇ ਜਿਹੜੇ ਪੈਸਾ ਵੀ ਗਵਾ ਗਏ ਤੇ ਬਣਿਆ ਬਣਾਇਆ ਉਹਨਾਂ ਦਾ ਕੁਝ ਨਹੀਂ, ਕਿਉਂਕਿ ਬਾਹਲੇ ਰਿਸ਼ਤੇ ਜਿਹੜੇ ਹੁੰਦੇ ਨੇ ਇਸੇ ਲਾਲਚ ਵਸ ਹੁੰਦੇ ਰਹੇ ਕਿ ਸਾਡਾ ਧੀ ਚਲੀ ਜਾਊ ਜਾਂ ਸਾਡਾ ਪੁੱਤ ਚਲਾ ਜਾਊ। ਪਹਿਲੇ ਵੱਡੀ ਗਿਣਤੀ ਵਿੱਚ ਖਬਰਾਂ ਆਉਂਦੀਆਂ ਸੀ ਕਿ ਵਿਦੇਸ਼ ਦੀ ਧਰਤੀ ਤੋਂ ਲੜਕਾ ਜਾਂਦਾ, ਕਈ ਵਾਰੀ ਬਹੁਤੀ ਪੁੱਛ ਪੜਤਾਲ ਵੀ ਨਹੀਂ ਕੀਤੀ ਜਾਂਦੀ। ਤੁਹਾਡੇ ਵਰਗਾ ਵਿਚੋਲਾ ਗੱਲ ਹੀ ਲਪੇਟ ਕੇ ਇਸ ਤਰੀਕੇ ਨਾਲ ਕਰਦਾ, ਮੁੰਡੇ ਦਾ ਕਾਰੋਬਾਰ ਬਹੁਤ ਵਧੀਆ ਹੈ, ਮੁੰਡੇ ਦੇ ਤਾਂ ਉੱਥੇ ਦੀ ਟਰੱਕ ਚੱਲਦੇ ਆ, ਮੁੰਡੇ ਦਾ ਉੱਥੇ ਟਰਾਲੇ ਚੱਲਦੇ ਆ, ਇਹਦਾ ਤਾਂ ਇਮੀਗ੍ਰੇਸ਼ਨ ਦਾ ਕਾਰੋਬਾਰ ਹੈ, ਜ਼ਿਆਦਾ ਤਾਂ TV ਚੈਨਲ ਚੱਲੀ ਜਾਂਦਾ ਹੈ ਜੀ, ਵਗੈਰਾ ਵਗੈਰਾ, ਜਾਂ ਸਰੀ ਜਿਹਦੀਆਂ ਲਾਟਾਂ ਬਹੁਤ ਨੇ। ਕਈਆਂ ਨੂੰ ਤਾਂ ਉੱਥੇ ਰਿਸ਼ਤਾ ਕਰਾਉਣ ਤੋਂ ਬਾਅਦ ਇੱਥੇ ਆ ਕੇ ਲੜਕੀ ਦੀਆਂ ਅੱਖਾਂ ਖੁੱਲ੍ਹਦੀਆਂ ਕਿ ਲਾਟਾਂ ਕਿਹੜਾ ਟਰਾਲਾ, ਇਹ ਤਾਂ ਵਿਚਾਰਾ ਆਪ ਲੰਚ ਕਿਟ ਚੱਕ ਕੇ ਕਈ ਦਿਨ ਕੰਮ ਤੇ ਜਾਂਦਾ ਤੇ ਕਈ ਦਿਨ ਨਸ਼ੇ 'ਚ ਧੁੱਤ ਪਿਆ ਰਹਿੰਦਾ। ਖੈਰ, ਉਹ ਕਿਸੇ ਹੱਦ ਤੱਕ ਤਾਂ ਚੰਗੀਆਂ ਰਹੀਆਂ ਕਿ ਉਹਨਾਂ ਨੂੰ ਸੱਦ ਲਿਆ ਜੀ। ਪਰ ਜਿਸ ਗੱਲ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸੀ, ਵਿਆਹ ਕਰਵਾ ਲਿਆ, 2-3 ਮਹੀਨੇ ਲੜਕੀ ਦੀ ਜ਼ਿੰਦਗੀ ਨਾਲ ਖੇਡੇ, ਉਹਦੇ ਜਜ਼ਬਾਤਾਂ ਨਾਲ ਖੇਡੇ, ਪੈਸਾ ਧੇਲਾ ਵੀ ਚੰਗਾ ਮੋਟਾ ਰਿਹਾ,
ਲੱਖਾਂ ਦੇ ਲੱਖ ਉੱਥੋਂ ਮੁੱਛ ਵੀ ਲਏ, ਪਰ ਬਾਅਦ ਦੇ ਵਿੱਚ ਇੱਥੇ ਆ ਕੇ 2-4 ਮਹੀਨੇ ਤਾਂ ਬਹੁਤ ਲੋਲੋ ਪੁੱਪੋ ਕਰਦੇ ਆ, ਫੋਨ ਵੀ ਕਰਦੇ ਰਹੇ। ਪਰ ਉਹਦੇ ਤੋਂ ਬਾਅਦ ਪਹਿਲਾਂ ਫੋਨ ਚੁੱਕਣਾ ਛੱਡ ਦੇਣਾ, ਫਿਰ ਫੋਨ ਬਦਲ ਲੈਣਾ, ਫਿਰ ਜਿਹੜੇ ਵਿਅਕਤੀ ਵਿਸ਼ੇਸ਼ ਨੇ ਵਿਚਕਾਰ ਰਿਸ਼ਤਾ ਕਰਾਇਆ ਹੁੰਦਾ ਸੀ ਕਹਿੰਦੇ ਗੱਲ ਸੁਣ ਲਾ ਓਏ, ਵਿਚੋਲਾ ਉਨੀ ਦੇਰ ਹੁੰਦਾ ਜਿੰਨੀ ਦੇਰ ਰਿਸ਼ਤਾ ਨਹੀਂ ਹੁੰਦਾ। ਖਬਰਦਾਰ ਜੇ ਮੈਨੂੰ ਮੁੜ ਕੇ ਫੋਨ ਕੀਤਾ ਜਾਂ ਮੇਰੇ ਪਰਿਵਾਰ ਨੂੰ ਜਾ ਕੇ ਮਿਲਿਆ, ਹੁਣ ਉਹ ਵਿਅਕਤੀ ਕੀ ਕਰੇ ਜੀ, ਉਹ ਵਿਚਕਾਰ ਫਸ ਜਾਂਦਾ। ਇਹਦੇ ਤੋਂ ਬਾਅਦ ਫਿਰ ਬਹੁਤ ਸਾਰੇ ਲੋਕਾਂ ਨੇ ਪਹਿਲੇ ਸੋਚਣਾ ਯਾਰ ਕਿਤੇ ਹੋ ਸਕਦਾ ਉਹਦੀ ਕੋਈ ਮਜਬੂਰੀ ਹੋਣੀ ਹੈ, ਜੇ ਅਸੀਂ ਉਹਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਕਿਤੇ ਰਿਸ਼ਤਾ ਹੀ ਨਾ ਜਾਂਦਾ ਰਹੇ, ਕਿਤੇ ਟੁੱਟ ਭੱਜੀ ਨਾ ਹੋ ਜੇ, ਕਿਤੇ ਸਾਡੀ ਲੜਕੀ ਨੂੰ ਮੁੜ ਕੇ ਸੱਦਾ ਹੀ ਨਾ। ਪਰ ਕਈਆਂ ਲੋਕਾਂ ਨੇ ਅੱਕ ਚੱਬ ਲੈ ਜੀ, ਜਿਹੜਾ ਵਿਅਕਤੀ ਪਹਿਲਾਂ ਫੋਨ ਚੁੱਕਣੋਂ ਹਟ ਗਿਆ, ਪਹਿਲਾਂ ਜਿਹੜਾ ਬਹੁਤ ਮਿੱਠੀਆਂ ਪਿਆਰੀਆਂ ਗੱਲਾਂ ਕਰਦਾ ਸੀ, ਉਹਦਾ ਪਰਿਵਾਰ ਸਾਨੂੰ ਮਿਲਦਾ ਸੀ, ਕਈਆਂ ਦੇ ਤਾਂ ਉੱਥੇ ਪਰਿਵਾਰ ਹੀ ਹੈ ਨਹੀਂ, ਉਹ ਕਿਹਨੂੰ ਜਾ ਕੇ ਮਿਲਣ। ਜਦੋਂ ਫੋਨ ਤੱਕ ਬਦਲ ਲਏ ਗਏ, ਵਿਚੋਲੇ ਨੂੰ ਇੱਥੋਂ ਤੱਕ ਸੁਨੇਹੇ ਲਾ ਦਿੱਤੇ ਗਏ ਕਿ ਸਾਡਾ ਰਿਸ਼ਤਾ ਸਿੱਧਾ ਹੋ ਗਿਆ, ਤੂੰ ਸਾਡੇ ਵਿਚਕਾਰ ਨਹੀਂ ਆਉਣਾ, ਫਿਰ ਲਗਭਗ ਉਹਨਾਂ ਨੂੰ ਸ਼ੀਸ਼ਾ ਸਾਫ਼ ਹੋ ਗਿਆ ਕਿ ਹੁਣ ਕੰਮ ਵਿਚਲ ਗਿਆ। ਸ਼ਿਕਾਇਤਾਂ ਹੋਈਆਂ, NRI ਥਾਣਿਆਂ ਦੇ ਵਿਚਕਾਰ ਜਾ ਕੇ ਸ਼ਿਕਾਇਤਾਂ ਹੋਈਆਂ। ਉਹਦੇ ਤੋਂ ਬਾਅਦ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਟਿੰਬਰੀ ਟਾਈਟ ਕਰਨੀ ਸ਼ੁਰੂ ਕਰ ਦਿੱਤੀ, ਉਹਦੇ ਨਾਲ ਬਹੁਤ ਸਾਰੀਆਂ ਖਬਰਾਂ ਇਹ ਵੀ ਆਈਆਂ ਕਿ ਬਹੁਤ ਸਾਰੀਆਂ ਲੜਕੀਆਂ ਇੱਥੋਂ ਗਈਆਂ, ਉਹਨਾਂ ਨੇ ਜਿਵੇਂ ਪਹਿਲਾਂ ਲੜਕੇ ਠੱਗਦੇ ਸੀ ਨਾ, ਉਹ ਲੜਕੀਆਂ ਨੇ ਵੀ ਇਸ ਤਰ੍ਹਾਂ ਠੱਗੀਆਂ ਮਾਰੀਆਂ। ਪਹਿਲਾਂ ਤਾਂ ਮੁੰਡੇ ਵਾਲੇ ਦਹੇਜ ਲੈਂਦੇ ਸੀ, ਪੈਸਾ ਧੇਲਾ ਲੈਂਦੇ ਸੀ, ਲੜਕੀਆਂ ਨੇ ਵੀ 50-50 ਲੱਖ 60 ਲੱਖ ਰੁਪਈਆ ਮੁੱਛਿਆ, ਮੁੜ ਕੇ ਇੱਥੇ ਆ ਕੇ ਉਹਨਾਂ ਦੀ ਸਾਰ ਨਹੀਂ ਲਈ। ਲਗਭਗ ਦੋਵੇਂ ਪਾਸਿਆਂ ਦੀ ਸਥਿਤੀ ਲਗਭਗ ਸੇਮ ਜੀ ਹੋਣ ਲੱਗੀ, ਬਰਾਬਰ ਹੋਣ ਲੱਗੀ। ਪਰ ਹੁਣ ਇਹ ਜਿਹੜੀ ਅੰਕੜਾ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦਾ 20,000 ਤੋਂ ਜ਼ਿਆਦਾ ਹੈ ਜਿਹਦੀਆਂ ਸ਼ਿਕਾਇਤਾਂ ਚਲੀਆਂ ਗਈਆਂ। ਇਹਨਾਂ ਦੇ ਵਿੱਚੋਂ 450 ਦੇ ਪਾਸਪੋਰਟ ਰੀਜਨਲ ਦਫ਼ਤਰ ਚੰਡੀਗੜ੍ਹ ਨੇ ਰੱਦ ਕਰ ਦਿੱਤੇ ਹੈ। ਪਰ ਕਈਆਂ ਨੂੰ ਨਾ ਕਰੋਨਾ ਰਾਸ ਆ ਗਿਆ ਤੇ ਕਈਆਂ ਨੇ ਕਰੋਨੇ ਦੇ ਮਾਰੀ ਲੱਤ। ਇਹਨਾਂ ਵਿੱਚੋਂ 18 ਦੱਸੇ ਜਾ ਰਹੇ ਨੇ ਜੀ, ਜਿਹੜੇ ਬੀਤੇ ਕੁਝ ਇੱਕ ਦਿਨਾਂ ਦੇ ਵਿੱਚ 6 ਮਹੀਨਿਆਂ ਦੇ ਅੰਦਰ ਕਰੋਨਾ ਵਾਇਰਸ ਦੇ ਕਾਰਨ ਉਹਨਾਂ ਨੇ ਕਿਹਾ ਕਿ ਇੱਥੇ ਸਥਿਤੀ ਠੀਕ ਨਹੀਂ ਤੇ ਚਲੋ ਪੰਜਾਬ ਚੱਲਦੇ ਹਾਂ। ਉਹਨਾਂ ਵਿੱਚੋਂ ਕਈਆਂ ਨੂੰ ਤਾਂ ਏਅਰਪੋਰਟ ਦੇ ਉਤਰਨ ਸਾਰੀ ਗ੍ਰਿਫਤਾਰ ਕਰ ਲਿਆ ਗਿਆ, ਕਈਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਤੇ ਹੁਣ ਪਤਾ ਲੱਗਿਆ ਕਿ 18 ਮਹੀਨਿਆਂ ਦੇ ਅੰਦਰ 45 ਦੇ, 6 ਮਹੀਨਿਆਂ ਦੇ ਅੰਦਰ 10 ਲਾੜਿਆਂ ਦੇ ਜਿਹੜੇ ਪਾਸਪੋਰਟ ਰੱਦ ਕਰ ਦਿੱਤੇ ਗਏ ਹੈ ਤੇ ਕੁੱਲ ਗਿਣਤੀ ਹੁਣ ਤੱਕ ਜਿਹੜੇ ਪਾਸਪੋਰਟ ਰੱਦ ਕਰ ਦਿੱਤੇ ਗਏ 450 ਹੈ ਤੇ ਕਵਾਇਦ ਜਾਰੀ ਹੈ। ਦੱਸਿਆ ਜਾ ਰਿਹਾ ਕਿ 20,000 ਤੋਂ ਜ਼ਿਆਦਾ ਗਿਣਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਭਾਈ ਤੁਸੀਂ ਵਿਆਹ ਵੀ ਕਰਾ ਕੇ ਆਏ ਸੀ, ਤੁਹਾਨੂੰ ਪ੍ਰਾਈਮ ਏਸ਼ੀਆ ਅਪੀਲ ਕਰਦਾ ਕਿ ਦੇਖੋ ਇੱਕ ਥਾਂ ਤੇ ਵਿਆਹ ਕਰਵਾ ਕੇ ਭਾਵੇਂ ਤੁਸੀਂ ਲਾੜਾ ਸੀ ਭਾਵੇਂ ਲਾੜੀ ਸੀ, ਤੁਸੀਂ ਕਿਸੇ ਦੀ ਜ਼ਿੰਦਗੀ ਨਾਲ ਖੇਡਣ ਦਾ ਤੁਹਾਡਾ ਕੋਈ ਹੱਕ ਨਹੀਂ, ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦਾ ਤੁਹਾਡਾ ਕੋਈ ਹੱਕ ਨਹੀਂ। ਅਗਲੇ ਨੂੰ 2 ਟੁਕ ਜਵਾਬ ਦਿਓ ਕਿ ਅਸੀਂ ਤੁਹਾਨੂੰ ਸੱਦਣਾ ਹੈ, ਅਸੀਂ ਤੁਹਾਨੂੰ ਨਹੀਂ ਸੱਦਣਾ, ਨਹੀਂ ਸੱਦਣਾ ਤਾਂ ਕਿਉਂ ਨਹੀਂ ਸੱਦਣਾ, ਵਿਆਹ ਕਰਵਾਇਆ ਸੀ ਤਾਂ ਕਿਉਂ ਕਰਵਾਇਆ ਸੀ, ਪੈਸਾ ਤੇ ਲਿਆ ਸੀ ਤਾਂ ਕਿਉਂ ਲਿਆ ਸੀ, ਤੇ ਹੁਣ ਸਾਡੇ ਸਾਹਮਣੇ ਕਿਹੜੀਆਂ ਮਜਬੂਰੀਆਂ ਆ ਕੇ ਖੜ ਗਈਆਂ ਨੇ, ਅਸੀਂ ਤੁਹਾਡੇ ਤੋਂ ਤੁਹਾਡੇ ਪਰਿਵਾਰ ਤੋਂ ਮੁੱਖ ਕਿਉਂ ਮੋੜ ਲਿਆ। ਇਹ ਗੱਲ ਮੰਨ ਕੇ ਚੱਲਿਓ ਕਿ ਇਹ 2 ਟੁਕ ਜਵਾਬ ਦੇਣ ਨਾਲ ਤੁਹਾਡਾ ਕੋਈ ਇਹ ਫੈਸਲਾ ਸੁਣਾਉਣ ਨਾਲ ਮਸਲਾ ਹੱਲ ਨਹੀਂ ਹੋਣਾ। ਤੁਹਾਡੀਆਂ ਮੁਸੀਬਤਾਂ ਉੱਥੇ ਹੀ ਖੜੀਆਂ ਰਹਿਣਗੀਆਂ, ਪਰ ਜਿਹੜੇ ਵਿਗਾਨੇ ਤੁਹਾਡੀ ਉਡੀਕ ਵਿੱਚ ਬੈਠੇ ਆ ਉਹ ਘੱਟੋ ਘੱਟ ਮਜ਼ਬੂਤ ਤੇ ਸਾਬਤ ਪੈਰੀ ਹੋ ਕੇ ਤੁਹਾਡੇ ਵਿਰੁੱਧ ਜਾਂ ਉਹਨਾਂ ਨੇ ਅਗਲਾ ਸਟੈਪ ਕਿਹੜਾ ਚੱਕਣਾ ਉਹ ਫੈਸਲਾ ਲੈ ਸਕਣ। ਪਰ ਇਹ ਗੱਲ ਪੱਕੀ ਆ ਬਾਟ ਸਾਹਿਬ ਕਿ ਜਿਹੜੇ ਨਾ ਠੱਗ ਸੀ, ਜਿਹੜੇ ਠੱਗੀਆਂ ਮਾਰਨ ਵਾਲੇ ਸੀ, ਉਹਨਾਂ ਦਾ ਬਚਣਾ ਹੈ ਨਹੀਂ ਹੁਣ, ਕਿਉਂਕਿ 20,000 ਤੋਂ ਜ਼ਿਆਦਾ ਗਿਣਤੀ ਦੱਸੀ ਜਾ ਰਹੀ ਹੈ। ਰੀਜਨਲ ਦਫ਼ਤਰ ਪਾਸਪੋਰਟ ਜਿਹੜਾ ਚੰਡੀਗੜ੍ਹ ਹੈ, ਉਹਨਾਂ ਨੇ ਫੈਸਲਾ ਕਰ ਲਿਆ ਕਿ ਜਿਨ੍ਹਾਂ ਦੀਆਂ ਸ਼ਿਕਾਇਤਾਂ ਆ ਗਈਆਂ ਨੇ ਅਸੀਂ ਉਹਨਾਂ ਦੇ ਪਾਸਪੋਰਟ ਵੀ ਰੱਦ ਕਰਨੇ ਆ, ਉਹਨਾਂ ਦੇ ਖਿਲਾਫ ਪਰਚੇ ਵੀ ਦਾਇਰ ਹੋਣੇ ਨੇ, ਉਹਨਾਂ ਦੇ ਪੰਜਾਬ ਗਿਆਂ ਦੇ ਪਾਸਪੋਰਟ ਹੀ ਰੱਦ ਨਹੀਂ ਹੋਣੇ ਤੇ ਉਹਨਾਂ ਨੂੰ ਹੋ ਸਕਦਾ ਜੇਲ੍ਹ ਦਾ ਸਾਹਮਣਾ ਵੀ ਕਰਨਾ ਪਵੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਪ੍ਰਸ਼ਾਸਨ ਹੈ ਜੀ ਸਖਤ ਹੋ ਰਿਹਾ। ਬੈਨੀਪਾਲ ਸਾਹਿਬ ਆ ਹੱਥ ਹੈ ਜੀ, ਇਹ ਤਲੀ ਹੈ, ਬਿਲਕੁਲ ਇਹਨਾਂ ਤਾੜੀ ਨਹੀਂ ਵੱਜਦੀ, ਦੋਨਾਂ ਤਾੜੀ ਵੱਜਦੀ ਐ ਇਦਾਂ। ਹਾਂ, ਹੁਣ ਇੱਥੇ 2 ਚੀਜ਼ਾਂ ਬਹੁਤ ਚੇਤੇ ਰੱਖਣ ਵਾਲੀਆਂ, ਜ਼ਰੂਰੀ ਨਹੀਂ ਕਿ ਸਾਰਾ ਕਸੂਰ ਲਾੜੇ ਦਾ ਹੋਵੇ ਜਾਂ ਸਾਰਾ ਕਸੂਰ ਲਾੜੀ ਦਾ ਹੋਵੇ ਜੀ, ਹੋ ਸਕਦਾ ਹੈ ਕਿ ਕੁਝ ਕਸੂਰ ਦੂਸਰੇ ਪਾਸੇ ਵਾਲਿਆਂ ਦਾ ਵੀ ਹੋਵੇ ਜੀ। ਪਰ ਰੌਲਾ ਇਸ ਗੱਲ ਦਾ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਜੇ ਤੁਹਾਨੂੰ ਨੋਟਿਸ ਆਉਂਦਾ ਤਾਂ ਫਾਈਟ ਕਰਨੀ ਪਊਗੀ। ਹਾਂ, ਹੋ ਸਕਦਾ ਹੈ ਕਿ ਤੁਸੀਂ ਇੱਥੇ ਕੰਮਾਂ ਕਾਰਾਂ 'ਚ ਮਸਰੂਫ ਹੋਵੋ, ਤੁਹਾਨੂੰ ਪਤਾ ਹੀ ਨਾ ਲੱਗੇ, ਪਰ ਇਹ ਪਤਾ ਲਾਉਣਾ ਜ਼ਰੂਰੀ ਹੈ। ਜੇ ਤੁਹਾਡੀ ਪਰਿਵਾਰ ਦੇ ਵਿੱਚ ਆਪਸ 'ਚ ਨਹੀਂ ਬਣਦੀ, ਭਾਵੇਂ ਤੁਹਾਡੀ ਕਿਸੇ ਤਰ੍ਹਾਂ ਹੀ ਗੱਲ ਚੱਲਦੀ ਹੈ ਸੁਲਹ ਸਫਾਈ ਦੀ, ਪਰ ਤੁਸੀਂ ਲਗਾਤਾਰ ਧਿਆਨ ਰੱਖੋ, ਨਹੀਂ ਤਾਂ ਭੜਕ ਨੂੰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਤੁਹਾਡਾ ਜਿਹੜਾ ਉਹ ਨੋਟਿਸ ਜਿਹੜਾ ਉਹ ਆ ਗਿਆ, ਤੁਹਾਨੂੰ ਕਦੋਂ ਤੁਹਾਡਾ ਪਾਸਪੋਰਟ ਰੱਦ ਹੋ ਗਿਆ, ਤੁਸੀਂ 에ਅਰਪੋਰਟ ਤੇ ਆਓ ਕਿਸੇ ਦੇ ਵਿਆਹ ਸ਼ਾਦੀ 'ਚ ਸ਼ਾਮਲ ਹੋਣ ਦੇ ਲਈ ਤੇ ਕੰਮ ਖਰਾਬ ਹੋ ਜਾਏ ਜੀ। ਇੱਥੋਂ ਤੱਕ ਕਿ ਕਈ ਲੜਕੀਆਂ ਜਿਹੜੀਆਂ ਨੇ, ਉਹਨਾਂ ਲੜਕੀਆਂ ਨੇ ਸਿੱਧੇ ਤੌਰ ਦੇ ਉੱਤੇ ਇਹ ਗੱਲ ਆਖ ਦਿੱਤੀ ਸੀ
ਕਿ ਅਸੀਂ ਚੰਡੀਗੜ੍ਹ ਪਾਸਪੋਰਟ ਆਫਿਸ ਨਾਲ ਵੀ ਸੰਪਰਕ ਕਰਦੇ ਹਾਂ ਜੀ ਪਰ ਸਾਨੂੰ ਬਹੁਤਾ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ। ਜੀ ਅਸੀਂ ਉੱਥੇ ਸ਼ਿਕਾਇਤ ਦਿੱਤੀ ਆ, ਮਹੀਨਾ ਹੋ ਗਿਆ, 2 ਮਹੀਨੇ ਹੋ ਗਏ, 3 ਮਹੀਨੇ ਹੋ ਗਏ, ਤੇ ਜਦੋਂ 2-3 ਮਹੀਨੇ ਹੋ ਗਏ ਤੇ ਉਹਨਾਂ 2-3 ਮਹੀਨਿਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸਾਨੂੰ ਕੋਈ ਰਿਸਪੌਂਸ ਨਹੀਂ ਆਇਆ, ਸਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੱਠੀ ਪੱਤਰੀ ਨਹੀਂ ਆਈ, ਸਾਨੂੰ ਆਹ ਨਹੀਂ ਆਇਆ ਤੇ ਸਾਨੂੰ ਉਹ ਨਹੀਂ ਆਈ। ਜਦੋਂ ਇਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨਾ ਕਿ ਸਾਨੂੰ ਨੋਟਿਸ ਨਹੀਂ ਆਇਆ, ਦੇਖੋ ਇੱਕ ਦਿਨ ਤੁਸੀਂ ਉੱਥੇ ਜਾ ਕੇ ਐਪਲੀਕੇਸ਼ਨ ਦੇਤੀ ਆ, 15 ਦਿਨਾਂ 'ਚ ਕੰਮ ਨਹੀਂ ਸ਼ੁਰੂ ਹੋ ਜਾਣਾ। ਉੱਥੇ ਸਟਾਫ ਵੀ ਸੀਮਤ ਹੈ, 20,000 ਕੇਸ ਜੇ ਉਹਨਾਂ ਦੇ ਕੋਲੇ ਆ ਗਿਆ ਤਾਂ ਤੁਹਾਨੂੰ ਸਮਾਂ ਲੱਗ ਸਕਦਾ, ਪਰ ਲਗਾਤਾਰ ਫੋਲੋ ਅਪ ਰੱਖੋ, ਲਗਾਤਾਰ ਉਹਨਾਂ ਦੇ ਨਾਲ ਸੰਪਰਕ ਕਰੋ। ਪਰ ਇਹ ਵੀ ਗੱਲ ਨਾਲ ਹੀ ਹੈ, ਜੇ ਕਿਸੇ ਦੀ ਸ਼ਿਕਾਇਤ ਝੂਠੀ ਸਾਬਿਤ ਹੋਈ, ਜੇ ਸਬੂਤ ਤੇ ਗਵਾਹੀਆਂ ਕੁਝ ਨਾ ਜਾ ਸਕੀਆਂ ਤਾਂ ਹੋ ਸਕਦਾ ਹੈ ਕਿ ਉਲਟੀ ਕਾਨੂੰਨੀ ਕਾਰਵਾਈ ਤੁਹਾਡੇ ਤੇ ਵੀ ਹੋ ਜਾਏ। ਜਿੰਨਾ ਪਿੱਛੇ ਪਾਣੀ ਸਾਫ਼ ਹੈ, ਜਿੰਨਾ ਇੱਥੇ ਵਾਤਾਵਰਣ ਸਾਫ਼ ਹੈ, ਉਨੀ ਸਾਫ਼ ਗੋਈ ਤੇ ਉਨੀ ਹੀ ਸਾਦਗੀ ਨਾਲ ਸਾਨੂੰ ਚੱਲਣਾ ਚਾਹੀਦਾ ਹੈ। ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਕਿਸੇ ਦੇ ਨਾਲ ਧੱਕਾ ਹੋ ਜਾਏ। ਹੋ ਸਕਦਾ ਹੈ ਕਿਸੇ ਕੁੜੀ ਵਾਲੇ ਦੇ ਜਾਂ ਮੁੰਡੇ ਵਾਲਿਆਂ ਦੇ ਮਾਪੇ ਹੀ ਬੜੇ ਤਕੜੇ ਹੋਣ, ਸਰਕਾਰੀ ਦਰਬਾਰੇ ਥਾਣੇ ਕਚਹਿਰੀਆਂ ਦੇ ਵਿੱਚ ਉਹਨਾਂ ਦਾ ਹਿਸਾਬ ਕਿਤਾਬ ਜਿਹਾ ਹੋਵੇ, ਉਹ ਕਿਸੇ ਦੇ ਨਾਲ ਧੱਕਾ ਕਰ ਜਾਣ। ਇਦਾਂ ਵੀ ਨਾ ਕਰੋ, ਪਰ ਭੜਕ ਨੂੰ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਤੇ ਸ਼ੱਕ ਹੋਣ ਲੱਗ ਜਾਏ, ਇਦਾਂ ਦਾ ਵਾਤਾਵਰਣ ਪੈਦਾ ਨਾ ਹੋਵੇ। ਹੁਣ ਬੈਨੀਪਾਲ ਸਾਹਿਬ ਅਗਲੀ ਗੱਲ ਜੀ ਪੰਜਾਬ ਦੇ ਆਮ ਲੋਕਾਂ ਨਾਲ ਸੰਬੰਧ ਰੱਖਦੀ, ਜੀ ਜਿਨ੍ਹਾਂ ਦਾ ਪ੍ਰਵਾਸੀਆਂ ਨਾਲ ਲੈਣਾ ਦੇਣਾ ਨਹੀਂ, ਸਕੂਲ ਫੀਸਾਂ ਦੀ। ਜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜ਼ਿਕਰ ਕੀਤਾ ਕਿ ਹਾਈ ਕੋਰਟ ਦਾ ਆਇਆ ਫੈਸਲਾ। ਜੀ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਭਾਈ ਲੋਕਡਾਊਨ ਤੇ ਕਰਫਿਊ ਦੀ ਟਿਊਸ਼ਨ ਫੀਸ ਵੀ ਲੈ ਸਕਦੇ ਹੋ, ਦਾਖਲਾ ਫੀਸ ਵੀ ਲੈ ਸਕਦੇ ਹੋ, ਬੱਸ ਦਾ ਖਰਚਾ ਵੀ ਨਿੱਜੀ ਸਕੂਲ ਲੈ ਸਕਦੇ ਆ। ਪਰ ਜੇ ਕਿਸੇ ਨੂੰ ਬਹੁਤੀ ਦਿੱਕਤ ਹੈ ਵਿਦਿਆਰਥੀ ਨੂੰ, ਤਾਂ ਸਕੂਲ ਦੇ ਮੁਖੀ ਦੇ ਨਾਲ ਜਾ ਕੇ ਸੰਪਰਕ ਕਰੇ। ਉਦੋਂ ਆਪਾਂ ਇਹ ਵੀ ਦੱਸਿਆ ਸੀ ਕਿ ਜਿਹੜੇ ਤਾਂ ਮਾਪੇ ਨੇ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਅੱਗੇ ਜਾ ਕੇ ਉੱਪਰਲੀ ਅਦਾਲਤ ਦੇ ਵਿੱਚ ਅਪੀਲ ਕਰਾਂਗੇ। ਪੰਜਾਬ ਸਰਕਾਰ ਦਾ ਕਲੀਅਰ ਨਹੀਂ ਸੀ, ਕਿਉਂਕਿ ਸਰਕਾਰ ਕਹਿੰਦੀ ਸੀ ਕਿ ਫੀਸ ਨਹੀਂ ਲੈਣੀ ਚਾਹੀਦੀ, ਪਰ ਉਹਨਾਂ ਨੇ ਸਕੂਲ ਦੀ ਮੰਨੀ। ਚਲੋ ਸਕੂਲਾਂ ਦੀ ਮੰਨੀ ਆ, ਅਦਾਲਤ ਨੂੰ ਕੋਈ ਨਿਯਮ ਦਾ ਪਤਾ ਹੋਏਗਾ। ਪਰ ਹੁਣ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਹੋਰਾਂ ਨੇ ਕਲੀਅਰ ਕਰ ਦਿੱਤਾ, ਉਹ ਕਹਿੰਦੇ 5 ਮੰਗਾਂ ਜਿਹੜੀਆਂ ਅਸੀਂ ਹਾਈ ਕੋਰਟ ਦੇ ਕੋਲ ਰੱਖੀਆਂ ਸੀ, ਸਾਡੀਆਂ ਮੰਨ ਲਈਆਂ, ਬਾਕੀ ਨਹੀਂ ਮੰਨੀਆਂ ਗਈਆਂ। ਪਰ ਮਾਪੇ ਪਰੇਸ਼ਾਨ ਬੜੇ ਨੇ, ਪੈਸਾ ਟਕਾ ਹੈ ਕਿਸੇ ਦੇ ਕੋਲ ਨਹੀਂ, ਤੇ ਅਸੀਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਕੋਲੇ ਅਪੀਲ ਕਰਾਂਗੇ ਕਿ ਤੁਸੀਂ ਆਪਣੇ ਪਹਿਲੇ ਫੈਸਲੇ ਤੇ ਨਜ਼ਰਸਾਨੀ ਕਰੋ। ਇਦਾਂ ਫੀਸਾਂ ਲੈਣੀਆਂ ਬਿਲਕੁਲ ਵੀ ਵਾਜਬ ਨਹੀਂ। ਹੁਣ ਇੱਕ ਪਾਸੇ ਤਾਂ ਕੇਸ ਸੁਪਰੀਮ ਕੋਰਟ 'ਚ ਗਿਆ, ਜਿਹਦੇ ਵਿੱਚ 8-10 ਸੂਬਿਆਂ ਦੇ ਮਾਪਿਆਂ ਨੇ ਕਿਹਾ ਕਿ ਲੋਕਡਾਊਨ ਦੌਰਾਨ ਜਿਹੜੀ ਫੀਸ ਲੈਣ ਦਾ ਫੈਸਲਾ ਉਹ ਗਲਤ ਹੈ, ਸਾਡੇ ਤੋਂ ਫੀਸਾਂ ਬਿਲਕੁਲ ਨਾ ਲਈਆਂ ਜਾਂ ਨਾ ਕਿਸੇ ਨਿੱਕੇ ਨਿਆਣੇ ਦਾ ਨਾਂ ਕੱਟਿਆ ਜਾਵੇ। ਹੁਣ ਜੇ ਪੰਜਾਬ ਦੀ ਸਰਕਾਰ ਵੀ ਡਬਲ ਬੈਂਚ ਦੇ ਕੋਲੇ ਜਾਊ, ਕਿੰਨੇ ਦਿਨ ਲੱਗਣਗੇ ਫੈਸਲਾ ਆਉਣ ਨੂੰ? ਕੀ ਫੈਸਲਾ ਮਾਪਿਆਂ ਦੇ ਜਾਂ ਸਰਕਾਰ ਦੇ ਹੱਕ 'ਚ ਆਊਗਾ ਜਾਂ ਨਿੱਜੀ ਸਕੂਲਾਂ ਦੇ ਹੱਕ 'ਚ ਆਊਗਾ, ਦੇਖਣਾ ਪਊਗਾ। ਪਰ ਸਭ ਤੋਂ ਵੱਡੀ ਗੱਲ, ਕੀ ਉਦੋਂ ਤੱਕ ਮਾਪਿਆਂ ਨੂੰ ਫੀਸ ਦੇਣੀ ਪਏਗੀ? ਜੇ ਉਹ ਫੀਸ ਡਬਲ ਬੈਂਚ ਦੇ ਫੈਸਲੇ ਤੱਕ ਨਹੀਂ ਦਿੰਦੇ, ਕਿਤੇ ਉਹਨਾਂ ਦੇ ਬੱਚੇ ਦਾ ਨਾਂ ਸਕੂਲੋਂ ਕੱਟ ਤਾਂ ਨਹੀਂ ਦਿੱਤਾ ਜਾਊਗਾ? ਜਿਹੜੇ ਆਨਲਾਈਨ ਪੜ੍ਹਾਉਂਦੇ ਨੇ, ਕਿਤੇ ਉਹਨਾਂ ਦੇ ਬੱਚਿਆਂ ਦੇ ਪੜ੍ਹਾਉਣ ਨੂੰ ਇਨਕਾਰ ਤਾਂ ਨਹੀਂ ਕਰ ਦੇਣਗੇ? ਸਮੁੱਚੇ ਪੰਜਾਬ ਦੇ ਨਾਲ ਸੰਬੰਧਿਤ ਮਸਲਾ ਹੈ, ਪਰ ਹੁਣ ਹਾਈ ਕੋਰਟ ਦੇ ਡਬਲ ਬੈਂਚ ਤੇ ਨਜ਼ਰਾਂ ਟਿਕਣਗੀਆਂ। ਬਾਟ ਸਾਹਿਬ, ਇਹਦੇ ਤੋਂ ਪਹਿਲਾਂ ਕਿ ਡਬਲ ਬੈਂਚ ਦਾ ਫੈਸਲਾ ਕੀ ਆਉਂਦਾ ਹੈ ਜੀ, ਜਿਹੜੇ 8 ਸੂਬਿਆਂ ਦੇ ਮਾਪਿਆਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਨਾ, ਉਹਦੀ ਸੁਣਵਾਈ 6 ਜੁਲਾਈ ਨੂੰ ਹੈ। ਉਹਨਾਂ ਨੇ ਵਿੱਚ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ, ਉਹਨਾਂ ਦੇ ਵਿੱਚ ਪੰਜਾਬ ਸੂਬੇ ਦੇ ਮਾਪੇ ਵੀ ਨੇ। ਉਹ ਸਾਰੇ ਸੂਬਿਆਂ ਦੇ ਮਾਪਿਆਂ ਨੇ, ਜਿਹੜੇ ਸੂਬੇ 8 ਨੇ ਜੀ, ਉਹਨਾਂ ਨੇ ਜ਼ਿਕਰ ਇਸੇ ਗੱਲ ਦਾ ਕੀਤਾ ਕਿ ਪਹਿਲੀ ਗੱਲ ਤਾਂ ਜਿਹੜੀ ਇਹ ਫੀਸ ਹੈ, ਫੀਸ ਬੰਦ ਕੀਤੀ ਜਾਵੇ, ਸਾਨੂੰ ਕਿਹਾ ਜਾਵੇ ਕਿ ਫੀਸ ਦੇਣੀ ਨਹੀਂ, ਅਸੀਂ ਅਪੀਲ ਕਰਦੇ ਹਾਂ, ਦਰਖਾਸਤ ਕਰਦੇ ਹਾਂ। ਤੇ ਦੂਸਰੀ ਉਹਦੇ ਵਿੱਚ ਮੰਗ ਇਹ ਵੀ ਹੈ ਕਿ ਜਿਹੜੇ ਮਾਪੇ ਫੀਸ ਨਹੀਂ ਦੇ ਸਕਦੇ, ਉਹਨਾਂ ਦੇ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਜਾ ਰਹੇ ਨੇ, ਉਹਨਾਂ ਦਾ ਨਾਂ ਨਾ ਕੱਟਿਆ ਜਾਵੇ, ਉਹਨਾਂ ਨੂੰ ਸਕੂਲ ਦੇ ਵਿੱਚ ਜਾਣ ਤੋਂ ਜਾਂ ਪੜ੍ਹਾਉਣ ਤੋਂ ਇਨਕਾਰ ਨਾ ਕੀਤਾ ਜਾਵੇ ਜੀ। ਹੁਣ ਸੁਪਰੀਮ ਕੋਰਟ ਕੀ ਫੈਸਲਾ ਸੁਣਾਉਂਦੀ ਹੈ, 6 ਜੁਲਾਈ ਤੱਕ ਉਡੀਕ ਕਰਨੀ ਪਏਗੀ। ਜਿਹੜੀ ਪੰਜਾਬ ਦੇ ਸਿੱਖਿਆ ਮੰਤਰੀ ਸਿੰਗਲਾ ਸਾਹਿਬ ਨੇ ਡਬਲ ਬੈਂਚ ਦੇ ਕੋਲ ਅਪੀਲ ਕਰਨ ਦਾ ਜ਼ਿਕਰ ਕੀਤਾ, ਕਿਉਂਕਿ ਦੇਖੋ ਪਹਿਲਾਂ ਆਪਾਂ ਆਖ ਦਿੰਦੇ ਹਾਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਣਯੋਗ ਅਦਾਲਤ, ਮਾਣਯੋਗ ਜੱਜ ਸਾਹਿਬਾਨ ਨੇ ਫੈਸਲਾ ਸੁਣਾਉਂਦਿਆਂ ਇਹ ਕਿਹਾ ਜੀ ਕਿ 70% ਤੱਕ ਉਹ ਜਿਹੜੀ ਟਿਊਸ਼ਨ ਫੀ ਲੈ ਸਕਦੇ ਆ ਤੇ ਦਾਖਲਾ ਫੀਸ ਲੈ ਸਕਦੇ ਆ। ਇਹਦੇ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾ ਸਕਦੀ ਪ੍ਰਾਈਵੇਟ ਸਕੂਲਾਂ ਦੇ ਵੱਲੋਂ। ਭਾਵੇਂ ਫੈਸਲਾ ਅਦਾਲਤ ਕੀ ਸੁਣਾਉਂਦੀ ਹੈ, ਕਦ ਸੁਣਾਉਂਦੀ ਹੈ, ਇਹ ਤਾਂ ਮਾਣਯੋਗ ਅਦਾਲਤ ਨੂੰ ਪਤਾ, ਪਰ ਜਿੱਥੇ ਤੱਕ ਕਿਆਸ ਕੀਤਾ ਜਾ ਸਕਦਾ, ਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਵੀ ਅਦਾਲਤ ਨੇ ਜਾਂਚ ਤੇ ਪੜਤਾਲ ਕਰਨ ਤੋਂ ਬਾਅਦ ਟਿਊਸ਼ਨ ਫੀਸ 70% ਤੱਕ ਜੀ ਦਾਖਲਾ ਫੀਸ ਲੈਣ ਦੀ ਹਾਮੀ ਭਰੀ ਸੀ ਕਿ ਇਹ ਸਕੂਲਾਂ ਵੱਲੋਂ ਲਈ ਜਾ ਸਕਦੀ ਹੈ। ਕਿਉਂਕਿ ਜਦੋਂ ਅਦਾਲਤ ਦੇ ਕੋਲ ਕੋਈ ਵੀ ਕੇਸ ਜਾਂਦਾ ਹੈ, ਅਦਾਲਤ ਕੋਈ ਵੀ ਹੋਵੇ, ਭਾਵੇਂ ਕਿਸ ਦਾ ਕਤਲ ਤੱਕ ਕੀਤੇ ਦਾ ਕੇਸ ਕਿਉਂ ਨਾ ਗਿਆ ਹੋਵੇ, ਅਦਾਲਤ ਕਦੇ ਵੀ ਜਜ਼ਬਾਤਾਂ ਦੇ ਆਧਾਰ ਤੇ ਫੈਸਲਾ ਨਹੀਂ ਸੁਣਾਉਂਦੀ ਜੀ। ਅਦਾਲਤ ਜਦੋਂ ਵੀ ਕਿਸੇ ਫੈਸਲਾ ਕੁਨ ਘੜੀ ਤੇ ਪਹੁੰਚਦੀ ਹੈ ਜਾਂ ਫੈਸਲਾ ਸੁਣਾਉਂਦੀ ਹੈ, ਸਬੂਤਾਂ ਦੇ ਆਧਾਰ ਤੇ ਫੈਸਲਾ ਸੁਣਾਉਂਦੀ ਹੈ।
ਅਦਾਲਤ ਨੇ ਕਿਹਾ ਹੈ ਕਿ ਅਸੀਂ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਅਧਿਆਪਕ ਸੱਦੇ ਜਾ ਰਹੇ ਨੇ, ਅਧਿਆਪਕ ਆਨਲਾਈਨ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਜੇਕਰ ਦਾਖਲਾ ਲਿਆ ਹੈ, ਇਸ ਕਰਕੇ ਉਹ ਬੱਚਿਆਂ ਨੂੰ ਪੜ੍ਹਾ ਰਹੇ ਨੇ, ਇਸੇ ਕਰਕੇ ਟਿਊਸ਼ਨ ਫੀ ਤੇ ਦਾਖਲਾ ਫੀਸ ਲੈਣ ਦੀ ਗੱਲ ਕੀਤੀ ਸੀ। ਪਰ ਦੂਸਰੇ ਪਾਸੇ ਮਾਣਯੋਗ ਅਦਾਲਤ ਨੇ ਸਕੂਲਾਂ ਵਾਲਿਆਂ ਦਾ ਪੱਖ ਵੀ ਸੁਣਿਆ। ਉਹਨਾਂ ਨੇ ਦੱਸਿਆ ਕਿ ਸਾਡੇ 100 ਨਿੱਕੇ ਮੋਟੇ ਖਰਚਿਆਂ ਦੇ ਨਾਲ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਫੀਸਾਂ ਵੀ ਨੇ ਤੇ ਜਿਹੜਾ ਸਾਡੇ ਕੋਲੇ ਇਕਵਿਪਮੈਂਟ ਹੈ ਜਿਹਦੇ ਜ਼ਰੀਏ ਅਸੀਂ ਬੱਚਿਆਂ ਨੂੰ ਤਾਲੀਮ ਦੇ ਰਹੇ ਹਾਂ ਉਹਦੇ ਵੀ ਖਰਚੇ ਆ। ਸੋ ਮੈਨੂੰ ਇਹ ਆਸ ਲੱਗਦੀ ਹੈ, ਉਮੀਦ ਲੱਗਦੀ ਹੈ ਕਿ ਲਗਭਗ ਫੈਸਲਾ ਇਹਦੇ ਨੇੜ ਤੇੜੀ ਦੁਬਾਰਾ ਆਏਗਾ ਜੀ। ਪਰ ਦੇਖਣਾ ਪਏਗਾ ਕਿ ਅਦਾਲਤ ਫੈਸਲਾ ਕੀ ਸੁਣਾਉਂਦੀ ਹੈ। ਹਾਲ ਦੀ ਘੜੀ ਫੈਸਲਾ ਉਹੀ ਹੈ ਜਿਹੜਾ ਮਾਣਯੋਗ ਅਦਾਲਤ ਨੇ ਬੀਤੇ ਦਿਨੀ ਦਿੱਤਾ ਸੀ ਕਿ ਟਿਊਸ਼ਨ ਫੀਸ 70% ਦੀ ਤੇ ਦਾਖਲਾ ਫੀਸ ਲੈਣ ਤੋਂ ਇਲਾਵਾ ਜੇਕਰ ਕੋਈ ਵੀ ਪ੍ਰਾਈਵੇਟ ਸਕੂਲ ਕਿਸੇ ਵੀ ਮਾਪੇ ਨੂੰ ਇਹ ਕਹਿ ਰਿਹਾ ਕਿ ਆਹ ਫੀਸ ਵੀ ਸਾਨੂੰ ਦਿਓ, ਉਹਦੇ ਖਿਲਾਫ ਠੋਕ ਵਜਾ ਕੇ ਕਾਰਵਾਈ ਹੋਏਗੀ। ਪਰ ਇਹ ਅਪੀਲ ਦਾ ਫੈਸਲਾ ਸਾਨੂੰ ਉਡੀਕਣਾ ਪਏਗਾ। ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਕੁਝ ਸਕੂਲਾਂ ਦੀ ਰੱਖੀ ਜਾਵੇ, ਕੁਝ ਮਾਪਿਆਂ ਦੀ ਰੱਖੀ ਜਾਵੇ, ਕੁਝ ਸਰਕਾਰ ਵੀ ਆਪਣੇ ਵੱਲੋਂ ਕੁਝ ਨਰਮੀ ਦਿਖਾਏ ਨਾ, ਤਾਂ ਫਿਰ ਵੀ ਹੋ ਸਕਦਾ ਹੈ ਕੁਝ ਨਾ ਕੁਝ ਰਾਹਤ ਜਿਵੇਂ ਇਹਨਾਂ ਮੁਲਕਾਂ ਨੇ ਦਿੱਤੀ ਹੈ ਜੀ, ਉਹ ਸਕੂਲ ਵਾਲਿਆਂ ਨੂੰ ਕੁਝ ਫੰਡਿੰਗ ਕਰ ਦੇਵੇ ਜੀ ਕਿ ਭਾਈ ਤੁਸੀਂ ਮਾਪਿਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ। ਆਪਾਂ ਨੂੰ ਪਤਾ ਕਿ ਮਾਪੇ ਇਸ ਕਦਰੇ ਤੰਗ ਨੇ ਕਿਉਂਕਿ ਉਹਨਾਂ ਕੋਲ ਨਾ ਕੰਮ ਨੇ ਨਾ ਭਵਿੱਖ ਵਿੱਚ ਹਾਲੇ ਕੰਮ ਦੀ ਸੰਭਾਵਨਾ ਹੈ। ਸਭ ਤੋਂ ਵੱਡੀ ਗੱਲ ਬੈਨੀਪਾਲ ਸਾਹਿਬ, ਜੇ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਨਾ, ਜੀ ਤਕਰੀਬਨ 15% ਦਾਖਲੇ ਵਧੇ ਨੇ ਸਰਕਾਰੀ ਸਕੂਲਾਂ 'ਚ। ਜਦੋਂ ਵਿਦਿਆਰਥੀਆਂ ਦੀ ਗਿਣਤੀ ਸਰਕਾਰੀ ਸਕੂਲਾਂ 'ਚ ਵਧੀ ਆ ਤਾਂ ਪੰਜਾਬ ਦੀ ਸਰਕਾਰ ਦੇ ਲਈ ਸੁਨਹਿਰੀ ਮੌਕਾ ਕਿ ਆਪਣੇ ਸਕੂਲੀ ਢਾਂਚੇ ਨੂੰ ਮਜ਼ਬੂਤ ਕਰੇ, ਅਧਿਆਪਕਾਂ ਦੀਆਂ ਅਸਾਮੀਆਂ ਭਰੇ, ਉੱਥੇ ਬੈਂਚ ਦੇਵੇ, ਬਲੈਕ ਬੋਰਡ ਦੇਵੇ, ਵਾਈਟ ਬੋਰਡ ਦੇਵੇ, ਵਾਈਟਨਰ ਦੇਵੇ, ਉੱਥੇ ਚੌਕ ਦੇਵੇ, ਇੱਕ ਪੜ੍ਹਨ ਪੜ੍ਹਾਉਣ ਦਾ ਵਾਤਾਵਰਣ ਪੈਦਾ ਕਰੇ ਕਿਉਂਕਿ ਜੇ ਐਤਕੀ ਮਜ਼ਬੂਤ ਨਾ ਕੀਤਾ ਤਾਂ ਔਖਾ ਹੋ ਜੂ। ਹੁਣ ਬੈਨੀਪਾਲ ਸਾਹਿਬ, ਆਪਾਂ ਕੁਝ ਗੱਲਾਂ ਬਾਤਾਂ ਧਾਰਮਿਕ ਪੱਖ ਤੋਂ ਕਰਨੀਆਂ ਜੀ। ਹੁਣ ਬੀਤੇ ਕੱਲ ਪੋਰਟ ਅਲਬਨੀ ਦੇ ਵਿੱਚ ਆਪਾਂ ਪ੍ਰੋਗਰਾਮ ਕੀਤਾ ਜੀ, ਗੁਰੂ ਘਰ ਦੀ ਹਦੂਦ ਦੇ ਅੰਦਰ ਕੀਤਾ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਪਰ ਹੁਣ ਨਾਲ ਦੀ ਨਾਲ ਜਿਹੜਾ ਬਹੁਤ ਵੱਡਾ ਮਸਲਾ, ਆਪਾਂ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਦੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ। ਹੁਣ ਦੇਖੋ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਹੁੰਦੀਆਂ ਸਮਾਜਿਕ ਤੌਰ ਦੇ ਉੱਤੇ। ਆਪਣੇ ਪਿੱਛੇ ਇਸ ਵੇਲੇ ਸਥਾਨਕ ਲੋਕ ਤੁਰੇ ਜਾ ਰਹੇ ਆ ਜੀ। ਸਮੁੰਦਰ ਦੀਆਂ ਲਹਿਰਾਂ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਖੇਡ ਦੇ ਵਿੱਚ ਪਾਉਣਾ ਹੈ ਕਿਉਂਕਿ ਉਹਨਾਂ ਦਾ ਮਨ ਕਰਦਾ ਹੈ, ਪਰ ਉਹ ਬੜੇ ਸਾਫ਼ ਸੁਥਰੇ ਜਿਹੇ ਲੋਕ ਨੇ ਮਾਨਸਿਕ ਪੱਖੋਂ, ਦਿਮਾਗੀ ਪੱਖੋਂ। ਪਰ ਜਦੋਂ ਆਪਾਂ ਧਾਰਮਿਕ ਪੱਖ ਦੀ ਗੱਲ ਕਰਦੇ ਹਾਂ ਤਾਂ ਬੜਾ ਕੁਝ ਆਉਂਦਾ। ਹੁਣ ਬੈਨੀਪਾਲ ਸਾਹਿਬ, ਜਦੋਂ ਇਹ ਗੱਲਬਾਤ ਜਿਹੜੀ ਉਹ ਸਾਹਮਣੇ ਆ ਗਈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਨੀ ਕਿ ਆਨੰਦਪੁਰ ਸਾਹਿਬ ਜਿਹੜਾ ਲੰਗਰ ਚੱਲਦਾ ਹੈ, ਚਰਚਾ ਚੱਲੀ ਸੀ ਕਿ ਲੋਕਡਾਊਨ ਦੇ ਵਿੱਚ ਕਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਸੰਗਤ ਦੀ ਗਿਣਤੀ ਤਾਂ ਗਈ ਬਹੁਤ ਜ਼ਿਆਦਾ ਘਟ ਜੀ। ਪਰ ਜਦੋਂ ਸੰਗਤ ਦੀ ਗਿਣਤੀ ਘਟ ਗਈ, ਪਰ ਜਿਹੜੀਆਂ ਸਬਜ਼ੀਆਂ ਲੰਗਰ ਦੇ ਲਈ ਖਰੀਦੀਆਂ ਜਾਂਦੀਆਂ ਸੀ ਨੰਗਲ ਤੋਂ, ਕਹਿੰਦੇ ਉਹ ਸਬਜ਼ੀਆਂ ਉਨੇ ਦੀਆਂ ਆਉਂਦੀਆਂ, ਸਗੋਂ ਭੂਰਾ ਕ ਵੱਧ ਆਉਂਦੀਆਂ। ਟਿੰਡੇ ਵੀ ਖਰੀਦ ਲਓ, ਆਲੂ ਵੀ ਖਰੀਦ ਲਓ। ਸ਼ਿਕਾਇਤਾਂ ਹੋ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਤੋਂ ਆਪਣੀ ਇੱਕ ਟੀਮ ਭੇਜੀ ਕਿ ਜੇ ਸੰਗਤ ਦੀ ਗਿਣਤੀ ਘਟ ਗਈ ਸੀ, ਜੇ ਲੰਗਰ ਛਕਣ ਵਾਲੇ ਘਟ ਗਏ ਸੀ, ਜੇ ਸਧਾਰਨ ਦਿਨਾਂ ਦੇ ਵਿੱਚ ਸਬਜ਼ੀ ਬਹੁਤੀ ਬਣਦੀ ਨਹੀਂ ਸੀ, ਦਾਲ ਦੇ ਨਾਲ ਫੁਲਕਾ ਪ੍ਰਸ਼ਾਦਾ ਛਕਾਇਆ ਜਾਂਦਾ ਸੀ, ਤਾਂ ਜਦੋਂ ਸੰਗਤ ਘਟ ਗਈ ਸੀ ਤਾਂ ਸਬਜ਼ੀਆਂ ਪਹਿਲਾਂ ਨਾਲੋਂ ਵੱਧ ਕਿਉਂ ਖਰੀਦੀਆਂ ਗਈਆਂ ਜਾਂ ਸਬਜ਼ੀਆਂ ਹੀ ਕਿਉਂ ਖਰੀਦੀਆਂ ਗਈਆਂ? ਬਿੱਲ ਕਿਤੇ ਜਾਲੀ ਤਾਂ ਨਹੀਂ, ਕਿਤੇ ਫਰਜ਼ੀ ਤਾਂ ਨਹੀਂ। ਕਮੇਟੀ ਆਈ, ਰਿਕਾਰਡ ਕਬਜ਼ੇ ਦੇ ਵਿੱਚ ਲਿਆ। ਆਪਾਂ ਉਸ ਦਿਨ ਵੀ ਕਿਹਾ ਸੀ ਕਿ ਚੰਗਾ ਹੋਵੇ ਕੋਈ ਘਪਲਾ ਨਾ ਨਿਕਲੇ ਕਿਉਂਕਿ ਗੁਰੂ ਘਰ ਦਾ ਮਸਲਾ ਹੈ, ਗੁਰੂ ਕੇ ਲੰਗਰ ਦਾ ਮਸਲਾ ਹੈ, ਉਹਦੇ ਵਿੱਚ ਵੀ ਜੇ ਘਪਲਾ ਹੋ ਗਿਆ ਤਾਂ ਪੱਲੇ ਸਾਡੇ ਕੀ ਰਿਹਾ। ਪਰ ਹੁਣ ਕਮੇਟੀ ਨੇ ਰਿਪੋਰਟ ਜਾ ਕੇ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਤੁਰੰਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਾਹਿਬ ਨੂੰ ਮੁਅੱਤਲ ਕਰ ਦਿੱਤਾ ਹੈ। 4 ਬੰਦੇ, 4 ਅਧਿਕਾਰੀ ਕਰਮਚਾਰੀ ਨਾਲ ਹੋਰ ਮੁਅੱਤਲ ਕੀਤੇ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਸਾਰੇ ਲੰਗਰ ਪਾਣੀ ਪ੍ਰਸ਼ਾਦੇ ਦੀ। ਹੁਣ ਦੇਖੋ ਖਾਲਸੇ ਦੀ ਸਾਜਨਾ ਹੋਈ, ਉਹਦੇ ਨਾਲ ਸੰਬੰਧਿਤ ਗੁਰੂ ਘਰ, ਉਹਦੇ ਨਾਲ ਸੰਬੰਧਿਤ ਲੰਗਰ, ਉਹ ਟਿੰਡਿਆਂ 'ਚੋਂ ਪੈਸੇ ਖਾਂਦੇ ਆ, ਗੋਭੀ 'ਚੋਂ ਪੈਸੇ ਖਾਂਦੇ ਆ, ਸਬਜ਼ੀ 'ਚੋਂ ਪੈਸੇ ਖਾਂਦੇ ਆ। ਸ਼ਰਮ ਵਾਲੀ ਗੱਲ ਚਾਹੀਦੀ ਹੈ ਕਿ ਭਾਈ ਗੁਰੂ ਘਰ ਦੀ ਲੰਗਰ ਕਮੇਟੀ ਨੂੰ ਜਦੋਂ ਸਸਪੈਂਡ ਕਰਨਾ ਪਿਆ, ਜਦੋਂ ਇਹਦੇ ਤੇ ਜਾਂਚ ਪੜਤਾਲ ਹੋਏਗੀ ਤਾਂ ਅਸੀਂ ਜਾਵਾਂਗੇ ਕਿੱਧਰ? ਬੈਨੀਪਾਲ ਸਾਹਿਬ, ਇਸ ਵੇਲੇ ਭਾਵੇਂ ਉਹ ਸਸਪੈਂਡ ਨੇ, ਉਹਨਾਂ ਨੂੰ ਇੱਕ ਕੇਂਦਰ ਦੇ ਵਿੱਚ ਸੱਦ ਲਿਆ ਗਿਆ ਕਿ ਤੁਸੀਂ ਉਦੋਂ ਤੱਕ ਇੱਥੇ ਰਹਿਣਾ, ਉੱਥੇ ਨਹੀਂ ਜਾਣਾ। ਨਵੇਂ ਬੰਦਿਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ, ਪਰ ਰੌਲਾ ਸਿਰਫ ਤੇ ਸਿਰਫ ਨਿਗਾਰਦਾ ਹੈ। ਇੱਕ ਪਾਸੇ ਦੇਖੋ 250 ਤੋਂ ਵੱਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਉਹ ਘਟ ਗਏ, ਰਿਕਾਰਡ ਦੇ ਵਿੱਚ ਵੱਧ ਨੇ, ਪ੍ਰੈਕਟੀਕਲੀ ਘੱਟ ਨੇ। ਜਿਹੜੇ ਬੰਦੇ ਨੂੰ ਡਿਊਟੀ ਦਿੱਤੀ ਗਈ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਕਿ ਭਾਈ ਤੁਸੀਂ ਡਿਊਟੀ ਲਾਓ, ਕਹਿੰਦਾ ਪਹਿਲਾਂ ਸਰੂਪ ਤਾਂ ਪੂਰੇ ਕਰੋ। ਉਹਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕਹਿਣ ਤੇ ਕਮੇਟੀ ਬਣਾਉਣੀ ਪਈ। ਇੱਕ ਪਾਸੇ ਪੰਜਾਬ ਦੇ ਵਿੱਚੋਂ ਇੱਕ ਲੜਕੀ ਜਿਹੜੀ ਪਾਕਿਸਤਾਨ ਯਾਤਰਾ ਕਰਨ ਗਈ ਸੀ,
ਉਹ ਵਾਪਸ ਨਹੀਂ ਆਈ। ਸ਼੍ਰੋਮਣੀ ਕਮੇਟੀ ਨੂੰ ਉਹਦੀ ਕਮੇਟੀ ਬਣਾਉਣੀ ਪਈ। ਅਸੀਂ ਲੰਗਰ ਦੇ ਮੁੱਦੇ ਤੇ ਕਮੇਟੀ ਬਣਾਈ ਕਿ ਪੈਸੇ ਕੌਣ ਖਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਗਿਣਤੀ ਘਟ ਗਈ। ਉਹ ਲੜਕੀ ਜਿਹੜੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੀ, ਉਹਦੀ ਕਮੇਟੀ ਦਾ ਅਜੇ ਤੱਕ ਫੈਸਲਾ ਕੋਈ ਨਹੀਂ ਆਇਆ। ਬੈਨੀਪਾਲ ਸਾਹਿਬ, ਕੰਮ ਜਾ ਕਿੱਧਰ ਨੂੰ ਰਿਹਾ? ਨੌਜਵਾਨ ਪੀੜ੍ਹੀ ਜਿਹਨੂੰ ਨਾਲ ਜੋੜਨ ਦੇ ਲਈ ਲਗਾਤਾਰ ਪ੍ਰੇਰਨਾ ਦਿੱਤੀ ਜਾਂਦੀ ਹੈ ਕਿ ਭਾਈ ਆਹ ਧਰਮ ਹੈ, ਆਹ ਸਾਡਾ ਇਤਿਹਾਸ ਹੈ, ਆਹ ਸਾਡੇ ਸੰਘਰਸ਼ ਨੇ, ਆਹ ਲੋਕਾਂ ਦੇ ਲਈ ਖੜੇ ਹੋਣ ਦੀ ਸਾਡੀ ਪ੍ਰਵਿਰਤੀ ਹੈ ਤੇ ਇੱਕ ਰਵਾਇਤ ਹੈ, ਤੇ ਅਸੀਂ ਇੰਨੇ ਨਿਘਾਰ ਚਲ ਗਏ, ਜਾਵਾਂਗੇ ਕਿੱਧਰ? ਬਿਲਕੁਲ, ਦੇਖੋ ਆਪਣੇ ਆਪ ਦੇ ਵਿੱਚ ਗੱਲ ਕਰਦਿਆਂ ਸ਼ਰਮ ਆਉਂਦੀ ਹੈ ਜੀ। ਕੇਸਗੜ੍ਹ ਸਾਹਿਬ ਦੀ ਜੇਕਰ ਗੱਲ ਕਰੀਏ, ਬੀਤੇ ਦਿਨਾਂ ਦਾ ਚੱਲਦਾ ਰਿਹਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਤੇ ਸੁਲਝੀ ਜਾ ਰਿਹਾ ਜੀ। 5 ਜਿਹੜੇ ਵਿਅਕਤੀ ਉਹਨਾਂ ਨੇ ਮੁਅੱਤਲ ਕੀਤੇ ਨੇ, ਸਸਪੈਂਡ ਕੀਤੇ ਨੇ, ਉਹਨਾਂ ਦੇ ਵਿੱਚ ਕੇਸਗੜ੍ਹ ਸਾਹਿਬ ਦਾ ਜਿਹੜਾ ਮੈਨੇਜਰ ਹੈ, ਡਿਪਟੀ ਮੈਨੇਜਰ ਹੈ, ਇਹਦੇ ਨਾਲ ਅਕਾਊਂਟੈਂਟ ਹੈ, ਸਟੋਰ ਕੀਪਰ ਹੈ ਤੇ ਇੰਸਪੈਕਟਰ ਹੈ ਜੀ। ਇਹ 5 ਹੀ ਬੰਦਿਆਂ ਨੂੰ ਸਸਪੈਂਡ ਕਰਨਾ ਪੈ ਗਿਆ ਕਿ ਭਾਈ ਇਹਨਾਂ ਦਿਨਾਂ ਦੇ ਵਿੱਚ ਕੋਵਿਡ-19 ਦੇ ਕਾਰਨ ਸੰਗਤ ਤਾਂ ਘਟੀ ਹੈ, ਪਰ ਤੁਸੀਂ ਜਿਹੜੀ ਰਸਦਾਂ ਲੈ ਕੇ ਆਉਂਦੇ ਰਹੇ, ਸਬਜ਼ੀਆਂ ਲੈ ਕੇ ਆਉਂਦੇ ਰਹੇ, ਉਹ ਪਹਿਲਾਂ ਨਾਲੋਂ ਵੀ ਵਧਾਤੀਆਂ ਨੇ। ਮੇਰੇ ਖਿਆਲ ਦੇ ਵਿੱਚ ਇਹ ਬਹੁਤ ਡਿੱਗੀ ਹੋਈ ਤੇ ਗਰਕੀ ਹੋਈ ਗੱਲ ਹੈ। ਇਹ ਗੱਲ ਜੱਗ ਜ਼ਾਹਰ ਹੈ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਹਰ ਇੱਕ ਥਾਂ ਦੇ ਉੱਤੇ ਭੀੜ ਭੜੱਕਾ ਜਾਂ ਸੰਗਤਾਂ ਦੀ ਆਮਦ ਘਟੀ ਸੀ। ਇਹ ਗੱਲ ਤੇ ਮੇਰੇ ਖਿਆਲ ਦੇ ਵਿੱਚ ਬਹੁਤ ਜਾਂਚ ਦੀ ਤੇ ਪੜਤਾਲ ਦੀ ਗੱਲ ਹੈ ਕਿ ਜੇਕਰ ਸੰਗਤ ਘਟੀ ਸੀ ਤੇ ਸਬਜ਼ੀਆਂ ਪਹਿਲਾਂ ਨਾਲੋਂ ਵੱਧ ਕਿਉਂ ਲੱਗਦੀਆਂ ਰਹੀਆਂ। ਇਹ 5 ਹੀ ਬੰਦੇ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਕਿ ਮੈਨੇਜਰ, ਡਿਪਟੀ ਮੈਨੇਜਰ, ਅਕਾਊਂਟੈਂਟ, ਸਟੋਰ ਕੀਪਰ, ਇਹ ਸਾਰੇ ਬੰਦੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ। ਗੱਲ ਸਸਪੈਂਸ਼ਨ ਤੇ ਮੈਨੂੰ ਲੱਗਦਾ ਮੁੱਕਣੀ ਨਹੀਂ ਬਾਠ ਸਾਹਿਬ, ਗੱਲ ਅੱਗੇ ਵਧਣੀ। ਤੇ ਜਿਹੜੀ 250 ਸਰੂਪ ਦੀ ਤੁਸੀਂ ਜ਼ਿਕਰ ਕੀਤਾ ਕਿ ਸਰੂਪ ਹੀ ਪਤਾ ਨਹੀਂ ਕਿੱਥੇ ਚਲੇ ਗਏ, ਇਹ ਉਹਦੇ ਤੋਂ ਵੀ ਡਿੱਗੀ ਹੋਈ ਤੇ ਨਿਘਾਰ ਵਾਲੀ ਗੱਲ ਹੈ। ਜੇਕਰ ਸਾਨੂੰ ਇਹ ਗਿਣਤੀਆਂ ਕਰਨ ਦੇ ਵਿੱਚ ਸਾਨੂੰ ਮੁਸੀਬਤ ਆ ਰਹੀ ਹੈ ਕਿ ਸਾਨੂੰ ਇਹੀ ਨਹੀਂ ਪਤਾ ਲੱਗਿਆ ਕਿ ਸਰੂਪ ਲੈ ਕੌਣ ਗਿਆ, ਕਿਤੇ ਕਿਸੇ ਨੂੰ ਵੇਚ ਤਾਂ ਨਹੀਂ ਦਿੱਤੇ ਜੀ। ਕਿਉਂਕਿ ਪਹਿਲਾਂ ਵੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਬਹੁਤ ਸਾਰਾ ਸਮਾਨ ਚੁੱਕ ਕੇ ਲੈ ਗਏ ਸੀ। 1984 ਦੇ ਆਪਰੇਸ਼ਨ ਬਲੂ ਸਟਾਰ ਦੇ ਵੇਲੇ ਰੌਲਾ ਇੱਕ ਵਾਰੀ ਇਹ ਵੀ ਪਿਆ ਸੀ ਜੀ ਕਿ ਉਹਨਾਂ ਵਿੱਚੋਂ ਬਹੁਤ ਸਾਰੀਆਂ ਪਾਵਨ ਪਵਿੱਤਰ ਵਸਤਾਂ ਵੈਨਕੂਵਰ ਦੀ ਧਰਤੀ ਤੇ ਆਈਆਂ ਨੇ ਤੇ ਉਹ ਵੇਚੀਆਂ ਗਈਆਂ ਨੇ ਜੀ। ਇਹਦਾ ਮਤਲਬ SGPC ਦੇ ਵਿੱਚ ਵੀ ਸਭ ਕੁਝ ਅੱਛਾ ਨਹੀਂ ਚੱਲ ਰਿਹਾ ਤੇ ਕਮੇਟੀ ਤੋਂ ਬਾਅਦ ਕਮੇਟੀ ਬਣਾਉਣੀ ਪੈ ਰਹੀ ਤੇ ਪਹਿਲੀਆਂ ਕਮੇਟੀਆਂ ਦੀ ਹਾਲੇ ਤੱਕ ਰਿਪੋਰਟ ਕੋਈ ਨਹੀਂ, ਨਤੀਜੇ ਫਿਰ ਕੋਈ ਨਹੀਂ। ਜਿੱਥੋਂ ਅੱਜ ਆਪਾਂ ਪ੍ਰੋਗਰਾਮ ਦੀ ਗੱਲ ਸ਼ੁਰੂ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੱਸੀ ਜਾ ਰਹੇ ਨੇ ਕਮੇਟੀ ਉਹਨਾਂ ਦੀ ਵੀ ਬਣਾਈ ਹੈ, ਕੋਈ ਮਤਾ ਪੇਸ਼ ਕੀਤਾ ਉਹਨਾਂ ਨੇ ਜਾਂ ਪਾਸ ਕੀਤਾ, ਕੋਈ ਰਿਜ਼ਲਟ ਉਹਨਾਂ ਦੇ ਵੀ ਕੋਈ ਨਹੀਂ, ਰਿਜ਼ਲਟ ਕਮੇਟੀਆਂ ਦੇ ਵੀ ਕੋਈ ਨਹੀਂ। ਪਰ ਗੱਲ ਇਹ ਹੈ ਕਿ ਆਮ ਲੋਕ, ਸ਼ਰਧਾਵਾਨ ਲੋਕ, ਜਿੰਨੀ ਸ਼ਰਧਾ ਤੇ ਸਤਿਕਾਰ ਹੁੰਦਾ, ਆਪਾਂ ਜਾਣਦੇ ਹਾਂ 5 ਚੜਾਈਏ, 500 ਚੜਾਈਏ, 5000 ਚੜਾਈਏ, ਕਦੇ ਮੁੜ ਕੇ ਪੁੱਛਦੇ ਨਹੀਂ ਜੀ। ਮੈਨੂੰ ਲੱਗਦਾ ਮੁਸੀਬਤ ਕਿ ਇੱਥੇ ਵੀ ਹੈ ਜੀ। ਜੇਕਰ ਅਸੀਂ ਨਾ ਘੱਟੋ ਘੱਟ ਦਾਨ ਦੇਣ ਦੀ ਦਿਸ਼ਾ ਬਦਲੀਏ ਤੇ ਦਾਨ ਦੇ ਕੇ ਪੁੱਛੀਏ ਭਾਈ ਇੰਨਾ ਪੈਸਾ ਆਉਂਦਾ, ਇੰਨਾ ਵੱਡਾ ਬਜਟ ਹੈ, ਜਾਂਦਾ ਕਿੱਥੇ ਹੈ? ਜਾਂਦਾ ਕਿੱਥੇ ਹੈ? ਗੱਲ ਫੇਰ ਬਣਦੀ ਹੈ, ਗੱਲ ਫੇਰ ਬਣਦੀ ਹੈ। ਪ੍ਰਚਾਰ ਕਮੇਟੀ ਕੀ ਕਰ ਰਹੀ ਹੈ? ਕਦੇ ਮੈਂ ਤਾਂ ਦੇਖਿਆ ਨਹੀਂ ਕਦੇ ਪ੍ਰਚਾਰ ਕਿਸੇ ਵਿਅਕਤੀ ਨੂੰ ਕਰਦੇ ਨੂੰ। ਸੋ ਕਿਤੇ ਨਾ ਕਿਤੇ ਸਾਡੀਆਂ ਵੀ ਕਮਜ਼ੋਰੀਆਂ ਨੇ ਤੇ ਉਹ ਕਮਜ਼ੋਰੀਆਂ ਦਾ ਫਾਇਦਾ ਉਠਾਇਆ ਜਾ ਰਿਹਾ। ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਗੱਲਾਂ ਬਾਤਾਂ ਆਪਾਂ ਬਹੁਤ ਸਾਰੀਆਂ ਕੀਤੀਆਂ, ਇਸ ਪੱਖ ਤੋਂ ਵੀ ਕੀਤੀਆਂ, ਪੰਜਾਬ ਦੀ ਖੇਤੀਬਾੜੀ ਦੇ ਪੱਖ ਤੋਂ ਕੀਤੀਆਂ, ਬਹੁਤ ਕੁਝ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹਿ ਗਿਆ ਕਿਉਂਕਿ ਅੰਤਲੇ ਪਲਾਂ ਦੇ ਵੱਲ ਪ੍ਰੋਗਰਾਮ ਵੱਧ ਰਿਹਾ ਹੈ। ਇੱਕ ਵਾਰੀ ਫੇਰ ਦੱਸ ਦਈਏ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਇਸ ਵੇਲੇ ਵੈਨਕੂਵਰ ਆਈਲੈਂਡ ਦੇ ਵਿੱਚ ਅਸੀਂ ਬੈਠੇ ਹਾਂ। ਤੁਸੀਂ ਪਿੱਛੇ ਜਿਹੜਾ ਪਾਣੀ ਦੇਖ ਰਹੇ ਹੋ, ਇਸ ਪਾਣੀ ਤੋਂ ਅੱਗੇ ਧਰਤੀ ਕੋਈ ਨਹੀਂ, ਸਿੱਧਾ ਜਾਪਾਨ ਆਉਣਾ ਹੈ। ਇੱਕ ਵਾਰੀ ਫੇਰ ਦੱਸਦੇ ਹਾਂ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਵੀ ਜ਼ਿਕਰ ਤੁਹਾਡੇ ਨਾਲ ਕੀਤਾ ਸੀ ਕਿ ਉਹੀ ਪਾਣੀ ਹੈ ਜਿਨ੍ਹਾਂ ਪਾਣੀਆਂ ਦੇ ਵਿੱਚ ਜਾਪਾਨ ਤੋਂ ਹੁੰਦਾ ਹੋਇਆ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਹੈ ਕੈਨੇਡਾ ਦੀ ਧਰਤੀ ਤੇ ਲੱਗਿਆ ਸੀ ਤੇ ਇੱਕ ਇਤਿਹਾਸ ਪੰਜਾਬੀਆਂ ਤੇ ਸਿੱਖਾਂ ਨੇ ਉਦੋਂ ਸਿਰਜਿਆ ਸੀ। ਬਹੁਤ ਕੁਝ ਸਾਡੇ ਅੰਗ ਸੰਗ ਚੱਲਦਾ ਹੈ ਤੇ ਇਸ ਟਫੀਨੋ ਇਲਾਕੇ ਦੇ ਵਿੱਚ, ਟਫੀਨੋ ਦੇ ਵਿੱਚ ਸੁਨਾਮੀ ਦਾ ਵੀ ਖਤਰਾ ਰਹਿੰਦਾ ਹੈ, ਭੁਚਾਲ ਦਾ ਵੀ ਖਤਰਾ ਰਹਿੰਦਾ ਹੈ, ਜੰਗਲੀ ਜਾਨਵਰਾਂ ਦਾ ਵੀ ਖਤਰਾ ਰਹਿੰਦਾ ਹੈ। ਪਰ ਅਸੀਂ ਉਮੀਦ ਕਰਦੇ ਹਾਂ ਬੈਨੀਪਾਲ ਸਾਹਿਬ ਕਿ ਕਦੇ ਪੰਜਾਬ 'ਚੋਂ ਸਮਾਂ ਦੁਬਾਰਾ ਆਏਗਾ ਜਿੱਦਾਂ ਇਹ ਸਮੁੰਦਰ ਦਾ ਪਾਣੀ ਸੋਹਣਾ ਹੈ, ਜਿੱਦਾਂ ਇਹਦੇ ਕੰਢਿਆਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਖੁਲਾਰਾ ਨਹੀਂ ਪਿਆ। ਪੰਜਾਬ ਦੇ ਛੱਪੜਾਂ 'ਚ ਵੀ ਕਦੇ ਤਾਰੀਆਂ ਲੱਗਦੀਆਂ ਸੀ, ਪੰਜਾਬ ਦੇ ਛੱਪੜਾਂ ਦੇ ਵਿੱਚ ਵੀ ਕਦੇ ਸਾਫ਼ ਪਾਣੀ ਸੀ, ਲੋਕ ਨਹਾਉਂਦੇ ਹੁੰਦੇ ਸੀ। ਪੰਜਾਬ ਦਾ ਸਤਲੁਜ ਵੀ ਕਦੇ ਬਹੁਤ ਸਾਫ਼ ਸੀ, ਪੰਜਾਬ ਦਾ ਬਿਆਸ ਦਾ ਪਾਣੀ ਵੀ ਕਦੇ ਸਾਫ਼ ਸੀ, ਪੰਜਾਬ ਦੇ ਰਾਵੀ ਦਾ ਪਾਣੀ ਵੀ ਕਦੇ ਸਾਫ਼ ਸੀ, ਸਾਡੀਆਂ ਨਹਿਰਾਂ, ਸਾਡੇ ਚੋਅ ਵੀ ਸਾਫ਼ ਸੀ। ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਪ੍ਰੋਗਰਾਮ ਚੰਗਾ ਵੀ ਲੱਗਾ ਹੋਵੇਗਾ ਤੇ ਕਦੇ ਪੰਜਾਬ ਵੀ ਦੁਬਾਰਾ ਸੋਹਣਾ ਸੁਨੱਖਾ ਹੋਵੇਗਾ। ਟਿੱਪਣੀਆਂ ਤੁਸੀਂ ਲਓ। ਬਿਲਕੁਲ ਬਾਠ ਸਾਹਿਬ, ਲਗਭਗ ਸਮਾਂ ਸਮਾਪਤ ਹੈ। ਮੈਂ ਦੱਸ ਦਿਆਂ ਕਿ ਕਰੋਨਾ ਵਾਇਰਸ ਦਾ ਪ੍ਰਭਾਵ ਇਸ ਟਾਊਨ ਤੇ ਕਿੰਨਾ ਪਿਆ ਜੀ। ਇਹ ਟਾਊਨ ਸਿਰਫ ਤੇ ਸਿਰਫ ਟੂਰਿਜ਼ਮ ਦੇ ਸਹਾਰੇ ਚੱਲਦਾ ਜੀ। ਸੋ ਇਹਨਾਂ ਨੇ ਵੀ ਲਗਭਗ ਸੁੱਖ ਦਾ ਸਾਹ ਲਿਆ ਕਿਉਂਕਿ ਕਰੋਨਾ ਵਾਇਰਸ ਲਗਭਗ ਜਿਸ ਇਲਾਕੇ ਵਿੱਚ ਆਪਾਂ, ਇਸ ਇਲਾਕੇ ਵਿੱਚ ਕਰੋਨਾ ਦਾ ਕੋਈ ਕੇਸ ਨਹੀਂ।
ਇਸ ਕਰਕੇ ਦੁਬਾਰਾ ਇਹ ਵੈਲਕਮ ਕਰ ਰਹੇ ਨੇ ਲੋਕਾਂ ਨੂੰ, ਲੋਕਾਂ ਦੀ ਆਮਦ ਨੂੰ ਵੇਖਿਆ ਜਾ ਰਿਹਾ ਕਿ ਹੁਣ ਦੇਖੋ ਅੱਜ ਵੀਕਡੇ ਦੇ ਵਿੱਚ ਵੀ ਕਾਫੀ ਲੋਕ ਆਉਣੇ ਸ਼ੁਰੂ ਹੋ ਗਏ ਆ ਜੀ। ਪਰ ਜਿੱਥੇ ਇੱਕ ਪਾਸੇ ਖੁਸ਼ੀ ਤੇ ਖੇੜੇ ਦਾ ਆਲਮ ਹੈ ਕਿ ਲੋਕ ਆਉਣੇ ਸ਼ੁਰੂ ਹੋਏ ਨੇ ਤੇ ਦੂਸਰੇ ਪਾਸੇ ਸਮੁੰਦਰੀ ਲਹਿਰ ਦੀਆਂ ਪੇਚਾਂ ਕਈਆਂ ਦੇ ਘਰਾਂ 'ਚ ਸਮੁੰਦਰੀ ਲਹਿਰ ਦੀਆਂ ਪੇਚਾਂ ਨੂੰ ਦੇਖਣ ਤੋਂ ਬਾਅਦ, ਲਹਿਰਾਂ ਨੂੰ ਦੇਖਣ ਤੋਂ ਬਾਅਦ ਸੋਗ ਵੀ ਹੋਏਗਾ। ਬਹੁਤ ਸਾਰੇ ਲੋਕ ਨੇ ਜਿਹੜੇ ਇਹ ਲਹਿਰਾਂ ਦੇ ਵਿੱਚ ਰੁੜ ਗਏ ਨੇ, ਲਹਿਰਾਂ ਦੇ ਵਿੱਚੋਂ ਵਾਪਸ ਮੁੜ ਕੇ ਲੱਭੇ ਹੀ ਕਦੇ ਨਹੀਂ। ਸੋ ਅਸੀਂ ਇੱਕ ਵਾਰੀ ਫੇਰ ਅਪੀਲ ਕਰਦੇ ਹਾਂ ਕਿ ਜਦੋਂ ਵੀ ਵਿਦੇਸ਼ ਦੀ ਧਰਤੀ ਵੱਲ ਆਉਣਾ ਹੈ, ਘੱਟੋ ਘੱਟ ਗੈਰ ਕਾਨੂੰਨੀ ਤਰੀਕੇ ਦਾ ਸਹਾਰਾ ਨਹੀਂ ਲੈਣਾ। ਤੁਸੀਂ ਚੰਗੇ ਤਰੀਕੇ ਨਾਲ ਆਓ ਤੇ ਤੁਹਾਡਾ ਵੈਲਕਮ ਹਰ ਇੱਕ ਮੁਲਕ ਕਰੇਗਾ। ਸੋ ਬਾਠ ਸਾਹਿਬ, ਅੱਜ ਦੀਆਂ ਇਹਨਾਂ ਖਬਰਾਂ ਦੇ ਨਾਲ ਹੀ ਧੰਨਵਾਦ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰਾਈਮ ਫੋਕਸ। ਤੁਹਾਨੂੰ ਕਿਵੇਂ ਦਾ ਲੱਗਿਆ? ਜੇਕਰ ਇਹ ਖੂਬਸੂਰਤੀ ਚੰਗੀ ਲੱਗੀ ਤਾਂ ਆਉਣ ਵਾਲੇ ਦਿਨਾਂ ਵਿੱਚ ਦੱਸਿਓ। ਅਸੀਂ ਹੋਰਨਾਂ ਥਾਵਾਂ ਤੋਂ ਜਾ ਕੇ ਵੀ ਇਸ ਤਰ੍ਹਾਂ ਪ੍ਰੋਗਰਾਮ ਉਲੀਕ ਸਕਦੇ ਹਾਂ। ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਧੰਨਵਾਦ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।